ਸ਼ੇਰੇ ਪੰਜਾਬ AM 600 ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਅੱਜ ਦੇ ਇਸ ਸ਼ੋਅ ਦੇ ਵਿੱਚ। ਇਹ ਹੈ ਦ ਨਵਜੋਤ ਢਿੱਲੋਂ ਸ਼ੋਅ। ਅੱਜ ਹੈ ਬੁੱਧਵਾਰ ਤੇ ਹਰ ਬੁੱਧਵਾਰ ਦੀ ਤਰ੍ਹਾਂ ਅੱਜ ਵੀ ਇਸ ਪ੍ਰੋਗਰਾਮ ਦੇ ਵਿੱਚ ਇੱਕ ਖਾਸ ਸਿਲਸਿਲਾ ਚੱਲੇਗਾ ਜਿਸ ਦਾ ਨਾਮ ਹੈ ਵੰਡਰਫੁਲ ਵੂਮੈਨਸ ਵੈਨਸਡੇ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੱਕ ਵਾਰੀ ਫਿਰ ਮੈਂ ਇੱਕ ਐਸੀ ਵੰਡਰਫੁਲ ਵੂਮਨ ਲੈ ਕੇ ਤੁਹਾਡੇ ਰੂਬਰੂ ਹੋ ਰਹੀ ਹਾਂ ਜਿਹਨੂੰ ਸੁਣਦੇ ਵੇਲੇ ਤੁਹਾਨੂੰ ਮਾਣ ਵੀ ਮਹਿਸੂਸ ਹੋਏਗਾ। ਤੁਹਾਨੂੰ ਇਹ ਵੀ ਲੱਗੇਗਾ ਕਿ ਹਾਂ, ਜਦੋਂ ਅਸੀਂ ਔਰਤਾਂ ਦੀ ਪ੍ਰੋਗਰੈਸ ਦੀ ਗੱਲ ਕਰ ਰਹੇ ਹਾਂ, ਅਸੀਂ ਕੁੜੀਆਂ ਦੇ ਅੱਗੇ ਵਧਣ ਦੀ ਗੱਲ ਕਰ ਰਹੇ ਹਾਂ, ਇਹ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਪਹਿਲਾਂ ਸਾਡੇ ਖਿਆਲਾਂ ਦੇ ਵਿੱਚ ਹੁੰਦੀਆਂ ਸੀ, ਹੁਣ ਰੀਅਲਾਈਜ਼ ਹੋ ਰਹੀਆਂ ਨੇ। ਖਾਸ ਕਰਕੇ ਜਦੋਂ ਫੈਮਿਲੀ ਬਿਜ਼ਨਸ ਦੀ ਗੱਲ ਹੁੰਦੀ ਹੈ, ਬਹੁਤ ਵਾਰ ਇਹ ਮਹਿਸੂਸ ਕੀਤਾ ਜਾਂਦਾ ਕਿ ਜੇ ਬਾਪ ਦਾ ਕੋਈ ਬਿਜ਼ਨਸ ਹੈ ਅਤੇ ਉਹਦੇ ਵਿੱਚ ਬੇਟਾ ਜਿਹੜਾ ਹੈ ਜਾਂ ਬੇਟੇ ਨੇ ਉਹ ਜ਼ਰੂਰ ਨਾਲ ਸ਼ਾਮਿਲ ਹੋ ਜਾਣਗੇ। ਇਸ ਚੀਜ਼ ਨੂੰ ਬਹੁਤ ਸਹਿਜ ਹੀ ਲਿਆ ਜਾਂਦਾ ਕਿ ਬਾਪ ਦੇ ਬਿਜ਼ਨਸ ਦੇ ਵਿੱਚ ਜਿਹੜਾ ਪਾਰਟਨਰ ਹੋਏਗਾ, ਹਿੱਸੇਦਾਰ ਹੋਏਗਾ ਜਾਂ ਅਗਾਂਹ ਉਹਦਾ ਕੰਮ ਦੇਖੇਗਾ, ਉਹ ਬੇਟਾ ਹੀ ਦੇਖੇਗਾ, ਜਾਂ ਬੇਟੇ ਨੇ ਤਾਂ ਬੇਟੇ ਇੱਕ ਤੋਂ ਵੱਧ ਨੇ ਉਹ ਦੇਖਣਗੇ। ਪਰ ਕਿੰਨੀ ਕੁ ਵਾਰੀ ਇਹ ਹੁੰਦਾ ਕਿ ਬਾਪ ਦੇ ਬਿਜ਼ਨਸ ਦੇ ਵਿੱਚ ਜਿਹੜੀ ਬੇਟੀ ਹੈ ਉਹ ਹਿੱਸੇਦਾਰ ਹੈ, ਪੂਰੀ ਤਰ੍ਹਾਂ ਐਕਟਿਵ ਰੋਲ ਨਿਭਾ ਰਹੀ ਹੈ। ਮੈਂ ਬਹੁਤ ਘੱਟ ਇਹ ਐਗਜ਼ਾਮਪਲਸ ਦੇਖੀਆਂ ਨੇ। ਅਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਇੱਕ ਯੰਗ ਐਂਟਰਪ੍ਰੇਨਿਓਰ ਜਿਹੜੀ ਇੱਕ ਔਰਤ ਹੈ, ਉਹਨੂੰ ਮੈਂ ਪ੍ਰੋਗਰਾਮ ਦੇ ਵਿੱਚ ਸੱਦਾ ਦਿੱਤਾ। ਸੁਖੀ ਬਾਤ ਮੋਟਰਸ ਤੁਸੀਂ ਬਹੁਤ ਵਾਰੀ ਸੁਣਿਆ ਹੋਏਗਾ। ਸੁਖੀ ਬਾਤ ਮੋਟਰਸ ਦੀ ਜਨਰਲ ਮੈਨੇਜਰ ਜੀਵਨ ਬਾਠ ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਵੰਡਰਫੁਲ ਵੂਮਨ ਨੇ। ਜੀਵਨ, ਵੈਲਕਮ ਜੀ ਆਇਆਂ ਨੂੰ। ਥੈਂਕ ਯੂ ਸੋ ਮਚ ਨਵਜੋਤ ਜੀ, ਐਂਡ ਆਪਣੇ ਸਾਰੇ ਲਿਸਨਰਸ ਔਰ ਸ਼ੇਰੇ ਪੰਜਾਬ, ਮੈਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਹਿਣਾ ਚਾਹੂੰਗੀ। ਥੈਂਕ ਯੂ ਸੋ ਮਚ ਫॉर ਹੈਵਿੰਗ ਮੀ। ਸੋ ਮੈਂ ਇੱਥੋਂ ਹੀ ਗੱਲ ਸ਼ੁਰੂ ਕਰਨੀ ਚਾਹੁੰਦੀ ਹਾਂ, ਜਿਹੜੀ ਮੈਂ ਗੱਲ ਹੁਣੇ ਕਰਕੇ ਹਟੀ ਹਾਂ ਕਿ ਬਹੁਤੀ ਵਾਰੀ ਸਾਡੀ ਕਮਿਊਨਿਟੀ ਦੇ ਵਿੱਚ ਖਾਸ ਕਰਕੇ ਇਹ ਦੇਖਿਆ ਜਾਂਦਾ ਕਿ ਜੇ ਬਾਪ ਦਾ ਕੋਈ ਕਾਰੋਬਾਰ ਹੈ, ਬਾਪ ਦਾ ਕੋਈ ਬਿਜ਼ਨਸ ਹੈ, ਜੇ ਸਲਾਹ ਮਸ਼ਵਰਾ ਹੈ ਉਸ ਸਿਲਸਿਲੇ ਦੇ ਵਿੱਚ ਤਾਂ ਵੀ ਮੁੰਡਿਆਂ ਦਾ ਹੀ ਲਿਆ ਜਾਂਦਾ। ਜੇ ਪਾਰਟਨਰ ਨੇ ਉਹ ਵੀ ਮੁੰਡੇ ਹੀ ਬਣਦੇ ਨੇ, ਸਾਂਭ ਸੰਭਾਲ ਵੀ ਜਿਹੜੇ ਮੁੰਡੇ ਹੀ ਕਰਦੇ ਨੇ, ਕਿਉਂਕਿ ਕੁੜੀਆਂ ਬਾਰੇ ਅਕਸਰ ਇਹ ਗੱਲ ਹੁੰਦੀ ਹੈ ਕਿ ਕੁੜੀ ਨੇ ਤਾਂ ਵਿਆਹ ਕੇ ਦੂਸਰੇ ਘਰ ਚਲੇ ਜਾਣਾ। ਜੀ, ਤੁਸੀਂ ਜਨਰਲ ਮੈਨੇਜਰ ਦੇ ਤੌਰ ਦੇ ਉੱਤੇ ਕੰਮ ਕਰ ਰਹੇ ਹੋ, ਇਹ ਵੱਡਾ ਰੋਲ ਹੈਗਾ। ਮੈਂ ਤੁਹਾਡੇ ਕੋਲੋਂ ਇਹੀ ਪੁੱਛਣਾ ਚਾਹੁੰਦੀ ਹਾਂ ਕਿ ਤੁਸੀਂ ਕਿਵੇਂ ਇਨਵੋਲਵ ਹੋਏ ਇਸ ਬਿਜ਼ਨਸ ਦੇ ਵਿੱਚ? ਜੀ ਬਿਲਕੁਲ, ਤੁਸੀਂ ਬਿਲਕੁਲ ਯੂਰ 100% ਰਾਈਟ। ਆਪਣੇ ਕਲਚਰ ਦੇ ਵਿੱਚ ਆਮ ਤੌਰ 'ਤੇ ਜ਼ਿਆਦਾ ਪ੍ਰੈਫਰੈਂਸ ਆਪਾਂ ਬੇਟਿਆਂ ਨੂੰ ਹੀ ਦਿੰਦੇ ਹੈਗੇ ਆ, ਸਨਸ ਨੂੰ ਦਿੰਦੇ ਹੈਗੇ ਆ। ਪਰ ਮੇਰੀ ਕਹਾਣੀ ਥੋੜ੍ਹੀ ਡਿਫਰੈਂਟ ਹੈਗੀ ਆ। ਐਕਚੁਅਲੀ ਸ਼ੁਰੂ ਦੇ ਵਿੱਚ ਮੇਰੇ ਫਾਦਰ ਅਤੇ ਮੈਂ ਅਸੀਂ ਕਾਫੀ ਕਲੋਸ ਹਾਂ। ਸੋ ਉਹਨਾਂ ਨੇ ਹਮੇਸ਼ਾ ਮੈਨੂੰ ਮੋਟੀਵੇਟ ਕੀਤਾ। ਉਹਨਾਂ ਨੇ ਹਮੇਸ਼ਾ, ਮੇਰਾ ਇੱਕ ਬ੍ਰਦਰ ਵੀ ਆ ਮੇਰੇ ਤੋਂ 2 ਸਾਲ ਵੱਡੇ ਆ, ਅਤੇ ਉਹ ਹਮੇਸ਼ਾ ਉਹ ਮੈਨੂੰ ਕਹਿੰਦੇ ਸੀ ਕਿ ਕੋਈ ਫਰਕ ਨਹੀਂ ਹੈਗਾ ਤੇਰੇ 'ਚ ਅਤੇ ਤੇਰੇ ਬ੍ਰਦਰ ਦੇ ਵਿੱਚ। ਸੋ ਇਹ ਜਿਹੜੀ ਇਹ ਹਮੇਸ਼ਾ ਇਹ ਸ਼ੁਰੂ ਤੋਂ ਹੀ ਸਾਨੂੰ ਗੱਲ ਸਾਨੂੰ ਦੋਨਾਂ ਨੂੰ ਹੀ ਕਹਿੰਦੇ ਸੀ ਕਿ ਤੁਸੀਂ ਦੋਨੇ ਬਰਾਬਰ ਆ, ਕੋਈ ਫਰਕ ਨਹੀਂ ਹੈਗਾ। ਸੋ ਇਹ ਗੱਲ ਮੈਂ ਜਦੋਂ ਛੋਟੀ ਸੀ, ਇਹ ਮੈਂ ਗੱਲ ਬਾਰ ਮੈਂ ਸੁਣਦੀ ਸੀਗੀ। ਸੋ ਮੈਂ ਇਹ ਗੱਲ ਸੱਚੀ ਬਿਲੀਵ ਕਰਨ ਲੱਗ ਪਈ ਕਿ ਜੋ ਮੇਰਾ ਬ੍ਰਦਰ ਕਰਦਾ ਮੈਂ ਵੀ ਕਰ ਸਕਦੀ ਹੈਗੀ ਹਾਂ। ਸੋ ਇਹਦੇ ਵਿੱਚ ਕਾਫੀ ਮੇਰੇ ਡੈਡ ਦੀ ਸਪੋਰਟ ਸੀ, ਐਂਡ ਯੂ ਨੋ ਆਈ couldn't have done it without him actually, especially ਜਦੋਂ ਅਸੀਂ ਆਟੋ ਇੰਡਸਟਰੀ ਆਪਾਂ ਦੇਖਦੇ ਹੈਗੇ ਹਾਂ, ਇਟਸ ਅ ਮੇਲ ਡੋਮੀਨੇਟਡ ਇੰਡਸਟਰੀ। ਜਦੋਂ ਤੁਸੀਂ ਕੋਈ ਵੀ ਡੀਲਰਸ਼ਿਪ 'ਤੇ ਜਾਂਦੇ ਆ, ਆਮ ਜਿੱਥੇ ਉਹਨਾਂ ਦੇ CEOs ਹੁੰਦੇ ਆ, ਜਨਰਲ ਮੈਨੇਜਰਸ ਹੁੰਦੇ ਆ, ਡੀਲਰ ਪ੍ਰਿੰਸੀਪਲਸ ਹੁੰਦੇ ਆ, ਕਾਫੀ ਤੌਰ 'ਤੇ ਉਹ ਮੇਲ ਹੁੰਦੇ ਆ। ਸੋ ਜਦੋਂ ਮੈਂ ਇਸ ਇੰਡਸਟਰੀ ਦੇ ਵਿੱਚ ਆਈ ਸੀਗੀ, ਮੈਂ ਇਹ ਗੱਲ ਨੋਟ ਕੀਤੀ ਆ ਕਿ ਇਸ ਇੰਡਸਟਰੀ ਦੇ ਵਿੱਚ ਔਰਤਾਂ ਕਿਉਂ ਨਹੀਂ, why is there no female CEO, female general manager, ਕਿਉਂ ਨਹੀਂ? ਸੋ ਇਹ ਗੱਲਾਂ ਮੇਰੇ ਮਨ 'ਚ ਆਈਆਂ, ਅਤੇ ਇਹ ਕਾਫੀ ਵਾਰ ਮੈਂ ਡੈਡ ਦੇ ਨਾਲ ਵੀ ਗੱਲ ਕੀਤੀ ਸੀਗੀ ਕਿ ਇੱਦਾਂ ਕਿਉਂ ਹੈਗਾ ਆ। ਐਂਡ ਇਹਦਾ ਰੀਜ਼ਨ ਆਈ ਥਿੰਕ, ਮੈਨੂੰ ਲੱਗਦਾ ਆ ਕਿ ਆਪਣੇ ਕਲਚਰ ਦੇ ਵਿੱਚ, ਸਪੈਸ਼ਲੀ ਜਿਹੜੀ ਪੰਜਾਬੀ ਸੁਸਾਇਟੀ ਆ, ਜਿਹੜੀਆਂ ਅਸੀਂ ਔਰਤਾਂ ਆ, ਡਾਟਰਸ ਜਾਂ ਅਸੀਂ ਉਹਨਾਂ ਨੂੰ ਮੋਟੀਵੇਟ ਨਹੀਂ ਕਰਦੇ, ਅਸੀਂ ਪੁਸ਼ ਨਹੀਂ ਕਰਦੇ। ਯੂ ਨੋ, ਜਿਸ ਤਰ੍ਹਾਂ ਤੁਸੀਂ ਮੈਂਸ਼ਨ ਕੀਤਾ ਹੈ, ਜਦੋਂ ਆਪਣਾ ਲੇਡੀਜ਼ ਦਾ ਵਿਆਹ ਹੋ ਜਾਂਦਾ, ਅਸੀਂ ਸਮਝਦੇ ਕਿ ਬਸ ਵਿਆਹ ਹੀ ਹੋ ਗਿਆ, ਦੂਸਰੇ ਘਰ ਉਹਨੇ ਚਲ ਜਾਣਾ ਹੈਗਾ ਆ। ਪਰ ਹਮੇਸ਼ਾ ਮੇਰੇ ਡੈਡ ਨੇ, ਹੁਣ ਚਲੋ ਮੇਰਾ ਵਿਆਹ ਵੀ ਹੋ ਗਿਆ, ਪਰ ਉਹਨਾਂ ਨੇ ਮੈਨੂੰ ਹਮੇਸ਼ਾ ਸਾਡੀ ਫੈਮਿਲੀ ਦੇ ਵਿੱਚ ਇਨਕਲੂਡ ਰੱਖਿਆ ਹੈਗਾ ਆ ਕਿ ਜੋ ਤੇਰੇ ਬ੍ਰਦਰ ਦਾ ਆ ਉਹ ਵੀ ਸੇਮ ਤੇਰਾ ਹੀ ਹੈਗਾ ਆ। ਸੋ ਕਾਫੀ ਉਹਨਾਂ ਨੇ ਮੈਨੂੰ ਸਪੋਰਟ ਦਿੱਤੀ ਆ। ਸੇਮ ਮੇਰੀ ਮਮ, ਉਹਨਾਂ ਨੇ ਵੀ ਮੈਨੂੰ ਸਪੋਰਟ ਕੀਤਾ ਹੈਗਾ ਆ, ਅਤੇ ਉਹਦੇ ਵਿੱਚ ਮੇਰੀ ਕੌਨਫੀਡੈਂਸ ਕਾਫੀ
ਵੱਧ ਗਈ ਸੀਗੀ ਸੋ ਆਈ ਥਿੰਕ ਇਹਦਾ ਜੋ ਵੀ ਕ੍ਰੈਡਿਟ ਹੈਗਾ ਆ ਮੈਂ ਮੇਰੇ ਪੇਰੈਂਟਸ ਨੂੰ ਦਊਂਗੀ ਮੈਂ ਉਹਨਾਂ ਨੂੰ ਥੈਂਕ ਯੂ ਵੀ ਕਹਿਣਾ ਚਾਹੂੰਗੀ ਬਿਕਾਜ਼ ਵਿਦਆਊਟ ਦੇਅਰ ਸਪੋਰਟ ਮੇਰੇ ਕੋਲ ਆ ਸਭ ਹੋਣਾ ਨਹੀਂ ਸੀਗਾ ਅੱਛਾ ਜੀਵਨ ਹੁਣ ਇਸ ਪੋਜੀਸ਼ਨ ਤੇ ਤੁਹਾਨੂੰ ਕੰਮ ਕਰਦਿਆਂ ਨੂੰ ਕਿੰਨੇ ਸਾਲ ਹੋ ਗਏ ਸੋ ਇਸ ਪੋਜੀਸ਼ਨ ਦੇ ਵਿੱਚ ਜਿਹੜਾ ਜਨਰਲ ਮੈਨੇਜਰ ਪੋਜੀਸ਼ਨ ਆ ਤਕਰੀਬਨ ਮੈਨੂੰ 3 ਸਾਲ ਹੋ ਗਏ ਇਸ ਤੋਂ ਪਹਿਲਾਂ ਮੇਰੀ ਪੋਜੀਸ਼ਨ ਸੀਗੀ ਫਾਈਨੈਂਸ ਮੈਨੇਜਰ ਉਹ ਪੋਜੀਸ਼ਨ ਮੈਂ 12 ਸਾਲ ਕੀਤੀ ਸੀਗੀ ਸੋ ਉਸ ਪੋਜੀਸ਼ਨ ਦੇ ਵਿੱਚ ਮੈਂ ਕਾਫੀ ਕੁਛ ਸਿੱਖਿਆ ਸੀਗਾ ਜਿਹੜੇ ਆਟੋ ਇੰਡਸਟਰੀ ਆ ਉਹਦੇ ਇਨਸ ਐਂਡ ਆਊਟਸ ਮੈਂ ਸਾਰਾ ਕੁਛ ਸਿੱਖਿਆ ਸੀਗਾ ਉਸ ਪੋਜੀਸ਼ਨ ਦੇ ਵਿੱਚ ਅਤੇ ਉਸ ਤੋਂ ਪਹਿਲਾਂ ਮੈਂ ਡੀਲਰਸ਼ਿਪ 'ਤੇ ਕੰਮ ਕਰਦੀ ਸੀ ਪਰ ਮੇਰੀ ਕੋਈ ਖਾਸ ਵੱਡੀ ਕੋਈ ਜੋਬ ਨਹੀਂ ਸੀਗੀ ਜਸਟ ਜਨਰਲ ਵਰਕ ਮੈਂ ਕਰਦੀ ਸੀਗੀ ਐਂਡ ਐਕਚੁਅਲੀ ਮੈਂ ਕਾਫੀ ਯੰਗ ਏਜ ਤੋਂ ਅਸੀਂ ਪਹਿਲਾਂ ਵੀ ਗੱਲ ਕਰਦੇ ਸੀਗੇ ਆਊਟਸਾਈਡ ਮੈਂ ਕਾਫੀ ਯੰਗ ਏਜ ਤੋਂ ਸਟਾਰਟ ਕੀਤਾ ਸੀਗਾ ਆਲਮੋਸਟ ਮੈਂ 15 ਈਅਰਸ ਓਲਡ ਸੀਗੀ ਐਂਡ ਸ਼ਾਇਦ ਤੁਸੀਂ ਸੋਚਦੇ ਹੋਣੇ ਆ ਕਿ ਕੋਈ 15-year-old ਬੱਚੇ ਨੂੰ ਕੀ ਲੋੜ ਆ ਕੰਮ ਕਰਨ ਦੀ ਖਾਸ ਬਿਲਕੁਲ 15-16 ਸਾਲ ਦੇ ਵੈਸੇ ਬੇਸ਼ੱਕ ਬੱਚੇ ਇੱਥੇ ਕੰਮ ਕਰਨ ਲੱਗ ਜਾਂਦੇ ਆ 16 ਸਾਲ ਦੇ ਪਰ ਤੁਸੀਂ ਇਸੇ ਇੰਡਸਟਰੀ ਦੇ ਵਿੱਚ ਹੀ ਸ਼ੁਰੂਆਤ ਕੀਤੀ ਆਪਣੇ ਕੰਮ ਦੀ ਜੀ ਬਿਲਕੁਲ ਨਹੀਂ ਸੋ ਐਕਚੁਅਲੀ ਜਿਹੜੀ ਮੇਰੀ ਸਟੱਡੀ ਸੀਗੀ ਮੈਂ SFU ਜਾਂਦੀ ਸੀਗੀ ਮੈਂ ਐਕਚੁਅਲੀ ਸਾਇੰਸ ਪੜ੍ਹਦੀ ਸੀਗੀ ਸਾਇੰਸ ਜੀ ਪਰ ਹਮੇਸ਼ਾ ਮੇਰੀ ਨਿਗਾਹ ਆਲਵੇਜ਼ ਫੈਮਿਲੀ ਬਿਜ਼ਨਸ 'ਤੇ ਸੀਗੀ ਸੋ ਥੋੜ੍ਹਾ ਮੈਨੂੰ ਅਡੋਪਟ ਕਰਨਾ ਪਿਆ ਥੋੜ੍ਹੀ ਚੇਂਜ ਕਰਨੀ ਪਈ ਬਟ ਆਈ ਐਮ ਵੈਰੀ ਹੈਪੀ ਜਿਹੜੀ ਮੈਂ ਡਿਸੀਜਨ ਲਈ ਸੀਗੀ ਕਿ ਮੈਂ ਫੈਮਿਲੀ ਬਿਜ਼ਨਸ ਦੇ ਵਿੱਚ ਹੀ ਕੰਮ ਕਰਨਾ ਆਈ ਐਮ ਵੈਰੀ ਹੈਪੀ ਵਿਦ ਦੈਟ ਡਿਸੀਜਨ ਕਿਉਂਕਿ ਉਹਦੇ ਵਿੱਚ ਮੈਨੂੰ ਕਾਫੀ ਕੁਛ ਮਿਲਿਆ ਪਹਿਲਾਂ ਤੱਕ ਹੈਗਾ ਆ ਕਿ ਮੈਂ ਡੇਲੀ ਮੈਂ ਮੇਰੀ ਫੈਮਿਲੀ ਦੇ ਨਾਲ ਹੀ ਕੰਮ ਕਰਦੀ ਹਾਂ ਡੇਲੀ ਮੈਂ ਮੇਰੀ ਫੈਮਿਲੀ ਨੂੰ ਮੈਂ ਮਿਲਦੀ ਹਾਂ ਮੇਰੇ ਬ੍ਰਦਰ ਨੂੰ ਮਿਲਦੀ ਹਾਂ ਮੇਰੇ ਫਾਦਰ ਨੂੰ ਮਿਲਦੀ ਹਾਂ ਮੈਨੂੰ ਬਹੁਤ ਵਧੀਆ ਮਹਿਸੂਸ ਹੁੰਦਾ ਸੀ ਕਾਫੀ ਕਲੋਜ਼ ਹੈਗੇ ਆ ਐਂਡ ਜਿਹੜੀ ਦੂਸਰੀ ਗੱਲ ਹੈਗੀ ਆ ਆਈ ਫੀਲ ਵੈਰੀ ਪ੍ਰਾਊਡ ਟੂ ਬੀ ਅ ਫੀਮੇਲ ਲੀਡਰ ਐਕਚੁਅਲੀ ਕਿਉਂਕਿ ਆਪਾਂ ਬਹੁਤ ਘੱਟ ਦੇਖਦੇ ਹਾਂ ਜਿੱਦਾਂ ਤੁਸੀਂ ਮੈਨਸ਼ਨ ਕੀਤਾ ਸੀਗਾ ਬਹੁਤ ਘੱਟ ਆਪਾਂ ਦੇਖਦੇ ਹੈਗੇ ਆ ਈਵਨ ਫॉर ਮੀ ਜਦੋਂ ਮੈਂ ਕੰਮ ਕਰਦੀ ਸੀਗੀ ਡੀਲਰਸ਼ਿਪ 'ਤੇ ਇਟ ਵਾਜ਼ ਵੈਰੀ ਡਿਫਿਕਲਟ ਫॉर ਮੀ ਟੂ ਫਾਈਂਡ ਇੰਸਪੀਰੇਸ਼ਨ ਦੂਸਰੇ ਫੀਮੇਲ ਲੀਡਰਸ ਤੋਂ ਕਿਉਂਕਿ ਬਹੁਤ ਘੱਟ ਆ ਰਾਈਟ ਸੋ ਮੈਨੂੰ ਇਨਵੀਟੇਸ਼ਨ ਅੱਜ ਮਿਲੀ ਸੀਗੀ ਇੱਥੇ ਅੱਜ ਗੱਲ ਕਰਨ ਦੀ ਐਂਡ ਮੈਨੂੰ ਫੀਲ ਹੋਇਆ ਕਿ ਇਹ ਲੋੜ ਆ ਕਿਉਂਕਿ ਹੋ ਸਕਦਾ ਕਿ ਸ਼ਾਇਦ ਅੱਜ ਕੋਈ ਸੁਣਦਾ ਹੋਵੇ ਮੇਰੀ ਸਟੋਰੀ ਸੁਣ ਕੇ ਉਹਨਾਂ ਨੂੰ ਵੀ ਇੰਸਪੀਰੇਸ਼ਨ ਮਿਲੇ ਰਾਈਟ ਅੱਛਾ ਜੀਵਨ ਉਹ ਮੂਮੈਂਟਸ ਯਾਦ ਆ ਤੁਹਾਨੂੰ ਜਦੋਂ ਤੁਸੀਂ ਇਹ ਤਾਂ ਕਹਿ ਰਹੇ ਹੋ ਕਿ ਵੀ ਫੈਮਿਲੀ ਬਿਜ਼ਨਸ 'ਤੇ ਮੇਰੀ ਨਜ਼ਰ ਸੀ ਜਦੋਂ ਤੁਸੀਂ ਇਹ ਸੋਚਿਆ ਕਿ ਵੀ ਹਾਂ ਫੈਮਿਲੀ ਬਿਜ਼ਨਸ ਨੂੰ ਜੁਆਇਨ ਕਰ ਲਿਆ ਜਾਵੇ ਤੁਸੀਂ ਆਪਣੇ ਵੱਲੋਂ ਆਪਣੇ ਘਰ ਦੇ ਵਿੱਚ ਆਪਣੇ ਫਾਦਰ ਦੇ ਨਾਲ ਜਾਂ ਬਾਕੀ ਫੈਮਿਲੀ ਮੈਂਬਰਸ ਦੇ ਨਾਲ ਗੱਲ ਕੀਤੀ ਜਾਂ ਪ੍ਰਪੋਜ਼ਲ ਉਹਨਾਂ ਵੱਲੋਂ ਆਈ ਤੁਹਾਨੂੰ ਇਨਵੋਲਵ ਕਰਨ ਦੀ ਐਕਚੁਅਲੀ ਟੂ ਬੀ ਓਨੈਸਟ ਕੋਈ ਫਾਰਮਲ ਡਿਸੀਜਨ ਨਹੀਂ ਸੀਗਾ ਕਿਉਂਕਿ ਅਸੀਂ ਸ਼ੁਰੂ ਤੋਂ ਹੀ ਮੈਂ ਬਹੁਤ ਕਲੋਜ਼ ਸੀ ਮੇਰੇ ਫਾਦਰ ਦੇ ਨਾਲ ਸੋ ਐਕਚੁਅਲੀ ਈਵਨ ਜਦੋਂ ਮੇਰਾ ਵਿਆਹ ਵੀ ਹੋ ਗਿਆ ਸੀਗਾ ਕੋਈ ਦਾ ਫਾਰਮਲ ਡਿਸੀਜਨ ਅਸੀਂ ਨਹੀਂ ਕੀਤੀ ਸੀ ਜਸਟ ਨੈਚੁਰਲੀ ਸਾਰਾ ਕੁਛ ਹੋ ਗਿਆ ਸੀਗਾ ਕਿਉਂਕਿ ਜਿਸ ਤਰ੍ਹਾਂ ਮੈਂ ਮੈਨਸ਼ਨ ਕੀਤਾ ਸੀ ਉਹ ਬਹੁਤ ਯੰਗ ਏਜ ਤੋਂ ਮੈਨੂੰ ਉਹ ਮੋਟੀਵੇਟ ਕਰਦੇ ਸੀਗੇ ਕਿ ਤੂੰ ਬਿਜ਼ਨਸ ਲੀਡਰ ਬਣ ਤੂੰ ਜੋ ਵੀ ਤੂੰ ਕਰਨਾ ਚਾਹੁੰਦੀ ਹੈ ਤੂੰ ਕਰ ਸਕਦੀ ਹੈ ਰਾਈਟ ਸੋ ਇਟ ਵਾਜ਼ ਅ ਵੈਰੀ ਨੈਚੁਰਲ ਡਿਸੀਜਨ ਫॉर ਮੀ ਟੂ ਕਮ ਇਨਟੂ ਦ ਫੈਮਿਲੀ ਬਿਜ਼ਨਸ ਐਂਡ ਮੇਰੇ ਬ੍ਰਦਰ ਵੀ ਆ ਉਹ ਵੀ ਮੈਨੂੰ ਸਪੋਰਟ ਕਰਦੇ ਹੈਗੇ ਆ ਐਂਡ ਵਾਈਸ ਵਰਸਾ ਮੈਂ ਉਹਨਾਂ ਨੂੰ ਵੀ ਸਪੋਰਟ ਕਰਦੀ ਹਾਂ ਮੈਂ ਨਹੀਂ ਕਹਿੰਦੀ ਕਿ ਸਿਰਫ ਮੈਂ ਹੀ ਹਾਂ ਡੈਫੀਨੇਟਲੀ ਮੇਰੇ ਬ੍ਰਦਰ ਵੀ ਇਨਵੋਲਵਡ ਹੈਗੇ ਬਿਜ਼ਨਸ ਦੇ ਵਿੱਚ ਐਂਡ ਆਈ ਥਿੰਕ ਇਟਸ ਵੈਰੀ ਇੰਪੋਰਟੈਂਟ ਸਪੈਸ਼ਲੀ ਜਿਹੜੀ ਸੈਕਿੰਡ ਜਨਰੇਸ਼ਨ ਕੈਨੇਡੀਅਨਸ ਆ ਕਿਉਂਕਿ ਸਾਨੂੰ ਇੱਥੇ ਬਹੁਤ ਓਪਰਚੁਨਿਟੀ ਆ ਅਸੀਂ ਆਈ ਥਿੰਕ ਰੀਅਲਾਈਜ਼ ਨਹੀਂ ਕਰਦੇ ਸਾਨੂੰ ਇੱਥੇ ਕਿੰਨੀ ਓਪਰਚੁਨਿਟੀ ਹੈਗੀ ਆ ਸੋ ਮੈਂ ਕਾਫੀ ਮੇਰੇ ਜਨਰੇਸ਼ਨ ਦੇ ਸੈਕਿੰਡ ਜਨਰੇਸ਼ਨ ਕੈਨੇਡੀਅਨਸ ਨੂੰ ਇੱਥੇ ਮਿਲਦੀ ਆ ਮੈਨੂੰ ਥੋੜ੍ਹਾ ਮਹਿਸੂਸ ਹੁੰਦਾ ਕਿ ਐਕਚੁਅਲੀ ਉਹ ਥੋੜ੍ਹਾ ਉਹ ਲੋਸਟ ਆ ਥੋੜ੍ਹੇ ਉਹ ਗਵਾਚਿਓ ਆ ਐਂਡ ਉਹਦਾ ਕਾਰਨ ਇਹ ਮੈਨੂੰ ਲੱਗਦਾ ਆ ਕਿਉਂਕਿ ਉਹਨਾਂ ਲਈ ਕੋਈ ਗਾਈਡ ਕਰਨ ਨੂੰ ਉਹਨਾਂ ਨੂੰ ਕੋਈ ਮੈਂਟੋਰ ਨਹੀਂ ਹੈਗਾ ਉਹਨੂੰ ਰਾਹ ਦਿਖਾਉਣ ਵਾਲਾ ਨਹੀਂ ਹੈਗਾ ਸੋ ਮੈਨੂੰ ਫੀਲ ਹੁੰਦਾ ਕਿਉਂਕਿ ਮੈਂ ਕਾਫੀ ਕਸਟਮਰਸ ਆਉਂਦੇ ਆ ਸਾਡੇ ਫੈਮਿਲੀ ਫਰੈਂਡਸ ਉੱਥੇ ਮੈਨੂੰ ਦਫ਼ਤਰ 'ਤੇ ਮੈਨੂੰ ਮਿਲਦੇ ਆ ਮੈਨੂੰ ਇਹ ਮਹਿਸੂਸ ਹੁੰਦਾ ਆ ਸੋ ਮੇਰਾ ਓਬਜੈਕਟਿਵ ਹੈਗਾ ਆਈ ਜਸਟ ਵਾਂਟ ਟੂ ਬੀ inspiration not just to females ਕੋਈ ਵੀ even ਕੋਈ ਮੇਲ ਕੋਈ
ਬਿਜ਼ਨਸ ਕਰਨਾ ਚਾਹੁੰਦਾ ਹੋਵੇ, ਆਈ ਵਾਂਟ ਟੂ ਬੀ ਐਨ ਇੰਸਪੀਰੇਸ਼ਨ ਫॉर ਬੋਥ, ਐਂਡ ਸਪੈਸ਼ਲੀ ਜਿਹੜੇ ਖਾਸ ਜਿਹੜੇ ਇੱਥੇ ਸੈਕੰਡ ਜਨਰੇਸ਼ਨ ਕੈਨੇਡੀਅਨਸ ਆ, ਕਿ ਤੁਹਾਡਾ ਕੋਈ ਵੀ ਡਰੀਮ ਆ ਤੁਸੀਂ ਉਹਨੂੰ ਅਚੀਵ ਕਰ ਸਕਦੇ ਹੈਗੇ ਆ, ਪਰ ਉਹਦੇ ਲਈ ਤੁਹਾਨੂੰ ਮਿਹਨਤ ਕਰਨੀ ਪਊਗੀ, ਕਾਫੀ ਮਿਹਨਤ ਕਰਨੀ ਪਊਗੀ, ਐਕਚੁਅਲੀ ਟਾਈਮ ਦੇਣਾ ਪਊਗਾ। ਜੀਵਨ ਇਹ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਨਾ ਕਿ ਜਿਹੜੀ ਜਨਰੇਸ਼ਨ ਸੈਕੰਡ ਜਨਰੇਸ਼ਨ ਆ ਉਹ ਤੁਹਾਨੂੰ ਲੋਸਟ ਲੱਗਦੀ ਆ ਟੂ ਸਮ ਐਕਸਟੈਂਟ, ਇਹ ਓਬਜ਼ਰਵੇਸ਼ਨ ਬਹੁਤ ਸਾਰੇ ਲੋਕਾਂ ਦੀ ਆ। ਪੇਰੈਂਟਸ ਜਿਹੜੇ ਫਸਟ ਜਨਰੇਸ਼ਨ ਆਏ ਹੋਏ ਆ ਉਹ ਆਪਣਾ ਬਿਜ਼ਨਸ ਐਸਟੈਬਲਿਸ਼ ਕਰਦੇ ਆ, ਐਮਪਾਇਰ ਬਣਾਉਂਦੇ ਆ, ਸਾਰਾ ਕੁਝ ਕਰਦੇ ਆ, ਅਤੇ ਕਈ ਵਾਰ ਜਿਹੜੇ ਬੱਚੇ ਆ ਉਹ ਉੱਠ ਕੇ ਕਹਿੰਦੇ ਕਿ ਵੀ ਸਾਡਾ ਕੋਈ ਇੰਟਰਸਟ ਨਹੀਂ ਹੈਗਾ। ਜੀ, ਪੇਰੈਂਟਸ ਵੀ ਇਸ ਚੀਜ਼ ਦੀ ਵੈਲਿਊ ਕਰਦੇ ਆ ਕਿ ਚਲੋ ਉਹਨਾਂ ਦਾ ਜੇ ਇੰਟਰਸਟ ਨਹੀਂ ਹੈ, ਜਿਸ ਚੀਜ਼ ਦੇ ਵਿੱਚ ਉਹਨਾਂ ਦਾ ਇੰਟਰਸਟ ਆ ਉਹ ਉੱਧਰ ਨੂੰ ਜਾ ਸਕਦੇ ਆ। ਇਹ ਬਹੁਤ ਜ਼ਰੂਰੀ ਹੈ ਕਿ ਇੰਟਰਸਟ ਹੋਣਾ ਚਾਹੀਦਾ, ਪਰ ਤੁਸੀਂ ਇਹ ਗੱਲ ਮੈਂਸ਼ਨ ਕੀਤੀ ਹੈ ਕਿ ਵੀ ਮੇਰਾ ਇੰਟਰਸਟ ਸ਼ੁਰੂ ਤੋਂ ਰਿਹਾ, ਪਰ ਹੈਰਾਨੀ ਦੀ ਗੱਲ ਇਹ ਹੈ ਕਿ ਬਿਜ਼ਨਸ ਦੇ ਵਿੱਚ ਇੰਟਰਸਟ ਸੀ, ਤੁਸੀਂ ਸਾਇੰਸ ਸਬਜੈਕਟ ਪੜ੍ਹੇ, ਉਹ ਕਿਵੇਂ ਹੋਇਆ? ਜੀ, ਐਕਚੁਅਲੀ ਥੋੜ੍ਹਾ ਮੇਰਾ ਇੰਟਰਸਟ ਸ਼ੁਰੂ ਦੇ ਵਿੱਚ ਸੀਗਾ। ਐਕਚੁਅਲੀ ਮੈਂ ਸਾਇੰਸ ਪੜ੍ਹਦੀ ਸੀਗੀ, ਮੈਂ ਸੋਚਦੀ ਸੀਗੀ ਕਿ ਮੈਂ ਮੈਡੀਕਲ ਸਕੂਲ ਜਾਣਾ ਹੈਗਾ ਆ। ਸੋ ਉਸ ਟਾਈਮ 'ਤੇ ਜਸਟ ਮੈਂ ਬੈਚਲਰ ਸਾਇੰਸ ਕਰਦੀ ਸੀਗੀ, ਬਟ ਲਾਈਕ ਆਈ ਮੈਂਸ਼ਨ ਉਹ ਹਮੇਸ਼ਾ ਮੇਰੀ ਨਿਗਾਹ ਸੀਗੀ ਫੈਮਿਲੀ ਬਿਜ਼ਨਸ 'ਤੇ। ਐਂਡ ਜਿਸ ਤਰ੍ਹਾਂ ਤੁਸੀਂ ਮੈਂਸ਼ਨ ਕੀਤਾ ਹੈਗਾ ਆ, ਯੈਸ, ਮੈਨੂੰ ਜਿਹੜੀ ਸੈਕੰਡ ਜਨਰੇਸ਼ਨ ਕੈਨੇਡੀਅਨਸ ਆ ਉਹ ਮੈਨੂੰ ਕਾਫੀ ਕਿਉਂਕਿ ਮੈਨੂੰ ਮਿਲਦੇ ਰਹਿੰਦੇ ਆ, ਦੇ ਸੀਮ ਵੈਰੀ ਲੋਸਟ, ਪਰ ਉਹਦਾ ਕਾਰਨ ਕਿਉਂ ਆ, ਉਹ ਕਿਉਂ ਨਹੀਂ ਇੰਟਰਸਟ ਲੈਂਦੇ ਹੈਗੇ? ਕਿਉਂਕਿ ਕਾਫੀ ਹੁਣ ਹੁਣ ਮੇਰੀ ਫਾਦਰ ਆ ਉਹ ਲੇਟ 70s ਦੇ ਵਿੱਚ ਇੱਥੇ ਇਮੀਗ੍ਰੇਟ ਹੋਏ ਸੀਗੇ, ਅਤੇ ਉਹਨਾਂ ਨੇ ਜੋ ਕਰਨਾ ਸੀ ਉਹਨਾਂ ਨੇ ਹੁਣ ਕਰ ਲਿਆ। ਰਾਈਟ, ਕਾਫੀ ਬਿਜ਼ਨਸ ਉਹਨਾਂ ਨੇ ਐਸਟੈਬਲਿਸ਼ ਕਰ ਲਿਆ, ਕਾਫੀ ਸੋਸ਼ਲ ਵਰਕ ਕਰਦੇ ਆ, ਐਂਡ ਆਈ ਫੀਲ ਵੈਰੀ ਪ੍ਰਾਊਡ ਐਜ਼ ਹਿਜ਼ ਡਾਟਰ। ਪਰ ਮੇਰੇ ਵਾਂਗੂ ਵੀ ਇੱਥੇ ਕਾਫੀ ਹੋਰ ਲੋਕ ਆ ਜਿਹੜੇ ਇੱਥੇ ਲੇਟ 70s 80s 90s ਦੇ ਵਿੱਚ ਇਮੀਗ੍ਰੇਟ ਹੋਏ ਸੀਗੇ, ਉਹਨਾਂ ਨੇ ਵੀ ਕਾਫੀ ਸਕਸੈਸਫੁਲ ਬਿਜ਼ਨਸਿਸ ਸ਼ੁਰੂ ਕੀਤੇ ਹੈਗੇ ਆ। ਪਰ ਜਿਹੜੀ ਉਹਨਾਂ ਦੀ ਨੈਕਸਟ ਜਨਰੇਸ਼ਨ ਆ, ਜਿਸ ਤਰ੍ਹਾਂ ਤੁਸੀਂ ਮੈਂਸ਼ਨ ਕੀਤਾ, ਉਹ ਇੰਟਰਸਟ ਨਹੀਂ ਲੈਣਾ ਚਾਹੁੰਦੇ, ਐਂਡ ਆਈ ਥਿੰਕ ਉਹਦਾ ਰੀਜ਼ਨ ਹੈਗਾ ਆ, ਜੋ ਮੈਂ ਦੇਖਿਆ ਆ, ਇਸ ਬਿਕਾਜ਼ ਜਿਹੜੀ ਆਪਣੀ ਜਿਹੜੀਆਂ ਦੋ ਜਨਰੇਸ਼ਨਸ ਆ ਉਹ ਡਿਸਕਨੈਕਟਡ ਆ ਇੱਕ ਦੂਜੇ ਦੇ ਨਾਲ, ਕਮਿਊਨੀਕੇਸ਼ਨ ਨਹੀਂ ਹੈਗੀ। ਆਈ ਥਿੰਕ ਸ਼ਾਇਦ ਮੋਸਟ ਫੈਮਲੀਜ਼ ਸਮਟਾਈਮਜ਼ ਡਿਨਰ ਵੀ ਨਹੀਂ ਇਕੱਠੇ ਖਾਂਦੇ ਹੈਗੇ, ਕਿਸੇ ਹੋਰ ਦਾ ਸਕੈਜੂਲ ਵੱਖਰਾ ਹੁੰਦਾ, ਸਮਬਡੀ ਐਲਸਸ ਸਕੈਜੂਲ ਇਜ਼ ਡਿਫਰੈਂਟ। ਆਈ ਫੀਲ ਵੈਰੀ ਕਿ ਉਹਨਾਂ ਦੀ ਗੱਲਬਾਤ ਨਹੀਂ ਹੁੰਦੀ, ਉਹ ਇੱਕ ਦੂਜੇ ਦੇ ਨਾਲ ਜਿਹੜੀ ਫੀਲਿੰਗਸ ਆ ਉਹ ਸ਼ੇਅਰ ਨਹੀਂ ਕਰਦੇ ਹੈਗੇ। ਦੂਸਰੀ ਰੀਜ਼ਨ ਇਹ ਹੈਗੀ ਆ, ਐਂਡ ਆਈ ਕੈਨ ਬੀ ਵੈਰੀ ਓਨੈਸਟ ਵਿਦ ਦਿਸ, ਜਿਹੜਾ ਇੱਥੇ ਕੈਨੇਡਾ ਦੇ ਵਿੱਚ ਬਿਜ਼ਨਸ ਚਲਾਉਣਾ ਆ, ਇਟਸ ਨਾਟ ਈਜ਼ੀ ਦੂਰੋਂ ਲੱਗਦਾ ਆ ਕਿ ਇਜ਼ ਵੈਰੀ ਈਜ਼ੀ, ਬਟ ਜਦੋਂ ਤੁਸੀਂ ਐਕਚੁਅਲੀ ਬੈਠ ਕੇ ਸਾਰਾ ਕੁਛ ਕਰਦੇ ਹੈਗੇ ਆ, ਫਿਰ ਤੁਸੀਂ ਰੀਅਲਾਈਜ਼ ਕਰਦੇ ਆ ਕਿ ਇੰਨਾ ਈਜ਼ੀ ਵੀ ਨਹੀਂ ਹੈਗਾ। ਸੋ that's the two main reasons I think why ਆਪਣੀ ਜਿਹੜੀ ਇੱਥੇ ਕੈਨੇਡੀਅਨ ਦੀ ਯੂਥ ਆ, ਇਟਸ ਅ ਲਿਟਲ ਥੋੜ੍ਹੇ ਗੁਆਚੇ ਹੈਗੇ ਆ, ਥੋੜ੍ਹਾ ਰਿਲੈਕਸ ਰਹਿਣਾ ਚਾਹੁੰਦੇ ਆ, ਕੰਫਰਟੇਬਲ ਲਾਈਫ ਚਾਹੁੰਦੇ ਆ। ਯੈਸ, ਐਂਡ ਵੈਰੀ ਗੁੱਡ ਪੁਆਇੰਟ ਤੁਸੀਂ ਮੈਂਸ਼ਨ ਕੀਤਾ, ਕਿਉਂਕਿ ਜਿਹੜੇ ਸਾਡੇ ਪੇਰੈਂਟਸ ਇੱਥੇ ਆਏ ਹੋ ਆ, ਉਹਨਾਂ ਦਾ ਜਿਹੜਾ ਵਰਕ ਐਥਿਕ ਆ ਇਜ਼ ਵੈਰੀ ਡਿਫਰੈਂਟ। ਉਹ ਡਰਦੇ ਨਹੀਂ ਸੀਗੇ ਕੰਮ ਕਰਨ ਨੂੰ, ਬਿਕਾਜ਼ ਉਹਨਾਂ ਨੇ ਸਾਰਾ ਕੁਛ ਉੱਥੇ ਪੰਜਾਬ ਛੱਡ ਕੇ ਆਏ ਹੋ ਆ, ਰਾਈਟ? ਸੋ ਚੈਲੰਜ ਲੈ ਕੇ ਕੀਤਾ, ਸਭ ਕੁਛ ਚੈਲੰਜ ਲੈ ਕੇ ਕੀਤਾ ਆ। ਸੋ ਇਟਸ ਡਿਫਰੈਂਟ, ਬਿਕਾਜ਼ ਹੁਣ ਤੁਸੀਂ ਜਿਹੜੀ ਸੈਕੰਡ ਜਨਰੇਸ਼ਨ ਕੈਨੇਡੀਅਨਸ ਨੂੰ ਦੇਖੋਗੇ, ਉਹਨਾਂ ਨੂੰ ਇੰਨਾ ਉਹ ਅਰਜੈਂਸੀ ਨਹੀਂ ਹੈਗੀ ਕਿ ਮੈਂ ਕੰਮ ਕਰਾਂ। ਰੀਜ਼ਨ ਇਹ ਆ ਕਿਉਂਕਿ ਬਣਿਆ ਬਣਾਇਆ ਸਾਰਾ ਕੁਝ ਮਿਲ ਜਾਂਦਾ ਹੈ ਨਾ, ਫਿਰ ਇਹ ਹੁੰਦਾ ਕਿ ਦਾਲ ਫੁਲਕਾ ਚੱਲੀ ਜਾਵੇ, ਚਲੋ ਕੋਈ ਗੱਲ ਨਹੀਂ, ਉਹਨਾਂ ਕੁ ਕੰਮ ਕਰੀ ਜਾਂਦੇ ਹਾਂ ਅਸੀਂ। ਬਿਲਕੁਲ, ਪਰ ਮੈਂ ਇਹ ਕਹਿਣਾ ਚਾਹੂੰਗੀ ਕਿ ਆਈ ਐਮ ਵੈਰੀ ਲੱਕੀ, ਮੇਰੇ ਫਾਦਰ ਨੇ ਕੰਮ ਸ਼ੁਰੂ ਕੀਤਾ ਹੈਗਾ ਆ, ਪਰ ਹੁਣ ਮੇਰਾ ਚੈਲੰਜ ਆ ਕਿ ਜਿਹੜਾ ਉਹਨਾਂ ਨੇ ਸਾਰਾ ਕੰਮ ਸ਼ੁਰੂ ਕੀਤਾ ਆ, ਐਸਟੈਬਲਿਸ਼ ਕੀਤਾ, ਕਿ ਉਹਨੂੰ ਮੈਂ ਗਾਂ ਅੱਗੇ ਕਿੱਦਾਂ ਲੈ ਕੇ ਜਾਵਾਂ। ਸਿਰਫ ਤੁਸੀਂ ਲੱਕੀ ਨਹੀਂ, ਤੁਹਾਡੇ ਪੇਰੈਂਟਸ ਵੀ ਲੱਕੀ ਨੇ। ਥੈਂਕ ਯੂ। ਸੋ ਜੀਵਨ, ਮੈਂ ਇਹ ਬਹੁਤ ਕੰਟਰਾਸਟ ਦੇਖ ਰਹੀ ਹਾਂ, ਬਹੁਤ ਵੱਡਾ ਕੰਟਰਾਸਟ ਹੈ। ਇੱਕ ਪਾਸੇ ਸਾਇੰਸ ਦੀ ਸਟੱਡੀ, ਦੂਸਰੇ ਪਾਸੇ ਇੰਟਰਸਟ ਤੁਹਾਡਾ ਫਾਈਨਾਂਸ ਵੱਲ ਹੈਗਾ ਜਾਂ ਤੁਹਾਡਾ ਬਿਜ਼ਨਸ ਵੱਲ ਹੈਗਾ, ਐਂਡ ਤੁਸੀਂ ਆਪਣਾ ਜਿਹੜਾ ਪ੍ਰੋਫੈਸ਼ਨ ਆ ਉਹ ਚੂਜ਼ ਕਰ ਲਿਆ, ਪੈਸ਼ਨ ਵੀ ਬਣਾ ਲਿਆ ਕਿ ਬਿਜ਼ਨਸ ਹੀ ਕਰਨਾ ਹੈ। ਇਹ ਕਿੱਦਾਂ ਪੋਸੀਬਲ ਹੋਇਆ? ਮੈਂ ਬਹੁਤ ਵਾਰੀ ਦੇਖਦੀ ਹਾਂ ਕਿ ਸਾਇੰਸ ਦੀ ਇੰਨੀ ਔਖੀ ਪੜ੍ਹਾਈ ਹੁੰਦੀ ਹੈ, ਸਾਇੰਸ ਛੱਡ ਕੇ ਬਿਜ਼ਨਸ ਵੱਲ ਆ ਜਾਣਾ, ਹਾਊ ਈਜ਼ੀ ਔਰ ਚੈਲੰਜਿੰਗ ਵਾਸ ਦੈਟ?
ਜੀ ਬਿਲਕੁਲ ਐਕਚੁਅਲੀ ਜਦੋਂ ਆਪਾਂ ਕੋਈ ਵੀ ਲਾਈਫ ਪੈਥ ਚੇਂਜ ਕਰਦੇ ਆ ਉਹਦੇ ਵਿੱਚ ਕਾਫੀ ਮੁਸ਼ਕਲਾਂ ਆਉਂਦੀਆਂ ਆ ਸ਼ੁਰੂ ਦੇ ਵਿੱਚ ਵੀ ਮੈਨੂੰ ਵੀ ਬਹੁਤ ਔਖਾ ਲੱਗਿਆ ਸੀਗਾ ਮੈਂ ਹਮੇਸ਼ਾ ਆਪਣੇ ਆਪ ਨੂੰ ਪੁੱਛੀ ਜਾਵਾਂ ਕਿ ਮੈਂ ਠੀਕ ਕਰਦੀ ਹਾਂ ਮੈਂ ਸਹੀ ਡਿਸੀਜ਼ਨ ਲਈ ਆ ਮੀਨਸ ਕਿ ਉਹ ਡਾਊਟ ਤਾਂ ਹਮੇਸ਼ਾ ਹੁੰਦਾ ਹੀ ਆ ਸ਼ੁਰੂ ਦੇ ਵਿੱਚ ਰਾਈਟ ਮਨ ਦੇ ਵਿੱਚ ਇਹ ਵੀ ਆ ਜਾਂਦਾ ਕਿ ਵੀ ਮੈਂ ਇਹ ਜਿਹੜੀ ਪੜ੍ਹਾਈ ਕੀਤੀ ਹੈ ਮੇਰੇ ਕਿਸ ਕੰਮ ਆਉਣੀ ਆ ਕਿਸ ਕੰਮ ਦੀ ਆਉਣੀ ਹੈਗੀ ਆ ਬਿਲਕੁਲ ਬਟ ਸਮਟਾਈਮਸ ਇੰਗਲਿਸ਼ ਵਿੱਚ ਅਸੀਂ ਕਹਿੰਦੇ ਕਿ ਯੂ ਹੈਵ ਟੂ ਟੇਕ ਅ ਲੀਪ ਆਫ ਫੇਥ ਅਤੇ ਸੋ ਮੈਂ ਜੰਪ ਮਾਰੀ ਸੋ ਹੌਲੀ ਹੌਲੀ ਕੁਛ ਟਾਈਮ ਬਾਅਦ ਕੁਛ ਗੱਲਾਂ ਸਟਾਰਟਡ ਟੂ ਮੇਕ ਮੋਰ ਸੈਂਸ ਟੂ ਮੀ ਬਟ ਸ਼ੁਰੂ ਦੇ ਵਿੱਚ ਯੂ ਰਾਈਟ ਮੈਨੂੰ ਬਹੁਤ ਡਰ ਲੱਗਦਾ ਸੀਗਾ ਮੈਂ ਆਪਣੇ ਆਪ ਨੂੰ ਡਾਊਟ ਕਰਦੀ ਸੀ ਮੈਂ ਸਹੀ ਡਿਸੀਜ਼ਨ ਲਈ ਗਲਤ ਡਿਸੀਜ਼ਨ ਲਈ ਆ ਬਟ ਨੈਚੁਰਲੀ ਥੋੜ੍ਹੇ ਟਾਈਮ ਬਾਅਦ ਜਦੋਂ ਮੈਂ ਐਡਜਸਟ ਕਰ ਲਿਆ ਮੈਨੂੰ ਫਿਰ ਥੋੜ੍ਹਾ ਜਿਹਾ ਈਜ਼ੀ ਲੱਗਣ ਲੱਗ ਪਿਆ ਸੀਗਾ ਸੋ ਜਦੋਂ ਮੈਂ ਫਾਈਨੈਂਸ ਆਫਿਸ ਦੇ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਉਹਦੇ ਵਿੱਚ ਮੇਰੀ ਕਾਫੀ ਨੌਲੇਜ ਵੱਧ ਗਈ ਸੀਗੀ ਖਾਸ ਕਰਕੇ ਅਬਾਊਟ ਫਾਈਨੈਂਸਿਸ ਸੋ ਉਸ ਦੇ ਵਿੱਚ ਇੰਕਲੂਡ ਹੁੰਦਾ ਆ ਆਪਣੇ ਫੋਰ ਐਗਜ਼ਾਮਪਲ ਕ੍ਰੈਡਿਟ ਬਿਊਰੋ ਦੇ ਬਾਰੇ ਮੈਨੂੰ ਕੁਛ ਨਹੀਂ ਪਤਾ ਸੀਗਾ ਸੋ ਉਹ ਮੈਂ ਨੈਚੁਰਲੀ ਮੈਂ ਸਿੱਖਿਆ ਕਿਉਂਕਿ ਸਾਡਾ ਜਿਹੜੀ ਸਾਡੀ ਜੋਬ ਆ ਉੱਥੇ ਡੀਲਰਸ਼ਿਪ 'ਤੇ ਅਸੀਂ ਕਸਟਮਰਸ ਨੂੰ ਲੋਨ ਦਿੰਦੇ ਹੈਗੇ ਆ ਬੈਂਕ ਵੱਲੋਂ ਫੋਰ ਐਗਜ਼ਾਮਪਲ ਤੁਸੀਂ ਗੱਡੀ ਲੈਣੀ ਹੋਵੇ ਤੁਸੀਂ ਬੈਂਕ ਤੋਂ ਲੋਨ ਲੈਣਾ ਹੋਵੇ ਤੁਸੀਂ ਆ ਕੇ ਮੈਨੂੰ ਮਿਲੋਗੇ ਸੋ ਪਹਿਲਾਂ ਅਸੀਂ ਤੁਹਾਡੀ ਕ੍ਰੈਡਿਟ ਚੈੱਕ ਕਰਨਾ ਆ ਫਿਰ ਅਸੀਂ ਤੁਹਾਨੂੰ ਦੱਸੂਗੇ ਕਿ ਤੁਹਾਡੀ ਕਿੰਨੇ ਬਜਟ ਦੇ ਵਿੱਚ ਤੁਹਾਡੀ ਗੱਡੀ ਤੁਸੀਂ ਲੈ ਸਕਦੇ ਆ ਫਿਰ ਅਸੀਂ ਤੁਹਾਨੂੰ ਕੌਂਟਰੈਕਟ ਦੇ ਬਾਰੇ ਦੱਸੂਗੇ ਤੁਹਾਡੀ ਕਿਸ਼ਤ ਕਿੰਨੀ ਹੋਊਗੀ ਤੁਹਾਡਾ ਰੇਟ ਆਫ ਇੰਟਰਸਟ ਕਿੰਨਾ ਹੋਊਗਾ ਸੋ ਉਹਦੇ ਵਿੱਚ ਮੈਂ ਕਾਫੀ ਕੁਝ ਸਿੱਖ ਗਈ ਸੀਗੀ ਅਬਾਊਟ ਦ ਫਾਈਨੈਂਸਿਸ ਕ੍ਰੈਡਿਟ ਬਿਊਰੋ ਨੂੰ ਕਿੱਦਾਂ ਵਧੀਆ ਸਕੋਰ ਰੱਖਣਾ ਹੈਗਾ ਆ ਆਪਣੀ ਜਿਹੜੀ ਪਰਸਨਲ ਫਾਈਨੈਂਸਿਸ ਆ ਉਹਨਾਂ ਨੂੰ ਕਿੱਦਾਂ ਮੈਨੇਜ ਕਰਨਾ ਹੈਗਾ ਆ ਦੂਸਰੇ ਲੋਨਸ ਦੇ ਬਾਰੇ ਮੋਰਗੇਜਸ ਦੇ ਬਾਰੇ ਲਾਈਨਸ ਆਫ ਕ੍ਰੈਡਿਟ ਦੇ ਬਾਰੇ ਮੈਨੂੰ ਕਾਫੀ ਉਹ ਹੌਲੀ ਹੌਲੀ ਮੈਨੂੰ ਨੌਲੇਜ ਆਉਣ ਲੱਗ ਪਈ ਸੀ ਮੈਂ ਕਾਫੀ ਕੁਝ ਸਿੱਖ ਗਈ ਸੀਗੀ ਕਿਉਂਕਿ ਉਸ ਟਾਈਮ 'ਤੇ ਮੇਰੇ 2 ਸੀਨੀਅਰ ਫਾਈਨੈਂਸ ਮੈਨੇਜਰ ਮੇਰੇ ਨਾਲ ਕੰਮ ਕਰਦੇ ਸੀ ਮੈਂ ਤਾਂ ਉਦੋਂ ਜੂਨੀਅਰ ਹੀ ਸੀਗੀ ਮੈਂ ਤਾਂ ਉਹਨਾਂ ਨੂੰ ਦੇਖਦੀ ਸੀਗੀ ਅਤੇ ਉਹਨਾਂ ਤੋਂ ਮੈਂ ਹੌਲੀ ਹੌਲੀ ਸਾਰਾ ਕੁਝ ਸਿੱਖਿਆ ਹੈਗਾ ਆ ਸੋ ਇਹਦੇ ਵਟ ਆਈ ਵਾਂਟ ਟੂ ਸੇ ਇਜ਼ ਦੈਟ ਜਿਹੜੀ ਇਹ ਨੌਲੇਜ ਆ ਫਾਈਨੈਂਸਿਸ ਦੇ ਬਾਰੇ ਜੋ ਮੈਂ ਦੇਖਿਆ ਆ ਸਾਡੇ ਕਸਟਮਰਸ ਦੇ ਨਾਲ ਕਿ ਖਾਸ ਕਰਕੇ ਜਿਹੜੀਆਂ ਲੇਡੀਜ਼ ਆ ਵੂਮੈਨ ਆ ਉਹਨਾਂ ਨੂੰ ਬਹੁਤ ਘੱਟ ਨੌਲੇਜ ਆ ਇਸ ਦੇ ਬਾਰੇ ਐਂਡ ਜਦੋਂ ਸਾਨੂੰ ਮਿਲਣ ਆਉਂਦੇ ਸੀਗੇ ਮੈਂ ਕਾਫੀ ਕੇਸਿਸ ਦੇਖਿਆ ਜਿਨ੍ਹਾਂ ਦੇ ਵਿੱਚ ਉਹਨਾਂ ਨੂੰ ਕੁਛ ਪਤਾ ਹੀ ਨਹੀਂ ਹੈਗਾ ਆਪਣੇ ਪਰਸਨਲ ਫਾਈਨੈਂਸਿਸ ਦੇ ਬਾਰੇ ਮੈਂ ਤੁਹਾਡੀ ਇਹ ਗੱਲ ਸੁਣਦੇ ਸੁਣਦੇ ਯਾਦ ਆ ਰਿਹਾ ਲਾਸਟ ਵੈਨਸਡੇ ਹੀ ਅਸੀਂ ਇਸੇ ਟੌਪਿਕ ਦੇ ਉੱਤੇ ਗੱਲਬਾਤ ਕੀਤੀ ਕਿ ਸਾਡੀ ਕਮਿਊਨਿਟੀ ਦੇ ਵਿੱਚ ਔਰਤਾਂ ਮੋਸਟ ਆਫ ਦਾ ਟਾਈਮਸ ਜਿਹੜੀਆਂ ਆਪਣੇ ਫਾਈਨਾਂਸਿਸ ਵੀ ਆਪ ਮੈਨੇਜ ਨਹੀਂ ਕਰਦੀਆਂ ਬਹੁਤੀ ਵਾਰੀ ਇਹ ਜ਼ਿੰਮੇਵਾਰੀ ਅਸੀਂ ਆਦਮੀਆਂ 'ਤੇ ਹੀ ਛੱਡ ਦਿੰਦੇ ਹਾਂ ਜੀ ਇਹ ਬਹੁਤ ਹੈਰਾਨੀਜਨਕ ਗੱਲ ਹੈਗੀ ਹੈ ਪਰ ਮੈਨੂੰ ਲੱਗਦਾ ਕਿ ਸ਼ਾਇਦ ਹੌਲੀ ਹੌਲੀ ਥੋੜ੍ਹੀ ਚੇਂਜ ਆ ਰਹੀ ਆ ਜੀ ਬਿਲਕੁਲ ਐਂਡ ਯੂ ਆਰ ਰਾਈਟ ਕਿਉਂਕਿ ਇਹ ਗੱਲ ਮੈਂ ਵੀ ਨੋਟ ਕੀਤੀ ਸੀਗੀ ਕਿ ਆਮ ਤੌਰ 'ਤੇ ਮੋਸਟਲੀ ਜਿਹੜੇ ਆਦਮੀ ਆ ਉਹੀ ਹੈਂਡਲ ਕਰਦੇ ਹੈਗੇ ਆ ਫਾਈਨੈਂਸਿਸ ਐਂਡ ਮੈਂ ਇਹ ਗੱਲ ਜਦੋਂ ਮੈਂ ਦੇਖੀ ਸੀ ਮੈਨੂੰ ਵੀ ਕਾਫੀ ਹੈਰਾਨੀ ਹੋਈ ਸੀਗੀ ਮੈਨੂੰ ਵੀ ਬਹੁਤ ਡਿਫਰੈਂਟ ਮਹਿਸੂਸ ਹੋਇਆ ਸੀਗਾ ਕਿਉਂਕਿ ਮੇਰੇ ਡੈਡ ਨੇ ਹਮੇਸ਼ਾ ਮੈਨੂੰ ਕਿਹਾ ਕਿ ਐਕਚੁਅਲੀ ਡੈਡ ਮੈਂ ਤੁਹਾਨੂੰ ਉਹਨਾਂ ਦੀ ਗੱਲ ਦੱਸਦੀ ਹਾਂ ਉਹ ਹਮੇਸ਼ਾ ਕਹਿੰਦੇ ਆ ਕਿ ਜੇ ਤੁਸੀਂ ਕਾਮਯਾਬ ਹੋਣਾ ਚਾਹੁੰਦੇ ਆ ਇਨ ਕੈਨੇਡਾ 2 ਗੱਲਾਂ 'ਤੇ ਤੁਸੀਂ ਫੋਕਸ ਕਰਨਾ ਹੈਗਾ ਇੱਕ ਹੈਗਾ ਜਿਹੜੀ ਬੈਂਕ ਆ ਤੁਸੀਂ ਬੈਂਕ ਦੇ ਨਾਲ ਕੋਈ ਪੰਗਾ ਨਹੀਂ ਲੈਣਾ ਮੀਨਸ ਕਿ ਤੁਸੀਂ ਆਪਣੇ ਕ੍ਰੈਡਿਟ ਠੀਕ ਰੱਖਣਾ ਆ ਤੁਹਾਡੀਆਂ ਜਿਹੜੀਆਂ ਬਿੱਲ ਪੇਮੈਂਟਸ ਆ ਉਹ ਤੁਸੀਂ ਟਾਈਮ ਸਿਰ ਦੇਣੀਆਂ ਹੈਗੀਆਂ ਆ ਅਤੇ ਦੂਸਰੀ ਗੱਲ ਹੈਗੀ ਆ ਜਿਹੜੇ ਕੈਨੇਡਾ ਦੀ ਲਾਅ ਆ ਤੁਸੀਂ ਲਾਅ ਦੇ ਖਿਲਾਫ ਕਦੀ ਨਹੀਂ ਕੁਛ ਕਰਨਾ ਹੈਗਾ ਆ ਸੋ ਮੇਰੀ ਜਿਹੜੀ ਬੈਕਗਰਾਊਂਡ ਆ ਮੇਰੇ ਫਾਦਰ ਨੇ ਹਮੇਸ਼ਾ ਮੈਨੂੰ ਗਾਈਡ ਕੀਤਾ ਸੀਗਾ ਕਿ ਜਿਹੜੀ ਤੁਹਾਡਾ ਕ੍ਰੈਡਿਟ ਬਿਊਰੋ ਹੈਗਾ ਆ ਉਹਨੂੰ ਤੁਸੀਂ ਵਧੀਆ ਰੱਖਣਾ ਹੈਗਾ ਜਿਹੜੇ ਤੁਹਾਡੇ ਵੀਜ਼ਾ ਕਾਰਡ ਕ੍ਰੈਡਿਟ ਕਾਰਡ ਪੇਮੈਂਟ ਆ ਉਹ ਤੁਸੀਂ ਟਾਈਮ ਸਿਰ ਦੇਣੀਆਂ ਹੈਗੀਆਂ ਅਤੇ ਬਾਕੀ ਵੀ ਜਿਹੜੇ ਤੁਹਾਡੀ ਫਾਈਨੈਂਸਿਸ ਆ ਉਹ ਵਧੀਆ ਤੁਸੀਂ ਰੱਖਣੇ ਹੈਗੇ ਕਿਉਂਕਿ ਕੈਨੇਡਾ ਦੇ ਵਿੱਚ ਬਹੁਤ ਜ਼ਰੂਰੀ ਹੈਗਾ ਆ ਜਿਹੜਾ ਤੁਹਾਡਾ ਕ੍ਰੈਡਿਟ ਬਿਊਰੋ ਆ ਕਿਉਂਕਿ ਸਾਰਾ ਕੁਛ ਕ੍ਰੈਡਿਟ ਸਿਸਟਮ 'ਤੇ ਤੁਰਦਾ ਹੈਗਾ ਆ ਸੋ ਜੋ ਤੁਸੀਂ ਗਾਂ ਫਿਊਚਰ ਦੇ ਵਿੱਚ ਗੱਡੀ ਦਾ ਲੋਨ ਲਓਗੇ ਜਾਂ ਫਿਰ ਤੁਸੀਂ ਮੋਰਗੇਜ ਲਓਗੇ ਸਾਰਾ ਤੁਹਾਡੇ ਕ੍ਰੈਡਿਟ 'ਤੇ ਡਿਪੈਂਡ ਹੁੰਦਾ ਹੈਗਾ ਆ ਸੋ ਇਹ ਚੀਜ਼ਾਂ ਤੁਸੀਂ ਆਪਣੀ ਫੈਮਿਲੀ ਦੇ ਵਿੱਚੋਂ ਹੀ ਸਿੱਖ ਲਈਆਂ ਜੀ ਇੱਕ ਗੱਲ ਦੱਸੋ ਜੀਵਨ ਜੇ ਫੈਮਿਲੀ ਬਿਜ਼ਨਸ ਨਾ ਹੁੰਦਾ ਫਿਰ ਕੀ ਤੁਸੀਂ ਬਿਜ਼ਨਸ ਵੱਲ ਜਾਣ ਦੀ ਸੋਚਦੇ
very good question. शायद मैं ना होਵਾਂ I think ਕਿਉਂਕਿ ਮੈਂ ਮੇਰੇ ਫਾਦਰ ਨਾਲ ਰਹਿੰਦੀ ਸੀਗੀ ਮਦਰ ਨਾਲ ਰਹਿੰਦੀ ਸੀਗੀ ਜੋ ਤੁਸੀਂ ਇੱਕ ਰੋਲ ਮਾਡਲ ਦੇ ਨਾਲ ਰਹਿੰਦੇ ਆ ਉਹਦੇ ਨਾਲ ਕਾਫੀ ਤੁਹਾਨੂੰ ਅਫੈਕਟ ਹੁੰਦਾ ਆ ਕਿਉਂਕਿ ਤੁਸੀਂ ਡੇਲੀ ਉਹਨਾਂ ਨੂੰ ਦੇਖਦੇ ਆ ਉਹ ਉੱਠਦੇ ਆ ਕੰਮ 'ਤੇ ਜਾਂਦੇ ਹੈਗੇ ਆ ਅਤੇ ਜੋ ਉਹ ਕੰਮ 'ਤੇ ਸਿੱਖਦੇ ਆ ਉਹ ਮੇਰੇ ਨਾਲ ਆ ਕੇ ਸ਼ੇਅਰ ਕਰਦੇ ਸੀਗੇ ਸੋ ਆਈ ਥਿੰਕ ਸ਼ਾਇਦ ਮੈਂ ਨਾ ਬਿਜ਼ਨਸ ਦੇ ਵਿੱਚ ਹੋਵਾਂ ਜੇ ਇੱਦਾਂ ਹੁੰਦਾ ਬਟ ਲੱਕਲੀ ਇਟ ਹੈਪਨਡ ਰਾਈਟ ਜੋ ਵੀ ਹੁੰਦਾ ਵਧੀਆ ਹੁੰਦਾ ਹੈਗਾ ਆ ਸੋ ਯਾ ਜਸਟ ਗੋਇੰਗ ਬੈਕ ਮੈਂ what I want to mention is that ਜਿਹੜੀਆਂ women ਆ we need to focus on financial awareness financial responsibility ਠੀਕ ਹੈ ਤੁਸੀਂ ਫੈਮਿਲੀ ਦੇ ਵਿੱਚ ਰਹਿੰਦੇ ਪਰਿਵਾਰ ਨਾਲ ਰਹਿੰਦੇ ਆ ਯੂ ਸ਼ੁੱਡ ਹੈਵ ਸਮ ਨੌਲੇਜ ਅਬਾਊਟ ਈਚ ਅਦਰਸ ਫਾਈਨੈਂਸਿਸ ਜਿਹੜੀ ਤੁਹਾਡੀ ਹਾਊਸ ਹੋਲਡ ਇਨਕਮ ਹੈਗੀ ਆ ਕਿਉਂਕਿ ਸਾਰੇ ਚਿਪ ਇਨ ਕਰਦੇ ਹੈਗੇ ਆ ਮੋਸਟਲੀ ਇਨ ਕੈਨੇਡਾ ਰਾਈਟ ਬਟ ਇੰਨਾ ਵੀ ਨਾ ਹੋਵੇ ਕਿ ਤੁਸੀਂ ਸਾਰਾ ਕੁਝ ਤੁਹਾਡੇ ਹਸਬੈਂਡ 'ਤੇ ਜਾਂ ਪਾਰਟਨਰ 'ਤੇ ਤੁਸੀਂ ਪਾ ਦਿਓ ਰਾਈਟ ਸੋ ਵੀ ਨੀਡ ਟੂ ਹੈਵ ਦਿਸ ਐਂਡ ਐਕਚੁਅਲੀ ਜਿਹੜੀ ਹੋਰ ਵੀ ਗੱਲ ਮੈਂ ਮੈਂਸ਼ਨ ਕਰਨਾ ਚਾਹੂੰਗੀ ਜਿਹੜਾ ਆਪਣਾ ਕ੍ਰੈਡਿਟ ਸਿਸਟਮ ਹੈਗਾ ਆ ਜਾਂ ਫਿਰ ਤੁਸੀਂ ਟੈਕਸ ਸਿਸਟਮ ਵੀ ਦੇਖ ਲਓ ਰਾਈਟ ਚਲੋ ਮੈਂ ਤਾਂ ਕੈਨੇਡਾ ਦੀ ਜੰਮਪਲ ਹੈਗੀ ਆ ਇੱਥੇ ਸਾਡੀ ਐਜੂਕੇਸ਼ਨ ਸਿਸਟਮ ਦੇ ਵਿੱਚ ਇੱਦਾਂ ਕੋਈ ਕੋਰਸ ਨਹੀਂ ਹੈਗਾ ਅੱਛਾ ਕੋਈ ਆਪਾਂ ਨੂੰ ਸਿਖਾਉਂਦੇ ਨਹੀਂ ਹੈਗੇ ਕ੍ਰੈਡਿਟ ਸਿਸਟਮ ਦੇ ਬਾਰੇ ਟੈਕਸਿਸ ਕਿੱਦਾਂ ਭਰਨੇ ਹੈਗੇ ਆ ਸੋ ਜਿਹੜੇ ਇੱਥੇ ਇਮੀਗ੍ਰੈਂਟਸ ਆਉਂਦੇ ਆ ਜਾਂ ਸਟੂਡੈਂਟਸ ਆਉਂਦੇ ਆ ਉਹਨਾਂ ਨੂੰ ਬਹੁਤ ਮੁਸ਼ਕਿਲ ਆਉਂਦਾ ਆ ਪਰ ਮੈਂ ਇਹ ਵੀ ਕਹਿ ਸਕਦੀ ਹਾਂ ਕਿ ਜਿਹੜੇ ਇੱਥੇ ਦੇ ਜੰਮਪਲ ਆ ਉਹਨਾਂ ਨੂੰ ਵੀ ਕਾਫੀ ਮੁਸ਼ਕਿਲਾਂ ਆਉਂਦੀਆਂ ਆ ਕਿਉਂਕਿ ਸਾਡੀ ਐਜੂਕੇਸ਼ਨ ਸਿਸਟਮ ਦੇ ਵਿੱਚ ਇੱਦਾਂ ਕੋਈ ਕੋਰਸ ਹੈ ਹੀ ਨਹੀਂ ਕੋਈ ਸਿਖਾਉਂਦਾ ਨਹੀਂ ਹੈਗਾ ਸੋ ਆਈ ਐਮ ਹੋਪਿੰਗ ਨੈਕਸਟ ਈਅਰ ਆਪਣੀ ਜਿਹੜੀ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਆ ਪੰਜਾਬ ਭਵਨ ਉਸ ਦੇ ਵਿੱਚ ਅਸੀਂ ਸੋਚਦੇ ਹਾਂ ਕਿ ਕੋਈ ਫ੍ਰੀ ਸੈਮੀਨਾਰ ਹੋਵੇ ਜਾਂ ਫ੍ਰੀ ਕੋਰਸ ਹੋਵੇ ਜਿਸ ਦੇ ਵਿੱਚ ਅਸੀਂ ਕ੍ਰੈਡਿਟ ਸਿਸਟਮ ਦੇ ਬਾਰੇ ਟੈਕਸਿਸ ਦੇ ਬਾਰੇ ਅਸੀਂ ਲੋਕਾਂ ਨੂੰ ਸਿਖਾ ਸਕੀਏ ਕਿ ਕਿੱਦਾਂ ਕਰਨਾ ਕਿੱਦਾਂ ਟੈਕਸਿਸ ਭਰਨੇ ਹੈਗੇ ਕ੍ਰੈਡਿਟ ਸਕੋਰ ਨੂੰ ਕਿੱਦਾਂ ਅਪ ਰੱਖਣਾ ਹੈਗਾ ਆ ਉਹਦੇ ਬਾਰੇ ਅਸੀਂ ਨੌਲੇਜ ਸ਼ੇਅਰ ਕਰੀਏ ਇੱਕ ਦੂਜੇ ਦੇ ਨਾਲ ਤਾਂ ਕਿ ਆਪਾਂ ਸਿੱਖ ਸਕੀਏ ਰਾਈਟ ਤੁਸੀਂ ਪੰਜਾਬ ਭਵਨ ਦਾ ਜ਼ਿਕਰ ਕੀਤਾ ਮੈਨੂੰ ਪਤਾ ਲੱਗਾ ਕਿ ਕਈ NGOs ਦੇ ਨਾਲ ਤੁਸੀਂ ਜੁੜੇ ਹੋਏ ਹੋ ਖਾਸ ਕਰਕੇ ਜਿਹੜੀਆਂ ਭਾਰਤ ਦੀਆਂ ਵੀ NGOs ਹੈਗੀਆਂ ਉਹਦੇ ਵਿੱਚ ਮਮਤਾ ਫਾਊਂਡੇਸ਼ਨ ਹੈਗੀ ਆ ਇੱਕ ਸਰਬੱਤ ਦਾ ਭਲਾ ਹੈ ਗੁਰੂ ਨਾਨਕਸ ਫ੍ਰੀ ਕਿਚਨ ਹੈ ਤੁਸੀਂ ਉਹਨਾਂ ਨਾਲ ਵੀ ਜੁੜੇ ਹੋਏ ਹੋ ਜਦੋਂ ਕਿਸੇ NGO ਦੇ ਨਾਲ ਤੁਸੀਂ ਜੁੜਦੇ ਹੋ ਤੁਹਾਡਾ ਕੀ ਪਰਪਸ ਹੈ ਅਤੇ ਜਿਹੜੀ NGO ਆ ਉਹਨੂੰ ਤੁਸੀਂ ਕਿੱਦਾਂ ਚੂਜ਼ ਕਰਦੇ ਹੋ ਕਿਉਂਕਿ ਹਜ਼ਾਰਾਂ NGOs ਹੈਗੀਆਂ ਕਿ ਮੈਂ ਕਿਹੜੀ NGO ਦੇ ਨਾਲ ਜੁੜਨਾ ਚਾਹੁੰਦੀ ਹਾਂ ਅਤੇ ਮੈਂ ਕੀ ਅਚੀਵ ਕਰਨਾ ਚਾਹੁੰਦੀ ਹਾਂ ਜੀ ਬਿਲਕੁਲ ਵੈਰੀ ਗੁੱਡ ਕੁਐਸਚਨ ਜਿਸ ਤਰ੍ਹਾਂ ਤੁਸੀਂ ਮੈਂਸ਼ਨ ਕੀਤਾ ਅਸੀਂ ਕਾਫੀ NGOs ਦੇ ਨਾਲ ਜੁੜੇ ਹਾਂ ਇੱਥੇ ਵੀ ਐਂਡ ਇੰਡੀਆ ਵੀ ਅਸੀਂ ਕਾਫੀ ਸੋਸ਼ਲ ਵਰਕ ਕਰਦੇ ਹੈਗੇ ਐਕਚੁਅਲੀ ਮੇਰੇ ਫਾਦਰ ਨੈਕਸਟ ਮੰਥ ਇੰਡੀਆ ਚੱਲੇ ਉਹਨਾਂ ਨੇ ਵੀ ਕਾਫੀ ਉੱਥੇ ਸੋਸ਼ਲ ਵਰਕ ਕਰਨਾ ਹੈਗਾ ਥੋੜ੍ਹਾ ਕੋਵਿਡ ਕਰਕੇ ਅਸੀਂ ਨਹੀਂ ਕਰ ਸਕੇ ਜਿੰਨਾ ਹੋ ਸਕਿਆ ਅਸੀਂ ਕਰਦੇ ਹਾਂ ਬਿਜ਼ਨਸ ਚਲਾਉਣਾ ਤਾਂ ਇੱਕ ਗੱਲ ਹੈਗੀ ਆ ਪਰ ਜਦੋਂ ਤੁਸੀਂ ਇੱਕ ਲੈਵਲ 'ਤੇ ਪਹੁੰਚ ਜਾਂਦੇ ਆ ਤੁਹਾਡਾ ਇੱਕ ਇਨਸਾਨੀਅਤ ਤੌਰ ਇੱਕ ਫਰਜ਼ ਵੀ ਬਣਦਾ ਹੈਗਾ ਆ ਕਿ ਤੁਹਾਨੂੰ ਦੂਸਰਿਆਂ ਦੀ ਹੈਲਪ ਕਰਨੀ ਚਾਹੀਦੀ ਹੈਗੀ ਆ ਜਦੋਂ ਅਸੀਂ NGOs ਨੂੰ ਚੂਜ਼ ਕਰਦੇ ਹੈਗੇ ਆ ਪਹਿਲਾਂ ਅਸੀਂ ਦੇਖਦੇ ਹਾਂ ਕਿ NGOs ਇਨ ਕੈਨੇਡਾ NGOs ਇਨ ਇੰਡੀਆ ਰਾਈਟ ਕਿਉਂਕਿ ਉਹਨਾਂ ਦੀਆਂ ਵੱਖਰੀਆਂ ਨੀਡਸ ਹੁੰਦੀਆਂ ਆ ਮੇਰਾ ਐਕਸਪੀਰੀਅੰਸ ਆ ਕਿਉਂਕਿ ਮੈਂ ਤਾਂ ਇੰਡੀਆ ਕਈ ਵਾਰ ਗਈ ਹਾਂ ਮੈਂ ਸ਼ੁਰੂ ਤੋਂ ਵੈਰੀ ਯੰਗ ਏਜ ਤੋਂ ਮੇਰੇ ਪੇਰੈਂਟਸ ਮੈਨੂੰ ਇੰਡੀਆ ਲੈ ਕੇ ਜਾਂਦੇ ਸੀਗੇ ਮੈਂ ਜਿਹੜੀ ਗਰੀਬੀ ਆ ਪੋਵਰਟੀ ਆ ਉਹ ਮੈਂ ਬਹੁਤ ਨੇੜਿਓਂ ਦੇਖੀ ਆ ਕਿਉਂਕਿ ਮੈਂ ਇੰਡੀਆ ਜਾਂਦੀ ਰਹਿੰਦੀ ਸੀਗੀ ਐਂਡ ਆਈ ਥਿੰਕ ਉਹਦੇ ਨਾਲ ਮੈਨੂੰ ਵੀ ਕਾਫੀ ਅਫੈਕਟ ਹੋਇਆ ਹੈਗਾ ਆ ਕਿਉਂਕਿ ਜਦੋਂ ਮੈਂ ਇੰਡੀਆ ਜਾਂਦੀ ਸੀਗੀ ਮੈਂ ਉੱਥੇ ਪੋਵਰਟੀ ਦੇਖਦੀ ਸੀ ਗਰੀਬੀ ਦੇਖਦੀ ਸੀਗੀ ਅਤੇ ਉਹ ਮੈਨੂੰ ਬਹੁਤ ਇੱਕਦਮ ਸ਼ੌਕ ਲੱਗਿਆ ਕਿਉਂਕਿ ਮੈਂ ਤਾਂ ਇੱਥੇ ਕੈਨੇਡਾ ਦੀ ਜੰਮ ਪਲਿਆ ਰਾਈਟ ਜਦੋਂ ਮੈਂ ਫਿਰ ਕੈਨੇਡਾ ਵਾਪਸ ਆਉਂਦੀ ਸੀਗੀ ਮੈਨੂੰ ਤਾਂ ਕੈਨੇਡਾ ਸਵਰਗ ਵਾਂਗੂ ਲੱਗਦਾ ਸੀਗਾ ਰਾਈਟ ਮੈਨੂੰ ਫਿਰ ਉਹਦੇ ਨਾਲ ਅਹਿਸਾਸ ਵੀ ਹੋਇਆ ਕਿ ਅਸੀਂ ਕਿੰਨੇ ਲੱਕੀ ਹੈਗੇ ਆ ਰਾਈਟ ਟੂ ਲਿਵ ਹੀਅਰ ਸੋ ਜਿਹੜੀ NGOs ਦੀ ਗੱਲ ਹੈਗੀ ਆ ਅਸੀਂ ਪਹਿਲਾਂ ਦੇਖਦੇ ਹਾਂ ਕਿ ਉਹਨਾਂ ਦੇ ਕੀ ਨੀਡਸ ਆ ਰਾਈਟ ਕਾਫੀ ਅਸੀਂ ਉਹਨਾਂ ਦੇ ਬਾਰੇ ਪਹਿਲਾਂ ਰਿਸਰਚ ਕਰਦੇ ਹੈਗੇ ਆ ਮੇਰਾ ਪਰਸਨਲ ਬਿਲੀਵ ਹੈਗਾ ਆ ਕਿ ਜਿਹੜੀ NGOs ਇਨ ਇੰਡੀਆ ਉਹਨਾਂ ਦੀ
they need more actually compared to NGOs in Canada. Yes, ਇੱਥੇ ਵੀ ਕੈਨੇਡਾ ਦੇ ਵਿੱਚ ਪੋਵਰਟੀ ਹੈਗੀ ਆ, ਗਰੀਬੀ ਹੈਗੀ ਆ, ਪਰ ਉਹ ਥੋੜ੍ਹੇ ਡਿਫਰੈਂਟ ਕਿਸਮ ਦੀ ਗਰੀਬੀ ਹੈਗੀ ਆ, ਮੈਨੂੰ ਫੀਲ ਹੁੰਦਾ ਆ। ਜਿਹੜੀ ਆਪਣੀ ਇੰਡੀਆ ਜਾਂ ਫਿਰ ਕੋਈ ਹੋਰ ਥਰਡ ਵਰਲਡ ਕੰਟਰੀ ਤੁਸੀਂ ਦੇਖੋ, ਉਹ ਪੋਵਰਟੀ ਐਕਸਟ੍ਰੀਮ ਪੋਵਰਟੀ ਹੁੰਦੀ ਹੈਗੀ ਆ। ਸੋ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਮੋਸਟਲੀ ਜਿਹੜੇ NGOs ਅਸੀਂ ਇੰਡੀਆ ਦੇ ਵਿੱਚ ਅਸੀਂ ਉਹਨਾਂ ਦੇ ਨਾਲ ਕਨੈਕਟਡ ਹਾਂ। ਦੂਸਰੀ ਗੱਲ ਹੈਗੀ, ਮੇਰੇ ਫਾਦਰ ਤਾਂ ਬਹੁਤ ਇੰਡੀਆ ਜਾਂਦੇ ਹੈਗੇ ਆ, ਉਹ ਕਾਫੀ NGOs ਦੇ ਬਾਰੇ ਪਹਿਲਾਂ ਰਿਸਰਚ ਕਰਦੇ ਹੈਗੇ ਆ, ਦੇਖਦੇ ਹੈਗੇ ਆ ਕਿ ਉਹਨਾਂ ਦੀ ਜਿਹੜੀ ਨੀਡ ਆ ਉਹ ਜੈਨੂਇਨ ਨੀਡ ਹੈਗੀ ਆ। ਫਿਰ ਬੇਸਡ ਔਨ ਦੈਟ ਫਿਰ ਅਸੀਂ ਡਿਸਾਈਡ ਕਰਦੇ ਹੈਗੇ ਆ ਕਿ ਕਿਹੜੀ NGOs ਨਾਲ ਕਨੈਕਟ ਕਰਨਾ, ਕਿਹਨਾਂ ਦੇ ਨਾਲ ਸ਼ਾਇਦ ਨਹੀਂ ਕਰਨਾ ਹੈਗਾ ਆ। ਸੋ ਸੁੱਖੀ ਬਾਟ ਮੋਟਰਸ ਦੇ ਤੌਰ ਤੇ ਹੀ ਤੁਸੀਂ ਕਨੈਕਟਡ ਹੈਗੇ ਹੋ, ਪਰਸਨਲ ਲੈਵਲ ਤੇ ਨਹੀਂ, ਹੈ ਨਾ? ਬਿਲਕੁਲ ਯਾ। ਸੋ ਸਾਡੀ ਇੱਕ ਆਰਗੇਨਾਈਜੇਸ਼ਨ, ਜਿਸ ਤਰ੍ਹਾਂ ਮੈਂਸ਼ਨ ਕੀਤਾ ਸੀ, ਪੰਜਾਬ ਭਵਨ ਆ। ਸੋ ਉਹ ਸਾਡੀ ਫੈਮਿਲੀ ਉਹ ਆਰਗੇਨਾਈਜ਼ ਅਸੀਂ ਕਰਦੇ ਹੈਗੇ ਆ। ਐਂਡ we do all of the social work under that name, under ਪੰਜਾਬ ਭਵਨ's name। ਜੀ ਜੀਵਨ, ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਪੰਜਾਬੀ ਬਹੁਤ ਸੋਹਣੀ ਤੁਸੀਂ ਬੋਲਦੇ ਹੋ, ਅਤੇ ਕੀ ਪੰਜਾਬੀ ਤੁਸੀਂ ਸਕੂਲ ਦੇ ਵਿੱਚ ਪੜ੍ਹੀ ਲਿਖੀ ਹੈ, ਘਰ ਹੀ ਸਿੱਖੀ ਹੈ, ਜਾਂ ਕਿਵੇਂ ਪੋਸੀਬਲ ਹੋਇਆ? ਜੀ ਬਿਲਕੁਲ। ਸੋ ਐਕਚੁਅਲੀ ਜਦੋਂ ਮੈਂ ਛੋਟੀ ਸੀਗੀ, ਪਹਿਲਾਂ ਮੈਂ ਇੱਥੇ ਐਲੀਮੈਂਟਰੀ ਸਕੂਲ ਜਾਂਦੀ ਸੀ, ਉੱਥੇ ਆਪਾਂ ਇੰਗਲਿਸ਼ ਸਿੱਖਦੇ ਸੀਗੇ। ਉਸ ਤੋਂ ਬਾਅਦ ਮੇਰੀ ਐਕਚੁਅਲੀ ਇਹਦੇ ਵਿੱਚ ਕਾਫੀ ਕ੍ਰੈਡਿਟ ਮੈਂ ਮੇਰੀ ਮੰਮੀ ਨੂੰ ਦਊਂਗੀ, ਕਿਉਂਕਿ ਉਹਨਾਂ ਨੇ ਐਵਰੀ ਡੇ ਮੈਨੂੰ ਅਤੇ ਮੇਰੇ ਬ੍ਰਦਰ ਨੂੰ ਉਹ ਪੰਜਾਬੀ ਸਕੂਲ ਲੈ ਕੇ ਜਾਂਦੇ ਸੀਗੇ। ਅੱਛਾ। ਸੋ ਐਵਰੀ ਡੇ, ਚਲੋ ਪਹਿਲਾਂ ਤਾਂ ਰੈਗੂਲਰ ਸਕੂਲ ਹੁੰਦਾ ਸੀਗਾ, ਫਿਰ 4 ਵਜੇ ਤੋਂ ਲੈ ਕੇ 5:30 ਵਜੇ ਤੱਕ ਪੰਜਾਬੀ ਸਕੂਲ ਸੀਗਾ। ਅੜਦੇ ਨਹੀਂ ਸੀ ਹੁੰਦੇ ਸੀ ਵੀ ਨਹੀਂ ਜਾਣਾ? ਜਾਂ ਅੜਦੇ ਸੀਗੇ, ਜਾਂ ਕਿਉਂਕਿ ਦਿਲ ਨਹੀਂ ਕਰਦਾ ਸੀਗਾ। ਮੈਂ ਚਾਹੁੰਦੀ ਸੀ ਕਿ ਮੈਂ ਮੇਰੇ ਫਰੈਂਡਾਂ ਦੇ ਨਾਲ ਬਾਹਰ ਖੇਡਾਂ, ਜਾਂ ਪੜ੍ਹਾਈ ਦੇ ਵਿੱਚ ਹੁੰਦਾ ਨਹੀਂ ਸੀ, ਕਿਉਂਕਿ ਏਜ ਸੀਗੀ, ਯੰਗ ਏਜ ਸੀਗੀ, ਰਾਈਟ। ਨਾਲੇ ਇਹ ਹੁੰਦਾ ਕਿ ਸਕੂਲ ਦੇ ਵਿੱਚ ਜੋ ਪੜ੍ਹਾਇਆ ਜਾਂਦਾ ਉਹ ਤਾਂ ਮਜਬੂਰੀ ਬਸ ਪੜ੍ਹਨਾ ਹੀ ਪੈਣਾ, ਤੇ ਇਹ ਹੁਣ ਵਾਧੂ ਹੀ ਬੋਝ, ਇਹ ਹੁਣ ਵਾਧੂ ਹੀ ਆ। ਯੈਸ। ਸੋ ਐਕਚੁਅਲੀ ਇਹਦੇ ਵਿੱਚ ਮੈਂ ਕਾਫੀ ਕ੍ਰੈਡਿਟ ਮੇਰੀ ਮਮ ਨੂੰ ਦਊਂਗੀ, ਕਿਉਂਕਿ ਉਹਨਾਂ ਨੇ ਸਾਨੂੰ ਜ਼ਬਰਦਸਤੀ ਨਾਲ ਤਾਂ ਨਹੀਂ, ਬਟ ਉਹਨਾਂ ਨੇ ਸਾਨੂੰ ਕਾਫੀ ਮੋਟੀਵੇਟ ਕੀਤਾ ਆ। ਦੂਸਰੀ ਗੱਲ ਇਹ ਹੈਗੀ ਆ ਕਿ ਇਹਦੇ ਵਿੱਚ ਬਿਗ ਫੈਕਟਰ ਇਹ ਹੈਗਾ ਆ ਕਿ ਮੇਰੇ ਫਾਦਰ ਆ, ਉਹਨਾਂ ਨੂੰ ਤਾਂ ਇੰਗਲਿਸ਼ ਵੀ ਆਉਂਦੀ ਆ, ਪੰਜਾਬੀ ਵੀ ਆਉਂਦੀ ਆ, ਪਰ ਜਿਹੜੇ ਮੇਰੇ ਮਮ ਆ, ਉਹ ਹਮੇਸ਼ਾ ਮੈਨੂੰ ਅਤੇ ਮੇਰੇ ਬ੍ਰਦਰ, ਉਹ ਹਮੇਸ਼ਾ ਪੰਜਾਬੀ 'ਚ ਗੱਲ ਕਰਦੇ ਸੀਗੇ। ਯੈਸ। ਸੋ ਆਈ ਥਿੰਕ ਉਹਦੇ ਨਾਲ ਕਾਫੀ ਅਸੀਂ ਪੰਜਾਬੀ ਸਿੱਖ ਗਏ, ਕਿਉਂਕਿ ਅਸੀਂ ਜੇ ਇੰਗਲਿਸ਼ ਦੇ ਵਿੱਚ ਵੀ ਜਵਾਬ ਦੇਣਾ, ਉਹਨਾਂ ਨੇ ਜੋ ਮਰਜ਼ੀ ਹੋ ਜਾਵੇ, ਉਹਨਾਂ ਨੇ ਪੰਜਾਬੀ 'ਚ ਜਵਾਬ ਦੇਣਾ ਸੀਗਾ। ਸੋ ਆਈ ਥਿੰਕ ਉਹ ਵੀ ਕਾਫੀ ਅਫੈਕਟ ਹੋਇਆ। ਐਂਡ ਈਵਨ ਮੇਰੇ ਡੈਡ ਆ, ਉਹਨਾਂ ਨੇ ਵੀ ਆਈ ਥਿੰਕ ਲਾਈਕ 80% ਪੰਜਾਬੀ ਗੱਲ ਕਰਨੀ, 20% ਕਿਤੇ ਨਾ ਕਿਤੇ ਜੇ ਆਫਿਸ ਹੁੰਦੇ ਆ ਇੰਗਲਿਸ਼ ਦੇ ਵਿੱਚ ਗੱਲ ਕਰਨੀ ਸੀ। ਇਹ ਦੱਸੋ ਕਿ ਅੱਜ ਤੁਸੀਂ ਕੀ ਮਹਿਸੂਸ ਕਰਦੇ ਹੋ ਕਿ ਪੰਜਾਬੀ ਸਿੱਖ ਕੇ ਚੰਗਾ ਕੀਤਾ? ਕੋਈ ਬੈਨੀਫਿਟ ਹੋਇਆ ਤੁਹਾਨੂੰ? ਬਹੁਤ ਜ਼ਿਆਦਾ, ਬਹੁਤ ਜ਼ਿਆਦਾ। ਇੱਕ ਬੈਨੀਫਿਟ ਵੀ ਹੋਇਆ, ਪਰ ਇੱਕ ਮੈਨੂੰ ਪ੍ਰਾਊਡ ਫੀਲ ਵੀ ਹੁੰਦਾ ਆ, ਕਿਉਂਕਿ ਮੈਂ ਅਕਸਰ ਜਦੋਂ ਮੈਂ ਦਫ਼ਤਰ ਹੁੰਦੀ, ਮੈਂ ਜੇ ਕੋਈ ਪੰਜਾਬੀ ਕਸਟਮਰ ਆ ਜਾਂਦਾ, ਮੈਂ ਪੰਜਾਬੀ 'ਚ ਗੱਲ ਕਰਨ ਲੱਗ ਜਾਂਦੀ ਹਾਂ। ਜੇ ਕੋਈ ਇੰਗਲਿਸ਼ ਕਸਟਮਰ ਆ, ਮੈਂ ਇੰਗਲਿਸ਼ 'ਚ ਗੱਲ ਕਰਨ ਲੱਗ ਜਾਂਦੀ ਹਾਂ, ਅਤੇ ਲੋਕ ਕਾਫੀ ਹੈਰਾਨ ਹੋ ਜਾਂਦੇ ਆ ਕਿ ਇਹਨੂੰ ਪੰਜਾਬੀ ਕਿੱਦਾਂ ਆਉਂਦੀ ਹੈਗੀ ਆ। ਸੋ ਐਕਚੁਅਲੀ ਮੈਨੂੰ ਬਹੁਤ ਵਧੀਆ ਮਹਿਸੂਸ ਹੁੰਦਾ, ਮੈਨੂੰ ਬਹੁਤ ਪ੍ਰਾਊਡ ਫੀਲ ਹੁੰਦਾ ਆ ਕਿ ਮੈਨੂੰ ਪੰਜਾਬੀ ਬੋਲਣੀ ਆਉਂਦੀ ਆ, ਜਿੰਨੀ ਵੀ ਆਉਂਦੀ ਆ, ਨਾਲ ਮੈਂ ਪੜ੍ਹ ਵੀ ਸਕਦੀ ਹੈਗੀ ਆ। ਸੋ ਆਈ ਫੀਲ ਵੈਰੀ ਪ੍ਰਾਊਡ। ਐਂਡ ਮੈਂ ਜਿਹੜੇ ਲਿਸਨਰਸ ਆ, ਸਪੈਸ਼ਲੀ ਆਪਣੇ ਜਿਹੜੇ ਕੈਨੇਡੀਅਨ ਬੋਰਨ ਆ, ਮੈਂ ਉਹਨਾਂ ਨੂੰ ਵੀ ਕਹਿਣਾ ਚਾਹੂੰਗੀ ਕਿ ਤੁਸੀਂ ਵੀ ਪੰਜਾਬੀ ਸਿੱਖੋ, ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਬਿਕਾਜ਼ ਇਨ ਕੈਨੇਡਾ ਜਿੰਨੀਆਂ ਤੁਹਾਨੂੰ ਜ਼ਿਆਦੀਆਂ ਬੋਲੀਆਂ ਆਉਂਦੀਆਂ ਆ, ਉਹ ਤੁਹਾਡਾ ਹੀ ਫਾਇਦਾ ਹੋਊਗਾ, ਤੁਹਾਨੂੰ ਜ਼ਿਆਦੀਆਂ ਓਪਰਚੁਨਿਟੀਜ਼ ਮਿਲੂਗੀਆਂ। ਸੋ ਆਈ ਇਨਕਰੇਜ ਐਵਰੀਵਨ, ਪਲੀਜ਼ ਜਿਹੜੀ ਆਪਣੀ ਮਾਂ ਬੋਲੀ ਆ, ਉਹਨੂੰ ਤੁਸੀਂ ਸਿੱਖੋ, ਜਿੰਨੀ ਵੀ ਤੁਸੀਂ ਸਿੱਖ ਸਕਦੇ ਆ। ਐਂਡ ਮੈਂ ਐਕਚੁਅਲੀ ਈਵਨ ਕੌਂਟਲੈਂਡ ਯੂਨੀਵਰਸਿਟੀ 'ਤੇ ਵੀ ਮੈਂ ਪੰਜਾਬੀ ਦੀਆਂ ਕੋਰਸਿਸ ਮੈਂ ਲਈਆਂ ਸੀਗੀਆਂ। ਅੱਛਾ। ਅਤੇ ਮੇਰੀ ਟੀਚਰ ਸੀ ਉਸ ਟਾਈਮ 'ਤੇ, ਬਹੁਤ ਵਧੀਆ ਟੀਚਰ ਸੀ। ਉਹਨਾਂ ਨੇ ਹਮੇਸ਼ਾ ਇੱਕ ਗੱਲ ਉਹ ਸਾਨੂੰ ਕਹਿੰਦੀ ਸੀਗੀ, ਉਹ ਕਹਿੰਦੀ ਸੀ ਕਿ ਜਿਹੜਾ ਵੀ ਪਰਸਨ ਪੰਜਾਬੀ ਸਿੱਖਣ ਦੀ ਕੋਸ਼ਿਸ਼ ਕਰਦਾ ਆ, ਜਿੱਦਾਂ ਵੀ ਉਹ ਬੋਲਦੇ ਹੈਗੇ ਆ, ਕਈ ਵਾਰੀ ਹੁਣ ਮੈਂ ਵੀ ਬੋਲਦੀ ਹਾਂ, ਕਈ ਵਾਰੀ ਗਲਤ ਕੁਛ ਬੋਲ ਹੋ ਜਾਂਦਾ ਆ, ਉਹਨਾਂ 'ਤੇ ਤੁਸੀਂ ਕਦੀ ਹੱਸੋ ਨਾ, ਕਿਉਂਕਿ ਉਹ ਐਫਰਟ ਕਰ ਰਿਹਾ ਜਾਂ ਕਰ ਰਹੀ ਆ, ਰਾਈਟ।
ਅਤੇ ਜਦੋਂ ਤੁਸੀਂ ਉਹਨਾਂ 'ਤੇ ਹੱਸਦੇ ਆ ਉਹ ਫਿਰ ਡਿਸਕਰੇਜ ਹੋ ਜਾਂਦੇ ਆ। ਸੋ ਮੈਂ ਕਾਫੀ ਮੇਰੀਆਂ ਹੁਣ ਭਾਣਜੀਆਂ ਵੀ ਆ, ਉਹ ਵੀ ਹੁਣ ਸਿੱਖਦੀਆਂ ਆ। ਕਈ ਵਾਰੀ ਉਹਨਾਂ ਦੇ ਵਿੱਚ ਕੁਛ ਪ੍ਰੋਨਾਂਸੀਏਸ਼ਨ ਸ਼ਾਇਦ ਗਲਤ ਹੋ ਜਾਂਦੀ ਆ, ਅਤੇ ਮੈਂ ਦੇਖਿਆ ਕਿ ਲੋਕ ਫਿਰ ਸਮਟਾਈਮਸ ਹੱਸਦੇ ਆ ਕਿ ਇਹ ਕਿੱਦਾਂ ਬੋਲਦੇ ਆ, ਰਾਈਟ। ਪਰ ਮੈਂ ਸਾਰਿਆਂ ਨੂੰ ਇਹ ਕਹਿਣਾ ਚਾਹੂੰਗੀ ਕਿ ਪਲੀਜ਼ ਤੁਸੀਂ ਹੱਸੋ ਨਾ, ਐਟਲੀਸਟ ਉਹ ਕੋਸ਼ਿਸ਼ ਤਾਂ ਕਰ ਰਿਹਾ। ਮੈਂ ਤੁਹਾਨੂੰ ਦੱਸਦੀ ਹਾਂ, ਹੱਸਦੇ ਤਾਂ ਜ਼ਰੂਰ ਹੈਗੇ ਆ। ਜੀਵਨ ਪਤਾ ਕੀ ਹੁੰਦਾ, ਥੋੜ੍ਹਾ ਜਿਹਾ ਇੱਥੇ ਵੀ ਨਾ ਇੱਕ ਮਿਸਕਮਿਊਨੀਕੇਸ਼ਨ ਆ। ਜਦੋਂ ਇੱਥੇ ਦੇ ਬੱਚੇ ਪੰਜਾਬੀ ਬੋਲਦੇ ਆ ਨਾ, ਅਸੀਂ ਜਿਹੜਾ ਹੱਸਦੇ ਆ ਨਾ, ਸਾਨੂੰ ਅੰਦਰੋਂ ਤਾਂ ਖੁਸ਼ੀ ਹੋ ਰਹੀ ਹੁੰਦੀ ਆ, ਸਾਨੂੰ ਕਿਊਟ ਲੱਗਦੇ ਆ। ਅਸੀਂ ਉਹਨਾਂ ਦੇ ਮਗਰ ਬੋਲ ਕੇ ਦੇਖਦੇ ਹਾਂ, ਜਿੱਦਾਂ ਰਾੜੇ ਨੂੰ ਰਾਰਾ ਬੋਲ ਦੇਣਾ, ਉਹਨਾਂ ਨੇ ਕੁਰੀ ਕਹਿ ਦੇਣਾ, ਉਹ ਸਾਨੂੰ ਚੰਗਾ ਲੱਗਦਾ, ਸਾਨੂੰ ਕਿਊਟ ਲੱਗਦਾ, ਸਾਡਾ ਹਾਸਾ ਮੱਲੋ ਮੱਲੀ ਨਿਕਲ ਜਾਂਦਾ। ਪਰ ਉਹ ਬੱਚੇ ਐਂਬੈਰਸਡ ਫੀਲ ਕਰਦੇ ਆ ਕਿ ਸ਼ਾਇਦ ਸਾਡੇ ਉੱਤੇ ਹੱਸਿਆ ਜਾ ਰਿਹਾ। ਸਾਡੇ ਕੁਝ ਕਾਲਰਸ ਮੇ ਵੀ ਗੱਲ ਕਰਨਾ ਚਾਹੁੰਦੇ ਨੇ ਜੀਵਨ ਦੇ ਨਾਲ। 6042040600 'ਤੇ ਤੁਸੀਂ ਇਹਨਾਂ 15 ਕੁ ਮਿੰਟਾਂ ਦੇ ਵਿੱਚ ਕਾਲ ਕਰ ਸਕਦੇ ਹੋ। 604-204-0600 'ਤੇ ਇਸ ਵੇਲੇ ਸਟੂਡੀਓ ਦੀਆਂ ਸਾਡੀਆਂ ਟੈਲੀਫੋਨ ਲਾਈਨਸ ਖੋਲ੍ਹੀਆਂ ਨੇ, ਤੁਸੀਂ ਹੈਡਫੋਨ ਲੈ ਲਓ ਪਲੀਜ਼। ਜੀਵਨ ਲਓ ਜੀ, ਪਹਿਲੇ ਕਾਲਰ ਲੈ ਰਹੇ ਹਾਂ, ਦੇਖਦੇ ਹਾਂ ਕੌਣ ਨੇ ਪਹਿਲੇ ਕਾਲਰ। ਹੈਲੋ ਹੈਲੋ ਜੀ, ਤੁਸੀਂ ਔਨ ਏਅਰ ਹੋ। ਹੈਲੋ ਨਵਜੋਤ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਦੈਟਸ ਅ ਸਰਪ੍ਰਾਈਜ਼ ਕਾਲ। ਹਾਂ, ਦੇਖੋ, ਜਦੋਂ ਤੁਹਾਡੀ ਜ਼ਿੰਦਗੀ ਦੇ ਜਿਹੜੇ ਸਟਾਰ ਜਿਨ੍ਹਾਂ ਤੇ ਤੁਸੀਂ ਬੜਾ ਮਾਣ ਕਰਦੇ, ਜਦੋਂ ਤੁਹਾਡੇ ਵਰਗੇ ਜਿਹੜੇ ਹੋਸਟ ਨੇ ਉਹਨਾਂ ਦੇ ਪ੍ਰੋਗਰਾਮ ਦੇ ਵਿੱਚ ਜਾਂਦੇ ਨੇ, ਪੇਰੈਂਟਸ, ਇਟਸ ਵੈਰੀ ਵੈਰੀ ਹੈਪੀ ਮੋਮੈਂਟਸ। ਥੈਂਕ ਯੂ ਸੋ ਮਚ, ਥੈਂਕ ਯੂ ਜੀ। ਸੋ ਅੱਜ ਮੇਰੇ ਨਾਲ ਜੀਵਨ ਹੈ। ਮੈਨੂੰ ਉਮੀਦ ਹੈ ਕਿ ਤੁਸੀਂ ਪ੍ਰੋਗਰਾਮ ਸੁਣ ਰਹੇ ਸੀ ਅਤੇ ਕਾਫੀ ਵਾਰ ਤੁਹਾਡਾ ਜ਼ਿਕਰ ਆਇਆ, ਨਾ ਚਾਹੁੰਦੇ ਹੋਏ ਵੀ ਉਹਨੂੰ ਜ਼ਿਕਰ ਕਰਨਾ ਹੀ ਪੈ ਰਿਹਾ ਸੀ, ਕਿਉਂਕਿ ਉਹ ਬਹੁਤ ਮਾਣ ਮਹਿਸੂਸ ਕਰਦੀ ਆ ਤੁਹਾਡੇ ਉੱਤੇ। ਅਤੇ ਮੈਨੂੰ ਇਸ ਗੱਲ ਦਾ ਵੀ ਪੂਰਾ ਯਕੀਨ ਹੈ ਕਿ ਤੁਹਾਨੂੰ ਵੀ ਆਪਣੀ ਬੇਟੀ 'ਤੇ ਬਹੁਤ ਮਾਣ ਹੋਏਗਾ। ਕੋਈ ਖਾਸ ਗੱਲ ਅੱਜ ਆਪਣੀ ਧੀ ਨੂੰ ਇਹੋ ਜਿਹੀ ਕਹਿਣੀ ਹੋਵੇ ਜਿਹੜੀ ਤੁਸੀਂ ਹੁਣ ਤੱਕ ਨਾ ਕਹੀ ਹੋਵੇ ਸਾਰੇ ਸੁਣਨ ਵਾਲਿਆਂ ਦੇ ਸਾਹਮਣੇ? ਵੈਸੇ ਨਵਜੋਤ, ਇੱਕ ਤਾਂ ਤੁਹਾਡਾ ਵੈਸੇ ਧੰਨਵਾਦ ਮੈਂ ਕਰਦਾ, ਜਿਹੜੇ ਯੂਥ ਨੂੰ ਤੁਸੀਂ ਇਨਕਰੇਜ ਕਰਦੇ ਹੋ, ਕਮਿਊਨਿਟੀ ਦੇ ਵਿੱਚ ਇਨਵੋਲਵ ਕਰਦੇ ਹੋ, ਸ਼ੇਰੇ ਪੰਜਾਬ ਦਾ ਵੀ ਮੈਂ ਵੈਰੀ ਮੱਚ ਅਪਰੀਸ਼ੀਏਟ ਇਟ। ਵੈਸੇ ਮੇਰੀ ਤਾਂ ਜੀਵਨ ਦੇ ਵਿੱਚ ਇੱਦਾਂ ਦੀਆਂ ਕੋਈ ਗੱਲਾਂ ਹੈ ਨਹੀਂ ਜਿਹੜੀਆਂ ਅਸੀਂ ਕਦੀ ਕੀਤੀਆਂ ਨਾ ਹੋਣ ਇੱਕ ਦੂਜੇ ਨਾਲ। ਤੇ ਮੈਂ ਕਹਾਂਗਾ ਵੀ ਆਮ ਦੀ ਤਰ੍ਹਾਂ ਜਿੱਦਾਂ ਹਰ ਪੇਰੈਂਟਸ ਦੀ ਹੁੰਦੀ ਆ, ਉਹਨਾਂ ਦੇ ਘਰ ਜਿਹੜੇ ਬੱਚੇ ਨੇ, ਬੇਸ਼ੱਕ ਮੁੰਡਾ ਹੈ ਜਾਂ ਕੁੜੀ ਹੈ, ਉਹਨੂੰ ਉਹ ਵਧੀਆ ਪਾਲਣਾ ਪੋਸ਼ਣ ਕਰਦੇ ਨੇ। ਪਰ ਸਾਰੀ ਤੁਸੀਂ ਮੈਂ ਸੁਸਾਇਟੀ 'ਚ 45 ਸਾਲ ਤੋਂ ਰਹਿਣਾ, ਮੇਰੀ ਸਾਰੀ ਉਮਰ ਲਈ ਲੱਗ ਗਈ ਇਸ ਗੱਲ ਤੇ, ਕੁੜੀਆਂ ਬਰਾਬਰਤਾ ਲਿਆਉਣ ਦੇ ਉੱਤੇ, ਵੀ ਕੁੜੀਆਂ ਤੇ ਕੋਈ ਫਰਕ ਨਹੀਂ ਗਾ। ਤੇ ਮੇਰੀ ਮੈਂ ਵੀ ਇੱਥੇ ਫੀਲ ਗੁੱਡ ਕਰਦਾ ਵੀ ਮੈਂ ਕੋਸ਼ਿਸ਼ ਕੀਤੀ, ਪਰ ਮੈਨੂੰ ਉਦੋਂ ਵੀ ਜ਼ਿਆਦਾ ਖੁਸ਼ੀ ਇਸ ਗੱਲ ਦੀ ਆ ਕਿ ਜੀਵਨ ਨੇ ਉਹਨੂੰ ਸਾਬਤ ਕਰਤਾ ਵੀ ਮੁੰਡੇ ਤਾਂ ਕੁੜੀ ਦੇ ਵਿੱਚ ਕੋਈ ਵੀ ਅੰਤਰ ਨਹੀਂ ਹੈ। ਜਿਸ ਦਿਨ ਇਹਦਾ ਜਨਮ ਹੋਇਆ ਉਸ ਦਿਨ ਤੋਂ ਲੈ ਕੇ ਇਹਦਾ ਬ੍ਰਦਰ ਇਹ ਤੋਂ 2 ਸਾਲ ਵੱਡਾ ਹੈ, ਉਹਨੂੰ ਜੋ ਮਿਲਿਆ ਇਹਨੂੰ ਉਹੀ ਮਿਲਿਆ। ਜਿੰਨੀ ਉਹਨੂੰ ਛੁੱਟੀ ਮਿਲੀ ਓਨੀ ਉਹਨੂੰ ਛੁੱਟੀ ਮਿਲੀ। ਜੋ ਕਿਸੇ ਵੀ ਚੀਜ਼ ਤੇ, ਇੱਥੇ ਤੱਕ ਵੀ ਕਹਿ ਲਓ ਵੀ ਜਾਇਦਾਦਾਂ ਦੇ ਵਿੱਚ, ਐਸਟ ਦੇ ਵਿੱਚ ਵੀ ਮੈਂ ਇੰਨਾ ਪੂਰਾ ਕਦੀ ਫਰਕ ਨਹੀਂ ਇਹਨਾਂ ਦੇ ਵਿੱਚ ਕੀਤਾ। ਜੋ ਮੁੰਡੇ ਨੂੰ ਦਿੱਤਾ ਉਹੀ ਇਹਨੂੰ ਦੇ ਰਿਹਾ। ਸੋ ਆਈ ਐਮ ਸੋ ਪ੍ਰਾਊਡ। ਇਹਦੇ ਵਿੱਚ ਇੱਕ ਮੈਂ ਸ਼ਾਰਟ ਦੇ ਵਿੱਚ ਨਵਜੋਤ ਕਹਾਂਗਾ, ਟਾਈਮ ਨੂੰ ਮੱਦੇਨਜ਼ਰ ਰੱਖਦੇ, ਮੇਰੀ ਵੀ ਥੋੜੀ ਕੋਸ਼ਿਸ਼ ਰਹੀ, ਪਰ ਇਹ ਜੀਵਨ ਦੀ ਬਹੁਤ ਜ਼ਿਆਦਾ ਕੋਸ਼ਿਸ਼ ਰਹੀ ਆ ਵੀ ਜੋ ਮੈਂ ਇੰਨਾ ਕਿਤੇ ਹੁਣ ਕਹਿ ਸਕਦਾ ਹੈਗਾ ਆ ਵੀ ਜੀਵਨ ਕਿਤੇ ਵੀ ਹੋਵੇ, ਕਿਸੇ ਵੀ ਹਾਲਾਤ ਵਿੱਚ ਹੋਵੇ, ਸ਼ੀ ਕੈਨ ਹੈਂਡਲ ਹਰਸੈਲਫ। ਇਹਦੇ ਵਿੱਚ ਸੁਖੀ ਜੀ ਤੁਸੀਂ ਮੁਬਾਰਕ ਦੇ ਹੱਕਦਾਰ ਹੋ। ਜਿੱਥੋਂ ਮੈਂ ਅੱਜ ਗੱਲ ਸ਼ੁਰੂ ਕੀਤੀ ਸੀ ਕਿ ਆਮ ਕਰਕੇ ਸਾਡੀ ਕਮਿਊਨਿਟੀ ਦੇ ਵਿੱਚ ਦੇਖੋ ਇਹੀ ਚੀਜ਼ ਸਮਝੀ ਜਾਂਦੀ ਹੈ ਕਿ ਜੋ ਕੁਝ ਬਾਪ ਦਾ ਹੈ ਉਹ ਬੇਟੇ ਦਾ ਹੈ। ਇਹ ਨਹੀਂ ਕਿਹਾ ਜਾਂਦਾ ਕਿ ਬੱਚੇ ਦਾ। ਈਵਨ ਹਾਲੇ ਤੱਕ ਵੀ ਸਾਡੀ ਕਮਿਊਨਿਟੀ ਦੇ ਵਿੱਚ ਔਰਤਾਂ ਜਿਹੜੀਆਂ ਜਾਇਦਾਦ ਦੀਆਂ ਬੇਸ਼ੱਕ ਕਾਨੂੰਨਨ ਤੌਰ ਦੇ ਉੱਤੇ ਬਰਾਬਰ ਦੀਆਂ ਹਿੱਸੇਦਾਰ ਹੈਗੀਆਂ, ਪਰ ਜੇ ਔਰਤ ਜਾਂ ਕੁੜੀ ਜਿਹੜੀ ਹੈ ਉਹਨੂੰ ਜਾਇਦਾਦ ਦਿੱਤੀ ਜਾਂਦੀ ਹੈ ਜਾਂ ਉਹ ਮੰਗ ਵੀ ਲੈਂਦੀ ਆਪਣਾ ਹੱਕ, ਅਤੇ ਉਹਨੂੰ ਚੰਗਾ ਨਹੀਂ ਸਮਝਿਆ ਜਾਂਦਾ। ਬਸ ਇਹੀ ਸਮਝਿਆ ਜਾਂਦਾ ਕਿ ਵੀ ਇਹਨੇ ਹੁਣ ਪੇਕਿਆਂ ਨਾਲੋਂ ਟੁੱਟ ਜਾਣਾ। ਤੁਸੀਂ ਵੀ ਇਹ ਐਗਜ਼ਾਮਪਲ ਸੈੱਟ ਕੀਤੀ ਆ ਕਿ ਆਪਣੀ ਬੇਟੀ ਨੂੰ ਬਿਜ਼ਨਸ ਦੇ ਵਿੱਚ ਬਿਲਕੁਲ ਬਰਾਬਰ ਰੱਖਿਆ, ਬੇਟੀ ਵਾਂਗ ਹੀ ਰੱਖਿਆ। ਹਾਂ ਬਿਲਕੁਲ ਜੀ। ਬਸ ਬਾਕੀ ਤੇ ਇਹਨਾਂ ਨੂੰ ਮੈਂ ਪੁੱਤ ਨਵਜੋਤ, ਜਿੱਦਾਂ ਰੋਜ਼ ਆਪਾਂ ਗੱਲ ਕਰਦੇ ਹਾਂ, ਮੈਂ ਇਹਨਾਂ ਨੂੰ ਅਕਸਰ ਇੱਕ ਗੱਲ ਕਹਿਣਾ, ਉਹਨਾਂ ਖਾਸ ਕਰ ਸਾਰੀਆਂ ਕੁੜੀਆਂ ਨੂੰ ਕਹੂੰਗਾ ਤੁਹਾਡੇ ਸੇਡਵੇ ਦੇ ਥਰੂ, ਕਿੰਜ ਮਰਜਾਉਣਾ ਸਾਨੂੰ ਇਸ ਦਾ ਇਲਮ ਨਹੀਂ, ਖੇਡਣ ਤੋਂ ਜੇਕਰ ਵੇਲ ਮਿਲੀ ਤਾਂ ਸੋਚਾਂਗੇ।
ਹਾਂ, ਇਹ ਤੁਸੀਂ ਚੜ੍ਹਦੀ ਕਲਾ ਚ ਰਹੋ ਔਰ ਮੁਰਝਾਉਣ ਵਾਲੇ ਬਾਰੇ ਸੋਚੋ ਹੀ ਨਾ, ਤੇ ਤੁਸੀਂ ਚੜ੍ਹਦੀ, ਆਪਣੇ ਹੱਕ ਤੁਸੀਂ ਆਪ ਲੈਣੇ ਨੇ, ਆਪਣੀ ਜਗ੍ਹਾ ਤੁਸੀਂ ਆਪ ਬਣਾਉਣੀ ਹੈ, ਤੁਹਾਡੀ ਆਪਣੀ ਇੱਕ ਜਗ੍ਹਾ ਇਸ ਭਾਈਚਾਰੇ ਦੇ ਵਿੱਚ ਆ। ਬੀ ਅ ਸਟਰੋਂਗ, ਫਰੰਟ ਲਾਈਨ ਤੇ ਖੜ ਕੇ, ਜਿੱਦਾਂ ਬਾਰਡਰ ਦੇ ਕਹਿੰਦੇ ਹੁੰਦੇ ਆ ਵੀ ਆਪਣੇ ਸਿਪਾਹੀ ਖੜੇ ਨੇ, ਤੁਸੀਂ ਓਨੇ ਹੀ ਜਿੰਨੇ ਮੁੰਡੇ ਖੜਦੇ ਨੇ ਓਨੀਆਂ ਤੁਸੀਂ ਖੜੋ। ਹਾਂ, ਤੁਹਾਨੂੰ ਥੋੜਾ ਮੁਸ਼ਕਿਲ ਆਏਗੀ ਪਰ ਯੂ ਕੈਨ ਡੂ ਇਟ। ਸੁਖੀ ਜੀ, ਇਸ ਤੋਂ ਪਹਿਲਾਂ ਕਿ ਤੁਸੀਂ ਫੋਨ ਲਾਈਨ ਕੱਟੋ, ਇੱਕ ਸਵਾਲ ਮੇਰਾ, ਬੇਸ਼ੱਕ ਮੈਂ ਜੀਵਨ ਨੂੰ ਪੁੱਛਣਾ ਸੀ, ਮੈਂ ਤੁਹਾਨੂੰ ਜ਼ਰੂਰ ਪੁੱਛਣਾ ਚਾਹੁੰਦੀ ਜੇ ਇਹਦਾ ਤੁਸੀਂ ਕੁਇਕਲੀ ਜਵਾਬ ਦੇ ਸਕੋ। ਜੀਵਨ ਦਾ ਵਿਆਹ ਹੋਣ ਤੋਂ ਬਾਅਦ ਜਾਂ ਜੀਵਨ ਦਾ ਵਿਆਹ ਜਦੋਂ ਹੋਣਾ ਸੀ, ਉਦੋਂ ਤੁਹਾਡੇ ਮਨ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਦੁਚਿੱਤੀ ਸੀ ਕਿ ਵੀ ਇਹ ਮੇਰੇ ਬਿਜ਼ਨਸ ਦੀ ਹਿੱਸੇਦਾਰ ਆ ਜਾਂ ਬਿਜ਼ਨਸ ਦੇ ਬਿਲਕੁਲ ਮੇਰੇ ਨਾਲ ਚੱਲ ਰਹੀ ਹੈ, ਹੁਣ ਵਿਆਹ ਹੋ ਜਾਊਗਾ ਤਾਂ ਹੁਣ ਕੀ ਹੋਊਗਾ? ਨਹੀਂ ਜੀ, ਜੇ ਤੁਸੀਂ ਨਾ ਜਦੋਂ ਤੁਸੀਂ ਬੱਚਿਆਂ ਨੂੰ, ਮੁੰਡੇ ਨੂੰ ਜਾਂ ਕੁੜੀ ਨੂੰ ਤੁਸੀਂ ਬਰਾਬਰ ਹੀ ਰੱਖਦੇ ਹੋ, ਫਿਰ ਕੁੜੀ ਦੇ ਵਿਆਹ ਤੋਂ ਪਹਿਲਾਂ ਇਹ ਗੱਲ ਕਿਉਂ ਸੋਚਦੇ ਹਾਂ, ਜਦ ਕਿ ਅਦਰ ਸਾਈਡ ਮੁੰਡੇ ਤੋਂ ਵਿਆਹ ਤੋਂ ਪਹਿਲਾਂ ਵੀ ਇਹ ਕਿਉਂ ਗੱਲ ਨਹੀਂ ਅਸੀਂ ਸੋਚਦੇ ਵੀ ਮੁੰਡਾ ਠੀਕ ਵੀ ਹੋਊਗਾ ਜਾਂ ਮੁੰਡੇ ਦੀ ਵਾਈਫ ਆਊਗੀ ਉਹ ਸਾਡੇ ਨਾਲ ਕਿੱਦਾਂ ਵਰਤਾਓ, ਉਹ ਅਸੀਂ ਸੋਚਦੇ ਨਹੀਂਗੇ। ਪਰ ਜਦੋਂ ਅਸੀਂ ਕੁੜੀ ਦਾ ਵਿਆਹ ਕਰਦੇ ਹਾਂ ਤੇ ਕੁੜੀ ਦੇ ਪ੍ਰਾਹੁਣੇ ਵੱਲ, ਪ੍ਰਾਹੁਣਾ ਮੈਂ ਕਹਿੰਦਾ ਹਸਬੈਂਡ, ਤੇ ਉਹਦੇ ਪਰਿਵਾਰ ਵੱਲ ਅਸੀਂ ਸੋਚਦੇ ਹਾਂ ਵੀ ਉਹ ਸਾਨੂੰ ਕਿੱਦਾਂ ਦੇ ਮਿਲਣਗੇ, ਕੀ ਇਹਦੇ ਨਾਲ ਅਸੀਂ ਕੀ ਲਾਈਏ ਜਾਂ ਕੀ ਨਾ ਲਾਈਏ, ਕੱਲ ਨੂੰ ਕੋਈ ਦੁਵਿਧਾ ਨਾ ਹੋ ਜਾਏ। ਪਰ ਮੁੰਡੇ ਕੁਛ ਵੀ ਨਹੀਂ ਸੋਚਦੇ, ਕਰਕੇ ਅਸੀਂ ਉਹ ਸਾਡੇ ਮਨ ਬਣੇ ਹੋਏ ਨੇ ਕਿ ਸਾਰਾ ਕੁਝ ਮੁੰਡੇ ਦਾ ਹੀ ਆ। ਥੈਂਕ ਯੂ ਸੋ ਮਚ ਸੁਖੀ ਜੀ। ਮੇਰੇ ਇਸ ਕੁਐਸਚਨ ਦੇ ਵਿੱਚ ਮੈਨੂੰ ਕਦੀ ਵੀ ਹੋਇਆ ਨਹੀਂਗਾ। ਪੜ੍ਹੇ ਲਿਖੇ ਇੱਥੇ ਦੇ ਬੋਰਡ ਨੇ, ਵਧੀਆ ਪੜ੍ਹਾਈਆਂ ਕੀਤੀਆਂ ਨੇ, ਇਹਨਾਂ 'ਚ ਸੈਲਫ ਕੌਨਫੀਡੈਂਸ ਮੈਂ ਪੈਦਾ ਜ਼ਰੂਰ ਕੀਤਾ ਆਪਣੀ ਪੂਰੀ ਕੋਸ਼ਿਸ਼ ਲਾ ਕੇ। ਤੇ ਕੱਲ ਇਹਨਾਂ ਦਾ ਫਿਊਚਰ ਇਹਨਾਂ ਦੇ ਆਪਣੇ ਹੱਥ ਆ, ਕਿੱਦਾਂ ਇਹਨੀ ਰਨ ਕਰਨਾ, ਆਪਣੇ ਇਹਨੀ ਰਾਈਟਸ ਕਿੱਦਾਂ ਲੈਣੇ ਆ, ਆਪਣੀ ਜ਼ਿੰਦਗੀ ਕਿੱਦਾਂ ਜੀਣੀ ਆ। ਤੇ ਨਵਜੋਤ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਤੇ ਜੀਵਨ ਪੁੱਤਰ, ਗੁੱਡ ਲੱਕ, ਸੀ ਯੂ ਸੂਨ। ਥੈਂਕ ਯੂ ਡੈਡ, ਥੈਂਕ ਯੂ ਸੋ ਮਚ। ਥੈਂਕ ਯੂ ਸੁਖੀ ਜੀ। ਕੀ ਕਹਿਣਾ ਚਾਹੋਗੇ? ਵਾਓ, ਮੈਨੂੰ ਤੁਸੀਂ ਇਮੋਸ਼ਨਲ ਕਰਤਾ। ਇਮੋਸ਼ਨਲ ਹੋ ਗਏ? ਇਟਸ ਨੈਚੁਰਲ। ਡੈਡ ਦੀਆਂ ਗੱਲਾਂ ਸੁਣ ਕੇ ਆਈ ਥਿੰਕ, ਕਿਉਂਕਿ ਡਾਟਰ ਫਾਦਰ ਦਾ ਕਾਫੀ ਸਪੈਸ਼ਲ ਰਿਸ਼ਤਾ ਹੁੰਦਾ ਆ, ਰਾਈਟ? ਸੋ ਥੈਂਕ ਯੂ ਸੋ ਮਚ ਡੈਡ, ਤੁਹਾਡੀਆਂ ਗੱਲਾਂ ਸੁਣ ਕੇ ਮੈਂ ਵੀ ਕਾਫੀ ਇਮੋਸ਼ਨਲ ਹੋ ਗਈ। ਹੁੰਦਾ ਹੈ ਜੀਵਨ। ਇਹਨਾਂ ਨੇ ਕੁਝ ਜਿਹੜੀ ਵੱਖਰੀ ਮਿਸਾਲ ਸੈੱਟ ਕੀਤੀ ਹੈ ਸੁਖੀ ਹੋਣਾ ਨੇ, ਅਤੇ ਤੁਸੀਂ ਵੀ ਇੱਕ ਡਾਟਰ ਦੇ ਤੌਰ ਦੇ ਉੱਤੇ ਬਿਲਕੁਲ ਵੱਖਰੇ ਤਰੀਕੇ ਦੇ ਨਾਲ ਇਹ ਆਮ ਕਰਕੇ ਮੈਂ ਜਿਵੇਂ ਮੈਨੂੰ ਲੱਗਦਾ ਤੀਜੀ ਚੌਥੀ ਵਾਰੀ ਇਹ ਗੱਲ ਹੋ ਗਈ ਕਿ ਸਾਡੀ ਕਮਿਊਨਿਟੀ ਦੇ ਵਿੱਚ ਇਹ ਨਹੀਂ ਹੁੰਦਾ। ਹੋ ਸਕਦਾ ਹੁਣ ਜਿਹੜਾ ਟਰੈਂਡ ਹੈ ਉਹ ਚੇਂਜ ਹੋ ਜਾਵੇ। ਇਹ ਵੀ ਇੱਕ ਕਲਚਰਲ ਗੱਲ ਹੀ ਹੁੰਦੀ ਸੀਗੀ ਕਿ ਵੀ ਜੋ ਕੁਛ ਹੈ ਮੁੰਡੇ ਦਾ ਹੋਏਗਾ, ਜੋ ਬਾਪ ਦਾ ਹੈ। ਹੋਰ ਸਾਡੇ ਕਲਚਰ ਦੇ ਵਿੱਚ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਨੇ ਜਿਨ੍ਹਾਂ 'ਤੇ ਕਈ ਵਾਰ ਸਾਡੇ ਇੱਥੇ ਦੇ ਕੈਨੇਡੀਅਨ ਬੋਰਨ ਬੱਚੇ ਜਿਹੜੇ ਨੇ ਉਹ ਸਵਾਲ ਉਠਾਉਂਦੇ ਨੇ, ਖਾਸ ਕਰਕੇ ਕੁੜੀਆਂ ਵੀ ਉਠਾਉਂਦੀਆਂ ਨੇ। ਮੁੰਡਿਆਂ ਨੂੰ ਬਹੁਤੀ ਸਮੱਸਿਆ ਕਦੇ ਨਾ ਉੱਥੇ ਇੰਡੀਆ ਦੇ ਵਿੱਚ ਆਈ ਸੀ, ਨਾ ਮੁੰਡਿਆਂ ਨੂੰ ਬਹੁਤੀ ਸਮੱਸਿਆ ਕੋਈ ਇੱਥੇ ਆਉਂਦੀ ਹੈ, ਪਰ ਚੈਲੰਜ ਆਉਂਦੇ ਆ ਕੁੜੀਆਂ ਨੂੰ ਆਉਂਦੇ ਆ ਬਹੁਤੀ ਵਾਰੀ। ਸੋ ਕਲਚਰਲ ਕੰਟੈਕਸਟ ਦੇ ਵਿੱਚ ਜਦੋਂ ਆਪਾਂ ਗੱਲ ਕਰਦੇ ਹਾਂ, ਜੇ ਕੁਝ ਖਾਸ ਗੱਲਾਂ ਦਾ ਤੁਸੀਂ ਜ਼ਿਕਰ ਕਰ ਸਕੋ ਕਿ ਤੁਸੀਂ ਇੰਡੋ ਕੈਨੇਡੀਅਨ ਹੋਣ ਦੇ ਨਾਤੇ ਆਪਣੇ ਕਲਚਰ ਦੇ ਵਿੱਚ ਆਹ ਜਿਹੜੀਆਂ ਪਰਟੀਕੂਲਰ ਚੀਜ਼ਾਂ ਆ ਇਹ ਤੁਹਾਨੂੰ ਬਹੁਤ ਪਸੰਦ ਆ, ਅਤੇ ਆਹ ਚੀਜ਼ਾਂ ਪਸੰਦ ਨਹੀਂ ਹੈਗੀਆਂ ਕਿਉਂਕਿ ਇਹ ਸਾਨੂੰ ਪਿੱਛੇ ਖਿੱਚਦੀਆਂ ਆ। ਬਿਲਕੁਲ ਜੀ। ਆਈ ਥਿੰਕ ਇਨ ਮਾਈ ਓਪੀਨੀਅਨ ਕੁਛ ਗੱਲਾਂ ਵਧੀਆ ਵੀ ਆ, ਕੁਛ ਗੱਲਾਂ ਹਜੇ ਆਪਾਂ ਨੂੰ ਥੋੜ੍ਹਾ ਉੱਤੇ ਵਰਕ ਔਨ ਵੀ ਕਰਨਾ ਪਊਗਾ। ਸਭ ਤੋਂ ਵੱਡੀ ਚੀਜ਼ ਜੋ ਮੈਂ ਦੇਖਦੀ ਹੈਗੀ ਆ ਇਨ ਫੀਮੇਲਸ ਆਪਣੇ ਕਲਚਰਸ ਦੇ ਵਿੱਚ, ਇੱਕ ਹੈਗੀ, ਡੈਡ ਨੇ ਵੀ ਮੈਂਸ਼ਨ ਕੀਤਾ ਹੈਗਾ, ਇਸ ਸੈਲਫ ਕੌਨਫੀਡੈਂਸ। ਇੱਕ ਉਹ ਨਹੀਂ ਹੈਗਾ, ਨਹੀਂ ਹੈਗਾ। ਆਈ ਥਿੰਕ ਮੈਂ ਰੀਜ਼ਨ ਕੀ ਹੈ? ਰੀਜ਼ਨ ਇਹ ਆ ਕਿ ਆਈ ਥਿੰਕ ਵੂਮਨ ਦੇ ਪਿੱਛੇ ਉਹਨਾਂ ਦੀ ਸਪੋਰਟ ਸਿਸਟਮ ਨਹੀਂ ਹੈਗੀ। ਹੁਣ ਤੁਸੀਂ ਅੱਜ ਮੈਨੂੰ ਦੇਖਦੇ ਆ, ਤੁਸੀਂ ਮੈਨੂੰ ਦੇਖਦੇ ਆ ਜੀਵਨ ਬਾਥ, ਰਾਈਟ? ਪਰ ਤੁਸੀਂ ਇਹ ਨਹੀਂ ਦੇਖਦੇ ਕਿ ਮੇਰੇ ਪਿੱਛੇ ਮੈਨੂੰ ਕਿੰਨੀ ਸਪੋਰਟ ਮਿਲਦੀ ਹੈਗੀ ਆ, ਮੇਰੇ ਮਦਰ ਤੋਂ, ਮੇਰੇ ਫਾਦਰ ਤੋਂ, ਮੇਰੇ ਬ੍ਰਦਰ ਤੋਂ, ਮੇਰੀ ਭਾਬੀ ਤੋਂ, ਈਵਨ ਮੇਰੀ ਹਸਬੈਂਡ ਦੀ ਫੈਮਿਲੀ, ਰਾਈਟ? ਮੇਰੇ ਹਸਬੈਂਡ ਤੋਂ, ਰਾਈਟ? ਸੋ ਉਹਦੇ ਵਿੱਚ ਮੈਨੂੰ ਕਾਫੀ, ਜਦੋਂ ਉਹ ਮੈਨੂੰ ਸਪੋਰਟ ਕਰਦੇ ਆ, ਉਹ ਮੈਨੂੰ ਚੀਅਰ ਔਨ ਕਰਦੇ ਆ ਕਿ ਤੂੰ ਜੋ ਵੀ ਕਰਨਾ ਅਸੀਂ ਤੇਰੇ ਨਾਲ ਖੜੇ ਆ, ਰਾਈਟ? ਉਹਦੇ ਨਾਲ ਮੇਰਾ ਸੈਲਫ ਕੌਨਫੀਡੈਂਸ ਇਨਕਰੀਜ਼ ਹੁੰਦਾ, ਵੱਧਦਾ। ਜੇ ਪਰਿਵਾਰ ਨਾਲ ਹੈਗਾ, ਜੇ ਫੈਮਿਲੀ ਨਾਲ ਹੈਗੀ ਆ, ਪਹਿਲੀ ਚੀਜ਼ ਇਹੀ ਹੈ ਤੇ ਤੁਸੀਂ ਦੁਨੀਆ ਜਿੱਤ ਸਕਦੇ ਹੋ।
ਐਂਡ ਐਬਸੋਲੂਟਲੀ ਰਾਈਟ ਕਿਉਂਕਿ ਜੋ ਤੁਹਾਡਾ ਪਰਿਵਾਰ ਤੁਹਾਡੇ ਨਾਲ ਖੜਾ ਆ ਉਹ ਫਿਰ ਤੁਹਾਨੂੰ ਐਕਸਾਈਟਮੈਂਟ ਹੁੰਦੀ ਆ ਰਾਈਟ ਕਿ ਮੈਂ ਜੋ ਵੀ ਕਰਨਾ ਚਾਹੁੰਦੀ ਹਾਂ ਮੈਂ ਕਰ ਸਕਦੀ ਹੈਗੀ ਹਾਂ। ਸੋ ਆਮ ਤੌਰ 'ਤੇ ਮੈਂ ਦੇਖਿਆ ਹੈਗਾ ਆਪਣੀ ਕਮਿਊਨਿਟੀ ਦੇ ਵਿੱਚ ਆਪਣੇ ਕਲਚਰ ਦੇ ਵਿੱਚ ਜਿਹੜੀ ਡਾਟਰ ਆ ਉਹਨੂੰ ਉਹ ਸਪੋਰਟ ਸ਼ਾਇਦ ਨਹੀਂ ਮਿਲਦਾ ਜਿਨ੍ਹਾਂ ਨੂੰ ਮਿਲਣਾ ਚਾਹੀਦਾ ਆ। ਦੈਟ ਇਜ਼ ਵਨ ਆਫ ਦ ਬਿਗੇਸਟ ਥਿੰਗਸ। ਐਂਡ ਫਿਰ ਜਦੋਂ ਮੈਂ ਵੂਮਨ ਨੂੰ ਦੇਖਦੀ ਹਾਂ ਉਹ ਕੌਨਫੀਡੈਂਸ ਨਹੀਂ ਹੈਗਾ ਗੱਲ ਕਰਨ ਦਾ, ਜਾਂ ਫਿਰ ਆਪਾਂ ਪਹਿਲਾਂ ਫਾਈਨੈਂਸਿਸ ਦੇ ਬਾਰੇ ਗੱਲ ਕੀਤੀ ਸੀਗੀ, ਉਹ ਕੌਨਫੀਡੈਂਸ ਨਹੀਂ ਹੈਗਾ। ਦੈਟ ਇਜ਼ ਵਨ ਆਫ ਦ ਮੇਨ ਥਿੰਗਸ। ਪਰ ਮੈਂ ਇਹ ਵੀ ਕਹਿ ਸਕਦੀ ਹਾਂ ਕਿ ਆਪਣੀ ਕਲਚਰ ਦੇ ਵਿੱਚ ਕੁਛ ਵਧੀਆ ਗੱਲਾਂ ਵੀ ਹੈਗੀਆਂ ਆ। ਆਈ ਐਮ ਨਾਟ ਸੇਇੰਗ ਕਿ ਯੂ ਨੋ ਐਵਰੀ ਵੂਮਨ ਸ਼ੀ ਇਜ਼ ਨਾਟ ਕੌਨਫੀਡੈਂਟ। ਕਈ ਵੂਮਨ ਹੈਗੀਆਂ ਉਹਨਾਂ ਦੇ ਵਿੱਚ ਕੌਨਫੀਡੈਂਸ ਕਈ ਬਹੁਤ ਹੈਗਾ ਆ। ਐਂਡ ਆਪਣੀ ਕਮਿਊਨਿਟੀ ਦੇ ਵਿੱਚ ਕਈ ਔਰਤਾਂ ਹੈਗੀਆਂ ਦੇ ਆਰ ਵੈਰੀ ਗੁੱਡ ਲੀਡਰਸ ਰਾਈਟ। ਸੋ ਜਿਹੜੀ ਤੁਹਾਨੂੰ ਕਮੀ ਮਹਿਸੂਸ ਇਹ ਹੋ ਰਹੀ ਆ ਕਿ ਜਿਹੜੀ ਸਪੋਰਟ ਆ ਉਹ ਹੋਰ ਜ਼ਿਆਦਾ ਸਟਰੋਂਗ ਕਰਨ ਦੀ ਲੋੜ ਹੈ, ਹੋਰ ਜ਼ਿਆਦਾ ਓਪਨ ਹੋਣ ਦੀ ਜ਼ਰੂਰਤ ਹੈਗੀ ਹੈ। ਜਿਹੜਾ ਪੋਟੈਂਸ਼ੀਅਲ ਹੈ ਔਰਤ ਦਾ ਜਾਂ ਕੁੜੀਆਂ ਦਾ ਪੋਟੈਂਸ਼ੀਅਲ ਹੈ ਉਹਨੂੰ ਪ੍ਰੋਪਰ ਤਰੀਕੇ ਦੇ ਨਾਲ ਵਰਤਿਆ ਨਹੀਂ ਜਾਣ ਦਿੱਤਾ ਜਾਂਦਾ। ਬਿਲਕੁਲ। ਐਂਡ ਖਾਸ ਕਰਕੇ ਆਈ ਵਾਂਟ ਟੂ ਮੈਂ ਇਹ ਵੀ ਕਹਿਣਾ ਚਾਹੂੰਗੀ ਕਿ ਜਿਹੜਾ ਫਾਦਰ ਤੋਂ ਜਿਹੜਾ ਸਪੋਰਟ ਮਿਲਦਾ ਹੈਗਾ ਆ ਉਹ ਬਹੁਤ ਇੰਪੋਰਟੈਂਟ ਹੈਗਾ ਆ। ਬਿਕੋਜ਼ ਜੇ ਤੁਹਾਡੇ ਫਾਦਰ ਤੁਹਾਨੂੰ ਸਪੋਰਟ ਕਰਦੇ ਆ ਇਟ ਮੀਨਸ ਕਿ ਤੁਸੀਂ ਜੋ ਮਰਜ਼ੀ ਕਰ ਸਕਦੇ ਹੈਗੇ ਆ ਰਾਈਟ। ਚਲੋ ਮਮ ਦੀ ਸਪੋਰਟ ਉਹ ਵੀ ਇੰਪੋਰਟੈਂਟ ਹੈਗਾ ਆ, ਪਰ ਜਿਹੜੇ ਫਾਦਰ ਤੋਂ ਜਿਹੜਾ ਸਪੋਰਟ ਮਿਲਦਾ ਹੈਗਾ ਕਿ ਮੈਂ ਤੇਰੇ ਨਾਲ ਆ, ਮੈਂ ਤੇਰੇ ਨਾਲ ਖੜਾ ਆ, ਤੂੰ ਜੋ ਵੀ ਕਰਨਾ ਆ ਤੂੰ ਕਰ, ਉਹਦੇ ਨਾਲ ਟੂ ਮੀ ਦੈਟਸ ਦ ਮੋਸਟ ਪਾਵਰਫੁਲ ਥਿੰਗ ਰਾਈਟ। ਸਾਡੇ ਕਾਲਰ ਨੇ ਕਾਫੀ ਦੇਰ ਤੋਂ ਹੋਲਡ 'ਤੇ, ਉਹਨਾਂ ਦੀ ਆਪਾਂ ਗੱਲ ਸੁਣਦੇ ਹਾਂ। ਹਾਂਜੀ ਲਾਲੀ ਜੀ। ਸਤਿ ਸ਼੍ਰੀ ਅਕਾਲ ਲਾਲੀ ਜੀ। ਮੈਂ ਤਾਂ ਇੰਨਾ ਐਪਰੀਸ਼ੀਏਟ ਕਰਦਾ ਉਹਨਾਂ ਨੂੰ। ਹਾਂਜੀ। ਮੈਂ ਆਪਣੀ ਡਾਟਰ ਲਈ ਕਾਰ ਲੈਣ ਗਿਆ ਸੀ। ਅੱਛਾ। ਤਾਂ ਉੱਥੇ ਮਰਸੀਡੀਜ਼ ਲੱਗੀ ਹੋਈ ਸੀ ਇਹਨਾਂ ਦੀ 27,000 ਕੁਛ ਦੀ ਸੀਗੀ, ਟੈਕਸ ਰੁਪਏ 35,000 ਦੀ ਬਣਦੀ ਸੀ। ਓਕੇ। ਤੇ ਮੈਂ ਕਿਹਾ ਭਾਜੀ ਮੈਂ ਆਪਣੀ ਕੁੜੀ ਲਈ ਕਾਰ ਲੈਣੀ ਆ, ਜਿੰਨੇ ਲੱਗੀ ਉਹਨੇ ਦੇ ਦੋ। ਉਹ ਕਹਿੰਦੇ ਜਿੱਦਾਂ ਲਾਲੀ ਕਹਿੰਦਾ ਉਦਾਂ ਕਰ ਦੋ। ਤੇ ਫਿਰ ਮੈਂ ਜੀਵਨ ਨੂੰ ਮਿਲਿਆ ਸੀਗਾ, ਇਹਨੇ ਮੇਰੇ ਫਾਈਨੈਂਸ ਕੀਤੀ ਸੀਗੀ। ਅੱਛਾ। ਤੇ ਮੈਂ ਇਹਨਾਂ ਨੂੰ ਮੈਂ ਸੌਰੀ ਟੂ ਸੇ ਐਕਸਾਈਟ ਹੋ ਗਿਆ। ਇਹਨਾਂ ਨੇ ਮੈਨੂੰ ਉਹਨੇ ਦੀ ਕਾਰ ਦੇ। ਅੱਛਾ। ਕਿੰਨੇ ਦੀ ਮੈਂ ਕਿਹਾ ਉਹਨੇ ਦੀ ਮੈਨੂੰ ਪਤਾ। ਮੈਂ ਇੰਨਾ ਐਪਰੀਸ਼ੀਏਟ ਕਰਦਾ ਉਹਨਾਂ ਨੂੰ। ਮੈਂ ਕਹਿੰਦਾ ਕਾਰ ਕਿਸੇ ਇਹਨਾਂ ਕੋਲ ਜਾ। ਅੱਛਾ ਅੱਛਾ ਅੱਛਾ। ਐਕਸਾਈਟਡ ਹੋ ਗਏ ਇਹਨਾਂ ਨੇ ਜੀ ਮਨ ਲਈ ਤਾਂ ਭਾਜੀ ਲਈ ਸੁੱਖੀ ਬਾਤ ਨੇ। ਤੇ ਇੱਕ ਐਨਡੀ ਹੁੰਦਾ ਐਨਡੀ ਆਪਣੇ ਨਾਲ ਉਹਨਾਂ ਨੇ ਤੇ ਨਾਲ ਬੰਦਿਆਂ ਨੇ ਮੇਰੀ ਇੰਨੀ ਹੈਲਪ ਕੀਤੀ, ਕਹਿੰਦੇ ਰਾਈਟ ਤੇ ਚੱਕ ਲਾ। ਸੋ ਬੇਟੀ ਲਈ ਕਾਰ ਲੈ ਲਈ ਤੁਸੀਂ? ਉਹ ਮੈਂ ਉਹਦਾ ਕਈ ਸਾਲਾਂ ਦੀ ਗੱਲ ਆ। ਮੈਂ ਰਾਤ ਹੁਣ ਜਿਮਨਾਜ ਕਰਕੇ ਮੈਂ ਇਹਨੂੰ ਐਪਰੀਸ਼ੀਏਟ ਕਰਦਾ ਬੁੱਕ ਨੂੰ। ਠੀਕ ਹੈ, ਥੈਂਕ ਯੂ ਸੋ ਮਚ ਜੀ। ਥੈਂਕ ਯੂ ਸੋ ਮਚ ਜੀ। ਮੈਂ ਤੁਹਾਡਾ ਨਾਂ ਸੌਰੀ ਮੈਂ ਕੈਚ ਨਹੀਂ ਕੀਤਾ ਹੈਗਾ, ਬਟ ਥੈਂਕ ਯੂ ਸੋ ਮਚ ਤੁਸੀਂ ਆਏ। ਐਂਡ ਬਹੁਤ ਵਧੀਆ ਲੱਗਿਆ, ਤੁਸੀਂ ਕਾਫੀ ਇਮੋਸ਼ਨਲ ਹੋ ਗਏ। ਬਟ ਸੌਰੀ ਮੈਂ ਨਾ ਤੁਹਾਡਾ ਨਾਂ ਫਰਸਟ ਲਾਲੀ ਦੱਸਿਆ ਨਾ। ਲਾਲੀ। ਅੱਛਾ ਅੱਛਾ, ਥੈਂਕ ਯੂ ਸੋ ਮਚ ਤੁਸੀਂ ਆਏ। ਦੇਖੋ ਫਾਦਰ ਦੇ ਨਾਲ ਗੱਲ ਕਰਕੇ ਤੁਸੀਂ ਇਮੋਸ਼ਨਲ ਹੋ ਗਏ, ਉਧਰ ਫਾਦਰ ਧੀ ਬਾਰੇ ਗੱਲ ਕਰਕੇ ਇਮੋਸ਼ਨਲ ਹੋ ਗਿਆ, ਕਾਲਰਸ ਵੀ ਇਮੋਸ਼ਨਲ ਹੋ ਗਏ। ਜੀਵਨ ਤੁਹਾਡੀ ਥੋੜ੍ਹਾ ਜਿਹਾ ਮੈਂ ਪਰਸਨਲ ਲਾਈਫ ਬਾਰੇ ਵੀ ਜਾਣਨਾ ਚਾਹੁੰਦੀ ਹਾਂ। ਤੁਸੀਂ ਦੱਸਿਆ ਕਿ ਤੁਸੀਂ ਮੈਰਿਡ ਹੋ, ਸੋ ਤੁਹਾਡੇ ਹਸਬੈਂਡ ਵੀ ਨਾਲ ਹੀ ਬਿਜ਼ਨਸ ਦੇ ਵਿੱਚ ਨੇ ਜਾਂ ਕਿਵੇਂ? ਨਹੀਂ ਜੀ, ਮੇਰੇ ਹਸਬੈਂਡ ਉਹਨਾਂ ਦਾ ਅਲੱਗ ਬਿਜ਼ਨਸ ਹੈ ਐਕਚੁਅਲੀ। ਉਹ ਮਾਰਕੀਟਿੰਗ ਅਤੇ ਬਿਜ਼ਨਸ ਕੰਸਲਟਿੰਗ ਦਾ ਕੰਮ ਕਰਦੇ ਆ। ਸੋ ਐਕਚੁਅਲੀ ਉਹ ਮੇਰੇ ਬਿਜ਼ਨਸ ਦੇ ਵਿੱਚ ਇਨਵੋਲਵ ਨਹੀਂ ਹੈਗੇ। ਅੱਛਾ, ਬਿਲਕੁਲ ਨਹੀਂ ਹੈਗੇ। ਐਂਡ ਮੈਨੂੰ ਇੱਦਾਂ ਵਧੀਆ ਲੱਗਦਾ ਐਕਚੁਅਲੀ, ਕਿਉਂਕਿ ਯੂ ਨੋ ਜਦੋਂ ਅਸੀਂ ਘਰ ਸ਼ਾਮ ਨੂੰ ਆਉਂਦੇ ਹਾਂ, ਅਸੀਂ ਡਿਨਰ ਕਰਦੇ ਹਾਂ, ਉਹ ਫਿਰ ਉਹਦੇ ਬਿਜ਼ਨਸ ਬਾਰੇ ਦੱਸਦਾ ਆ, ਮੈਂ ਮੇਰੇ ਬਾਰੇ ਮੇਰੇ ਬਿਜ਼ਨਸ ਦੇ ਬਾਰੇ ਦੱਸਦੀ ਹਾਂ। ਐਕਚੁਅਲੀ ਅਸੀਂ ਇੱਕ ਦੂਜੇ ਦੇ ਬਿਜ਼ਨਸ ਤੋਂ ਅਸੀਂ ਕਾਫੀ ਕੁਛ ਸਿੱਖ ਸਕਦੇ ਹਾਂ। ਅੱਛਾ। ਅਤੇ ਮੈਨੂੰ ਇੱਦਾਂ ਫੀਲ ਹੁੰਦਾ ਕਿ ਜੇ ਮੈਂ ਉਹਦੇ ਬਿਜ਼ਨਸ ਦੇ ਵਿੱਚ ਇੰਕਲੂਡ ਹੋਵਾਂ ਜਾਂ ਉਹ ਮੇਰੇ ਬਿਜ਼ਨਸ ਦੇ ਵਿੱਚ ਇੰਕਲੂਡ ਹੋਵਾਂ, ਫਿਰ ਆਈ ਥਿੰਕ ਥੋੜ੍ਹਾ ਜਿਹਾ ਆਈ ਡੋਂਟ ਨੋ, ਮੈਨੂੰ ਵਧੀਆ ਨਹੀਂ ਲੱਗੂਗਾ। ਇਕੱਠੇ ਕੰਮ ਕਰਨਾ ਤੁਹਾਨੂੰ ਲੱਗਦਾ ਕਿ ਇਕੱਠੇ ਕੰਮ ਨਹੀਂ ਕਰ ਸਕਦੇ? ਨੋ, ਮੈਨੂੰ ਆਈ ਡੋਂਟ ਥਿੰਕ ਸੋ। ਮੈਂ ਇਹ ਨਹੀਂ ਕਹਿ ਰਹੀ ਕਿ ਇਟਸ ਰੋਂਗ। ਮੈਂ ਕਈ ਇੱਦਾਂ ਕਪਲਸ ਦੇਖਿਆ ਜਿਹਨਾਂ ਦਾ ਬਹੁਤ ਸਕਸੈਸਫੁਲ ਬਿਜ਼ਨਸ ਆ, ਉਹ ਇਕੱਠੇ ਕੰਮ ਕਰਦੇ ਆ। ਪਰ ਮੈਨੂੰ ਲੱਗਦਾ ਸਾਡੀ ਸਟਰੈਂਥ ਆ ਕਿ ਅਸੀਂ ਵੱਖਰੇ ਬਿਜ਼ਨਸਿਸ ਚਲਾਈਏ, ਕਿਉਂਕਿ ਉਹ ਵੀ ਇੰਟੈਲੀਜੈਂਟ ਆ, ਉਹ
ਵੀ he's very successful ਤੇ ਉਹ ਵੀ ਆਪਣੇ strengths marketing ਦੇ ਵਿੱਚ ਆ, so he can be very good on his own and I can be very good on my own too, and ਅਸੀਂ ਇੱਕ ਦੂਜੇ ਦੇ businesses ਤੋਂ ਕਾਫੀ ਕੁਝ ਸਿੱਖ ਸਕਦੇ ਹੈਗੇ ਆ। and ਦੂਸਰੀ ਗੱਲ ਇਹ ਵੀ ਹੈਗੀ ਆ ਕਿ I think ਜੇ ਅਸੀਂ ਇੱਕ ਦੂਜੇ ਨੂੰ ਬਹੁਤ ਜ਼ਿਆਦਾ ਦੇਖੀਏ ਫਿਰ ਸ਼ਾਇਦ ਉਹ I don't know, it's just my feelings, right? So ਥੋੜਾ you look forward to seeing each other in the evening then too, right? ਕਿਹੋ ਜਿਹਾ ਦਿਨ ਹੁੰਦਾ ਤੁਹਾਡਾ? ਇੱਕ ਟਿਪੀਕਲ ਦਿਨ ਕਿਹੋ ਜਿਹਾ ਹੁੰਦਾ? ਕੀ ਰੂਟੀਨ ਹੈ ਤੁਹਾਡੀ? ਬਿਲਕੁਲ ਸੋ ਟਿਪੀਕਲ ਡੇ ਜੇ ਮੈਂ ਇੱਥੇ ਹੈਗੀ ਹਾਂ, ਟਿਪੀਕਲ ਡੇ ਅਸੀਂ ਦਫ਼ਤਰ 'ਤੇ ਉੱਠਣਾ ਆ, ਰਾਈਟ? ਦਫ਼ਤਰ 'ਤੇ ਜਾਣਾ ਹੈਗਾ ਆ। ਹੁਣ ਸਾਡੇ ਕਾਫੀ ਦਫ਼ਤਰ ਆ, ਸੋ ਇੱਕ ਮੇਨ ਲੋਕੇਸ਼ਨ ਸਾਡੀ ਹੈਗੀ ਸੁਖੀ ਬਾਥ ਮੋਟਰਸ 'ਤੇ, ਦੂਸਰੀ ਲੋਕੇਸ਼ਨ ਵੀ ਹੁਣ ਸਾਡੀ ਆ ਸੁਖੀ ਬਾਥ ਮੋਟਰਸ ਟਰੱਕ ਸੈਂਟਰ, ਸੋ ਉੱਥੇ ਵੀ ਮੈਂ ਜਾਂਦੀ ਹਾਂ, ਮੈਂ ਉੱਥੇ EMPLOYEES ਨੂੰ ਵਿਜ਼ਿਟ ਕਰਦੀ ਹਾਂ, ਸਾਰਾ ਬਿਜ਼ਨਸ ਮੈਨੇਜ ਕਰਦੀ ਹਾਂ। ਅਤੇ ਇੱਕ ਮੇਰਾ ਦੂਸਰਾ ਬਿਜ਼ਨਸ ਵੀ ਹੈਗਾ ਲੈਂਗਲੀ ਦੇ ਵਿੱਚ, ਟੇਕ 5 oil change, ਸੋ ਉੱਥੇ ਵੀ ਮੈਂ ਲੈਂਗਲੀ ਫਿਰ ਗੇੜਾ ਮਾਰ ਕੇ ਆਉਂਦੀ ਹੁੰਦੀ ਹਾਂ, ਉਹ ਵੀ ਸਾਰਾ ਮੈਂ ਮੈਨੇਜ ਕਰਦੀ ਹਾਂ ਬਿਜ਼ਨਸ। ਸੋ ਮੋਸਟਲੀ 6-7 ਆਵਰਸ ਮੈਂ ਕੰਮ ਕਰਦੀ ਹੈਗੀ ਹਾਂ। ਬਾਕੀ ਦਾ ਟਾਈਮ ਹੁਣ ਮੈਂ ਫਿਰ ਘਰ ਆਉਂਗੀ, ਫਿਰ ਮੈਂ ਜਿਹੜੀ ਘਰ ਦੇ ਕੰਮ ਹੁੰਦੇ ਆ ਉਹ ਵੀ ਕਾਫੀ ਹੋ ਜਾਂਦੇ ਆ, ਰਾਈਟ? ਖਾਣਾ ਦਾਣਾ ਬਣਾ ਲੈਂਦੇ ਹੋ? ਬਣਾ ਲੈਂਦੀ ਹਾਂ ਪਰ ਮੈਂ ਮੇਰੇ ਹਸਬੈਂਡ ਨੂੰ ਵੀ ਕਾਫੀ ਕ੍ਰੈਡਿਟ ਦਊਂਗੀ, ਉਹ ਵੀ ਕਾਫੀ ਕੁਕਿੰਗ ਦੇ ਸ਼ੌਕੀਨ ਆ, ਸੋ ਅਸੀਂ ਰਲ ਮਿਲ ਕੇ ਐਕਚੁਅਲੀ ਕਰਦੇ ਹੈਗੇ ਆ। ਜਿਹੜੇ ਸਾਰੇ ਵੀ ਘਰ ਦੇ ਕੰਮ ਹੁੰਦੇ ਆ ਅਸੀਂ ਰਲ ਮਿਲ ਕੇ ਕਰਦੇ ਹੈਗੇ ਆ, ਮੈਨੂੰ ਬਹੁਤ ਵਧੀਆ ਮਹਿਸੂਸ ਹੁੰਦਾ ਆ। ਐਂਡ ਐਕਚੁਅਲੀ ਮੈਂ ਹੁਣ ਰੀਸੈਂਟਲੀ ਹੁਣ ਥੋੜ੍ਹਾ ਜਿਹਾ ਜਿਮ ਵੱਲੋਂ ਵੀ ਧਿਆਨ ਦਿੰਦੀ ਹਾਂ। ਮੇਰਾ ਪਹਿਲਾਂ ਕਾਫੀ ਵੇਟ, ਆਈ ਐਮ ਨੋਟ embarrassed to say it, ਮੇਰਾ ਕਾਫੀ ਵੇਟ ਇਨਕਰੀਜ਼ ਹੋ ਗਿਆ ਸੀਗਾ, ਸੋ I've lost 30 pounds. ਵਾਓ, 30 pounds! 30 pounds. ਕੀ ਕੀਤਾ ਤੁਸੀਂ ਉਹਦੇ ਲਈ? ਐਕਚੁਅਲੀ ਉਹਦੇ ਵਿੱਚ ਮੈਂ ਕਾਫੀ ਕੁਛ ਚੇਂਜ ਕੀਤਾ ਹੈ। ਪਹਿਲੀ ਗੱਲ ਤਾਂ ਮੇਰਾ ਜਿਹੜਾ ਡਾਇਟ ਸੀਗਾ ਥੋੜ੍ਹਾ ਆਊਟ ਆਫ ਕੰਟਰੋਲ ਜਿਹਾ ਸੀਗਾ, ਸੋ ਉਹਦੇ 'ਤੇ ਮੈਂ ਕਾਫੀ ਕੰਟਰੋਲ ਰੱਖਿਆ ਹੈਗਾ ਆ। ਅੱਛਾ। ਦੂਸਰੀ ਗੱਲ ਹੈਗੀ ਆ ਐਕਸਰਸਾਈਜ਼, ਸੋ ਦੋ ਹੀ ਗੱਲਾਂ ਹੈਗੀਆਂ ਆ। ਸੋ ਹੁਣ ਮੈਂ ਯੂਜਲੀ ਕੰਸਿਸਟੈਂਟਲੀ ਕਰ ਰਹੇ ਹੋ? ਹੁਣ ਕੰਸਿਸਟੈਂਟਲੀ ਕਰ ਰਹੀ ਹਾਂ। ਸੋ ਯਾ ਮੇਰਾ 30 pounds ਮੈਂ ਲੂਜ਼ ਕੀਤਾ ਹੈਗਾ, ਹਜੇ ਥੋੜ੍ਹਾ ਜਿਹਾ ਹੋਰ ਲੂਜ਼ ਕਰਨਾ ਹੈਗਾ ਆ। ਸੋ ਯੂਜਲੀ ਈਵਨਿੰਗ ਟਾਈਮ ਦੇ ਵਿੱਚ ਮੈਂ ਥੋੜ੍ਹਾ ਜਿਹੜੀ ਆਪਣੀ ਹੈਲਥ ਲਈ ਥੋੜ੍ਹਾ ਟਾਈਮ ਕੱਢਦੀ ਹਾਂ, ਭਾਵੇਂ ਉਹ ਜਿਮ ਹੋਵੇ ਜਾਂ ਕੋਈ ਮੈਡੀਟੇਸ਼ਨ ਕਰਨੀ ਹੋਵੇ, ਥੋੜ੍ਹਾ ਟਾਈਮ ਤੁਹਾਨੂੰ ਆਪਣੇ ਆਪ ਲਈ ਰੱਖਣਾ ਚਾਹੀਦਾ ਆ ਦਿਨ ਦੇ ਵਿੱਚ। ਇਟਸ ਵੈਰੀ ਇੰਪੋਰਟੈਂਟ ਐਕਚੁਅਲੀ, ਸਪੈਸ਼ਲੀ ਜਿਹੜੀ ਮੈਡੀਟੇਸ਼ਨ ਆ। ਅੱਜ ਕੱਲ੍ਹ ਆਪਾਂ ਬਹੁਤ ਮੈਂਟਲ ਹੈਲਥ ਦੇ ਬਾਰੇ ਗੱਲ ਕਰਦੇ ਹੈਗੇ ਆ। ਵੀ ਨੀਡ ਟੂ ਸਪੈਂਡ ਟਾਈਮ, ਗਿਵ ਟਾਈਮ ਟੂ ਆਰਸੈਲਵਸ ਐਕਚੁਅਲੀ, ਇਟਸ ਵੈਰੀ ਇੰਪੋਰਟੈਂਟ। ਐਂਡ ਦੈਨ ਲਾਸਟ ਥਿੰਗ ਇਜ਼ ਜੇ ਟਾਈਮ ਹੁੰਦਾ ਆ ਹਫਤੇ ਦੇ ਵਿੱਚ ਆਈ ਥਿੰਕ 3-4 ਵਾਰੀ ਆਲਮੋਸਟ ਮੈਂ ਮੇਰੇ ਪੇਰੈਂਟਸ ਦੇ ਘਰ ਜਾਂਦੀ ਹੁੰਦੀ ਆ। ਮੇਰੀ ਉੱਥੇ ਐਕਚੁਅਲੀ 4 ਨੀਸਿਸ ਆ, ਮੈਂ ਉਹਨਾਂ ਦੇ ਨਾਲ ਬਹੁਤ ਜ਼ਿਆਦਾ ਕਲੋਸ ਆ, ਅਤੇ ਮੈਂ ਉਹਨਾਂ ਦੇ ਨਾਲ ਕਾਫੀ ਟਾਈਮ ਸਪੈਂਡ ਕਰਦੀ ਹਾਂ। ਮੈਨੂੰ ਬਹੁਤ ਵਧੀਆ ਲੱਗਦਾ ਐਕਚੁਅਲੀ ਉਹਨਾਂ ਦੇ ਨਾਲ ਟਾਈਮ ਸਪੈਂਡ ਕਰਨਾ। ਐਂਡ ਸੋ ਅਸੀਂ ਆਈ ਥਿੰਕ ਹਫਤੇ ਦੇ ਵਿੱਚ 3-4 ਵਾਰੀ ਅਸੀਂ ਡਿਨਰ ਪੇਰੈਂਟਸ ਦੇ ਨਾਲ ਹੀ ਕਰਦੇ ਹਾਂ। ਅਸੀਂ ਆਈ ਥਿੰਕ 12 ਜਣੇ ਹੋ ਜਾਂਦੇ ਆ, ਪੂਰੀ ਫੈਮਿਲੀ, ਅਸੀਂ ਸਾਰੇ ਇਕੱਠੇ ਬੈਠ ਕੇ ਖਾਂਦੇ ਹਾਂ। ਸੋ ਉਹ ਵੀ ਮੈਨੂੰ ਬਹੁਤ ਵਧੀਆ ਲੱਗਦਾ ਹੈਗਾ ਆ। ਜੀਵਨ, ਜਿਸ ਤਰ੍ਹਾਂ ਦੇ ਤੁਸੀਂ ਪਰਿਵਾਰ ਦੇ ਵਿੱਚੋਂ ਹੋ ਜਾਂ ਤੁਹਾਡੀ ਜਿਹੜੀ ਫੈਮਿਲੀ, ਫਾਦਰ ਮਦਰ ਸਾਰਿਆਂ ਨੇ ਸਪੋਰਟ ਕੀਤਾ, ਜਿਸ ਹਿਸਾਬ ਨਾਲ, ਉਸ ਹਿਸਾਬ ਨਾਲ ਤੁਸੀਂ ਪ੍ਰਿਵਿਲੇਜਡ ਹੋ, ਪਰ ਸਟਿਲ ਬਹੁਤ ਸਾਰੀਆਂ ਜਿਹੜੀਆਂ ਕੁੜੀਆਂ ਨੇ, ਬਹੁਤ ਸਾਰੀਆਂ ਔਰਤਾਂ ਨੇ, ਬਹੁਤ ਮਿਹਨਤ ਕਰ ਰਹੀਆਂ ਨੇ, ਅੱਗੇ ਆਉਣਾ ਚਾਹੁੰਦੀਆਂ ਨੇ, ਚਾਹੇ ਉਹ ਪੋਲੀਟਿਕਸ ਦੀ ਗੱਲ ਹੈ ਜਾਂ ਕਿਸੇ ਬਿਜ਼ਨਸ ਦੀ ਗੱਲ ਹੈ, ਕਿ ਕੋਈ ਵੀ ਪ੍ਰੋਫੈਸ਼ਨ ਆ, ਚਾਹੇ ਆਰਟ ਦੀ ਗੱਲ ਹੈਗੀ ਆ। ਕੋਈ ਸਮਾਂ ਸੀ ਆਰਟ ਵਗੈਰਾ ਵੱਲ ਤਾਂ ਜਾਣ ਹੀ ਨਹੀਂ ਸੀ ਦਿੱਤਾ ਜਾਂਦਾ, ਨਾ ਐਕਟਿੰਗ ਵੱਲ, ਨਾ ਸਿੰਗਿੰਗ ਵੱਲ। ਹੁਣ ਸਾਰੇ ਫੀਲਡ ਤਕਰੀਬਨ ਓਪਨ ਹੋ ਗਏ ਆ, ਪੋਜ਼ੀਟਿਵਲੀ ਲੈਣਾ ਸ਼ੁਰੂ ਕਰ ਦਿੱਤਾ ਗਿਆ ਹੈ। ਪਰ ਸਟਿਲ ਇੱਕ ਚੀਜ਼ ਮਹਿਸੂਸ ਕੀਤੀ ਜਾਂਦੀ ਹੈ, ਕਿਉਂਕਿ ਤੁਸੀਂ ਤਾਂ ਚਲੋ ਹੁਣ ਹੈਗੇ ਹੀ ਇਸ ਬਿਜ਼ਨਸ ਦੇ ਵਿੱਚ ਹੋ। ਜਦੋਂ ਮੈਂ ਆਟੋ ਦੀ ਗੱਲ ਕਰਦੀ ਹਾਂ, ਬੜੀ ਵਾਰੀ ਇਹ ਸਵਾਲ ਉਠਾਇਆ ਜਾਂਦਾ ਕਿ ਚਾਹੇ ਗੱਡੀਆਂ ਦੀ ਪ੍ਰਮੋਸ਼ਨ ਆ, ਕਿਸੇ ਵੀ ਚੀਜ਼ ਦੀ ਪ੍ਰਮੋਸ਼ਨ ਆ, ਜਿਹੜੀ ਔਰਤ ਹੈ, ਕੁੜੀ ਹੈ, ਉਹਨੂੰ ਵਰਤਿਆ ਇਸ ਢੰਗ ਦੇ ਨਾਲ ਜਾਂਦਾ ਹੈ, ਇੱਕ ਸ਼ੋ ਪੀਸ ਦੀ ਤਰ੍ਹਾਂ। ਕਦੇ ਤੁਸੀਂ ਵੀ ਇਹ ਚੀਜ਼ ਰਿਅਲਾਈਜ਼ ਕੀਤੀ ਹੈ? ਹਾਂਜੀ ਬਿਲਕੁਲ। ਐਕਚੁਅਲੀ ਜਿਹੜੀ ਆਟੋ ਇੰਡਸਟਰੀ ਦੇ ਵਿੱਚ ਆ, ਇਟਸ ਜਿਸ ਤਰ੍ਹਾਂ ਮੈਂ ਪਹਿਲਾਂ ਮੈਂਸ਼ਨ ਕੀਤਾ, ਇਟਸ ਅ ਵੈਰੀ ਮੇਲ ਡੋਮੀਨੇਟਡ ਇੰਡਸਟਰੀ, ਅਤੇ ਉਹਦੇ ਵਿੱਚ ਮੈਂ ਕਾਫੀ ਕੁਛ ਮੈਂ ਦੇਖਿਆ ਹੈਗਾ ਆ। ਹਮੇਸ਼ਾ ਜਿਹੜੀ ਰਿਸੈਪਸ਼ਨਿਸਟ ਆ
ਹਮੇਸ਼ਾ ਫੀਮੇਲ ਹੁੰਦੀ ਆ ਜਿਹੜੇ ਵੱਡੇ ਹਾਈ ਲੈਵਲ ਦੀ ਪੋਜੀਸ਼ਨ ਹੁੰਦੀ ਆ CEO ਦੀ ਜਾਂ ਜਨਰਲ ਮੈਨੇਜਰ ਦੀ ਜਾਂ ਫਿਰ ਕੋਈ ਡੀਲਰ ਪ੍ਰਿੰਸੀਪਲ ਦੀ ਹਮੇਸ਼ਾ ਕੋਈ ਮੇਲ ਹੁੰਦਾ ਆ ਪਰ ਮੈਂ ਹੁਣ ਥੋੜ੍ਹੀ ਬਹੁਤੀ ਮੈਂ ਹੁਣ ਚੇਂਜ ਦੇਖ ਰਹੀ ਹਾਂ ਆਈ ਨੋ ਟੋਰਾਂਟੋ ਦੇ ਵਿੱਚ ਕਾਫੀ ਫੀਮੇਲ ਐਂਟਰਪ੍ਰੈਨਿਓਰਸ ਆ ਜੋ ਆਟੋ ਇੰਡਸਟਰੀ ਦੇ ਵਿੱਚ ਸ਼ਾਮਲ ਆ ਸੋ ਉਹਨਾਂ ਨੂੰ ਦੇਖ ਕੇ ਮੈਨੂੰ ਵੀ ਬਹੁਤ ਵਧੀਆ ਲੱਗਦਾ ਆ ਐਂਡ ਆਈ ਥਿੰਕ ਚੇਂਜ ਇਜ਼ ਹੈਪਨਿੰਗ ਬਟ ਥੋੜ੍ਹਾ ਜਿਹਾ ਸਲੋਲੀ ਹੋ ਰਿਹਾ ਆ ਈਵਨ ਮੈਂ ਤੁਹਾਨੂੰ ਸਾਡੀ ਬਿਜ਼ਨਸ ਦੇ ਬਾਰੇ ਦੱਸ ਸਕਦੀ ਹਾਂ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਡਾਈਵਰਸ ਬਿਜ਼ਨਸ ਹੋਵੇ ਵੱਖਰੇ ਵੱਖਰੇ ਬੈਕਗਰਾਊਂਡਸ ਦੇ ਅਸੀਂ EMPLOYEES ਰੱਖੇ ਹੋ ਆ ਐਂਡ ਆਲਸੋ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜਿਹੜਾ ਆਪਣਾ ਮੇਲ ਟੂ ਫੀਮੇਲ ਰੇਸ਼ੀਓ ਆ ਕਿ ਉਹ ਬੈਲੈਂਸ ਰਵੇ ਐਂਡ ਆਈ ਐਮ ਵੈਰੀ ਪ੍ਰਾਊਡ ਐਕਚੁਅਲੀ ਸਾਡੇ ਬਿਜ਼ਨਸ ਦੇ ਵਿੱਚ ਈਵਨ ਜਿਹੜੀ ਸਾਡੀ ਸ਼ੌਪ ਆ ਸਾਡੇ ਕੋਲ ਇੱਕ ਫੀਮੇਲ ਮਕੈਨਿਕ ਵੀ ਆ ਵਾਓ ਐਂਡ ਮੈਨੂੰ ਬਹੁਤ ਵਧੀਆ ਫੀਲ ਹੁੰਦਾ ਜਦੋਂ ਮੈਂ ਉਹਨੂੰ ਦੇਖਦੀ ਹਾਂ ਸ਼ੌਪ ਦੇ ਵਿੱਚ ਜਦੋਂ ਉਹ ਕੰਮ ਕਰਦੀ ਆ ਆਪਣੀ ਕਮਿਊਨਿਟੀ ਤੋਂ ਹੈ no actually no not unfortunately I wish ਸਾਡੀ community ਹਾਲੇ ਫੀਲਡ ਖੁੱਲਾ ਨਹੀਂ ਹਾਲੇ ਉਹ ਹਜੇ ਸਾਡੀ ਕਮਿਊਨਿਟੀ ਦੇ ਵਿੱਚ ਨਹੀਂ ਐਕਚੁਅਲੀ ਤੁਹਾਨੂੰ ਪਤਾ ਕਿ ਤਕਰੀਬਨ 2 ਮਹੀਨੇ ਪਹਿਲਾਂ ਮੈਂ ਇੱਕ ਆਪਣੀ ਕੁੜੀ ਟਰੱਕ ਡਰਾਈਵਰ ਇੰਟਰਵਿਊ ਕੀਤੀ ਵਾਓ ਯਾ ਅਤੇ ਜਦੋਂ ਅਸੀਂ ਉਹਨੂੰ ਇੰਟਰਵਿਊ ਕੀਤਾ ਇਸੇ ਪ੍ਰੋਗਰਾਮ ਦੇ ਵਿੱਚ ਉਹ ਮੇਰੀ ਆਪਣੀ ਸਟੂਡੈਂਟ ਰਹੀ ਸੀ ਅਸਲ ਦੇ ਵਿੱਚ ਯਾ ਉਹ ਜਲੰਧਰ ਦੇ ਵਿੱਚ ਮੇਰੀ ਸਟੂਡੈਂਟ ਸੀ ਅਤੇ ਉਹ ਟੋਰਾਂਟੋ ਤੋਂ US ਟਰੱਕ ਲੈ ਕੇ ਜਾਂਦੀ ਆ ਅਤੇ ਉਹ ਬਾਈ ਚਾਂਸ ਮੈਨੂੰ ਵਿਜ਼ਿਟ ਕਰਨ ਆਈ ਅਤੇ ਮੈਂ ਉਹ ਇੰਟਰਵਿਊ ਕੀਤਾ ਉਸ ਤੋਂ ਬਾਅਦ ਬਹੁਤ ਸਾਰੇ ਹੋਰ ਰੇਡੀਓ ਅਤੇ TV ਚੈਨਲਸ ਨੇ ਉਹਨੂੰ ਇੰਟਰਵਿਊ ਕੀਤਾ ਉਸ ਮੇਰੇ ਵਾਲੇ ਇੰਟਰਵਿਊ ਤੋਂ ਬਾਅਦ ਐਂਡ ਉਹਦੇ ਵਿਊਜ਼ ਵੀ ਮਿਲੀਅਨਸ ਦੇ ਵਿੱਚ ਗਏ ਵਾਓ ਕੈਨ ਯੂ ਬਲੀਵ ਦੈਟ ਅਮੇਜ਼ਿੰਗ ਅਤੇ ਇਹ ਮਕੈਨਿਕ ਵਾਲੀ ਜਿਹੜੀ ਗੱਲ ਹੈ ਇਹ ਵੀ ਮੈਂ ਤੁਹਾਡੇ ਮੂੰਹੋਂ ਹੀ ਸੁਣ ਰਹੀ ਹਾਂ ਜੇ ਕੋਈ ਆਪਣੀ ਕੁੜੀ ਮਕੈਨਿਕ ਹੋਵੇ ਅਤੇ ਦੈਟ ਵਿਲ ਬੀ ਗ੍ਰੇਟ ਮੈਂ ਤਾਂ ਉਹਨੂੰ ਵੀ ਲਿਆਉਣਾ ਚਾਹੂੰਗੀ that would be amazing if you're ਜੇ ਤੁਸੀਂ ਪੰਜਾਬੀ if you're in the ਪੰਜਾਬੀ ਕਮਿਊਨਿਟੀ ਤੁਸੀਂ ਪੰਜਾਬੀ ਆ ਤੁਸੀਂ ਤੁਹਾਡੀ ਮਕੈਨੀਕਲ ਕੋਈ ਬੈਕਗਰਾਊਂਡ ਆ ਤੁਸੀਂ ਡੈਫੀਨੇਟਲੀ ਮੇਰੇ ਨਾਲ ਇਨ ਟੱਚ ਹੋ I would love to meet you ਕਿਉਂਕਿ it's very important as a employer diversity ਰੱਖਣੀ male to female balance ਰੱਖਣਾ it's very important but I wish ਆਪਣੀ ਕਮਿਊਨਿਟੀ ਦੇ ਵਿੱਚ ਇੱਦਾਂ ਹੋਰ ਔਰਤਾਂ more ladies come forward ਕਿਉਂਕਿ we are here to support you and you know we have to ਜਿਹੜੇ ਇਹ stereotypes ਆ ਹੁਣ ਮੈਨੂੰ stereotype ਪੰਜਾਬੀ ਦੇ ਵਿੱਚ ਨਹੀਂ ਕਹਿਣਾ ਆਉਂਦਾ ਪਰ ਜਿਹੜੇ stereotypes ਆ ਇਹ ਆਪਾਂ ਨੂੰ ਤੋੜਨੇ ਪੈਣੇ ਆ ਅਤੇ it's not going to be easy ਇਹਦੇ ਵਿੱਚ ਕਾਫੀ ਮੁਸ਼ਕਿਲਾਂ ਆਉਣੀਆਂ ਆ ਬਟ ਹੁਣ ਤੁਸੀਂ ਮੇਰੇ ਵੱਲ ਵੀ ਦੇਖੋ ਐਵਰੀ ਡੇ ਮੈਂ ਜਦੋਂ ਕੰਮ 'ਤੇ ਜਾਂਦੀ ਹਾਂ ਮੈਨੂੰ ਕਈ ਲੋਕ ਮਿਲਦੇ ਆ ਥੋੜ੍ਹਾ ਜਿਹਾ ਮੈਨੂੰ ਵੀ ਫੀਲ ਹੁੰਦਾ ਥੋੜ੍ਹਾ ਮੈਨੂੰ ਦੇਖ ਕੇ ਹੈਰਾਨ ਹੋ ਜਾਂਦੇ ਆ ਕਿ ਯਾਰ ਇਹ ਫੀਮੇਲ ਆ ਇਹ ਕਰਦੀ ਕੀ ਹੈ ਇੱਥੇ ਰਾਈਟ ਬਟ ਉਸ ਗੱਲਾਂ ਨੂੰ ਤੁਹਾਨੂੰ ਇਗਨੋਰ ਕਰਨਾ ਸਿੱਖਣਾ ਪੈਂਦਾ ਆ ਐਂਡ ਜਿਹੜਾ ਤੁਹਾਡਾ ਗੋਲ ਆ ਉਹ ਜਸਟ ਤੁਹਾਨੂੰ ਉਹਦੇ 'ਤੇ ਹੀ ਫੋਕਸ ਕਰਨਾ ਪੈਣਾ ਆ ਜੀਵਨ ਤੁਸੀਂ ਛੋਟੇ ਹੁੰਦਿਆਂ ਤੋਂ ਹੀ ਜਾਂ ਕਹਿ ਲਓ 15-16 ਸਾਲ ਦੀ ਉਮਰ ਤੋਂ ਹੀ ਆਪਣੇ ਡੈਡ ਦੇ ਨਾਲ ਬਿਜ਼ਨਸ ਦੇ ਵਿੱਚ ਆਪਣੇ ਆਪ ਨੂੰ ਇਨਵੋਲਵ ਕਰਨਾ ਸ਼ੁਰੂ ਕਰ ਦਿੱਤਾ ਬਹੁਤ ਸਾਰੇ ਲੋਕ ਹੋਣਗੇ ਜਿਹੜੇ ਤੁਹਾਨੂੰ ਇੱਕ ਬੱਚੀ ਦੀ ਨਜ਼ਰ ਨਾਲ ਹੀ ਦੇਖ ਰਹੇ ਆ ਕਿ ਵੀ ਇਹ ਸੁਖੀ ਬਾਠ ਉਹਨਾਂ ਦੀ ਬੇਟੀ ਆ ਬੱਚੀ ਹੈ ਅਤੇ ਉਮਰ ਦੇ ਵਿੱਚ ਤੁਹਾਡੇ ਨਾਲੋਂ ਵੱਡੇ ਵੀ ਹੋਣਗੇ ਤਜਰਬੇ ਦੇ ਵਿੱਚ ਵੀ ਤੁਹਾਡੇ ਨਾਲ ਉਹਨਾਂ ਦਾ ਜ਼ਿਆਦਾ ਹੋਏਗਾ ਉਹਨਾਂ ਨਾਲ ਡੀਲ ਕਰਨਾ ਕਿੱਦਾਂ ਰਿਹਾ ਜਾਂ ਉਹ ਤੁਹਾਨੂੰ ਕਿਵੇਂ ਦੇਖਦੇ ਰਹੇ ਆ ਜੀ ਬਿਲਕੁਲ ਐਕਚੁਅਲੀ ਤੁਸੀਂ ਬਹੁਤ ਵਧੀਆ ਪੁਆਇੰਟ ਬਰਿੰਗ ਅਪ ਕੀਤਾ ਆ ਕਿਉਂਕਿ ਈਵਨ ਬਿਜ਼ਨਸ ਦੇ ਵਿੱਚ ਜੇ ਆਪਾਂ ਦੇਖਿਆ ਜਾਵੇ ਸਾਡੇ ਕਾਫੀ ਉੱਥੇ ਸੀਨੀਅਰ ਮੈਨੇਜਰ ਆ ਉਹ ਮੇਰੇ ਫਾਦਰ ਦੇ ਨਾਲ 20-25 ਸਾਲ ਤੋਂ ਕੰਮ ਕਰਦੇ ਆ ਉਹ ਉਮਰ ਨਾਲ ਵੀ ਮੇਰੇ ਤੋਂ ਵੱਡੇ ਹੈਗੇ ਆ ਪਰ ਮੇਰੀ ਪੋਜੀਸ਼ਨ ਉਹਨਾਂ ਤੋਂ ਐਕਚੁਅਲੀ ਹਾਇਰ ਹੈਗੀ ਆ ਸੋ ਉਸ ਇਨਵਾਇਰਮੈਂਟ ਦੇ ਵਿੱਚ ਕੰਮ ਕਰਨਾ ਉਹਦੇ ਵਿੱਚ ਵੀ ਮੈਨੂੰ ਸ਼ੁਰੂ ਦੇ ਵਿੱਚ ਮੁਸ਼ਕਿਲਾਂ ਆਈਆਂ ਕਿਉਂਕਿ ਉਹਨਾਂ ਨੇ ਮੇਰੇ ਵੱਲ ਦੇਖਣਾ ਉਹਨਾਂ ਨੇ ਜਿਸ ਤਰ੍ਹਾਂ ਤੁਸੀਂ ਮੈਂਸ਼ਨ ਕੀਤਾ ਉਹਨਾਂ ਨੇ ਮੈਨੂੰ ਲਾਈਕ ਜਸਟ ਬੱਚੀ ਸਮਝਣਾ ਕੱਲ੍ਹ ਦੀ ਕੁੜੀ ਇਹਨੂੰ ਕੁਛ ਪਤਾ ਹੀ ਨਹੀਂ ਹੈਗਾ ਰਾਈਟ ਬਟ ਆਈ ਥਿੰਕ ਜੋ ਮੈਂ ਕੀਤਾ ਆ ਮੈਂ ਉਹਨਾਂ ਨੂੰ ਪ੍ਰੂਵ ਕੀਤਾ ਕਿ ਮੈਂ ਕਾਬਲ ਹਾਂ ਆਈ ਐਮ ਏਬਲ ਟੂ ਬੀ ਸਕਸੈਸਫੁਲ ਉਹਨਾਂ ਨੂੰ ਮੈਂ ਇਸ ਤਰ੍ਹਾਂ ਪ੍ਰੂਵ ਕੀਤਾ ਕਿਉਂਕਿ ਜਦੋਂ ਮੈਂ ਫਾਈਨੈਂਸ ਆਫਿਸ ਦੇ ਵਿੱਚ ਕੰਮ ਕੀਤਾ ਸੀਗਾ ਮੈਂ ਬਹੁਤ ਹਾਰਡ ਵਰਕ ਕੀਤਾ ਮੈਂ ਬਹੁਤ ਡੈਡੀਕੇਟਿਡ ਵਰਕ ਕੀਤਾ ਕਾਫੀ ਟਾਈਮ ਮੈਂ ਫਾਈਨੈਂਸ ਆਫਿਸ ਲਾਉਂਦੀ ਸੀਗੀ ਅਤੇ ਮੈਂ ਮੇਰੇ ਕੰਮ ਦੇ ਥਰੂ ਉਹਨਾਂ ਨੂੰ ਅਹਿਸਾਸ ਕੀਤਾ ਕਿ ਆਈ ਐਮ ਸੀਰੀਅਸ ਐਂਡ ਆਈ ਐਮ ਹਾਰਡ ਵਰਕਰ ਐਂਡ ਮੈਂ ਕਰ ਸਕਦੀ ਹਾਂ ਐਂਡ ਉਹਦੇ ਨਾਲ ਉਹਨਾਂ ਦਾ ਹੌਲੀ ਹੌਲੀ ਫਿਰ ਥੋੜ੍ਹਾ ਜਿਹਾ
ਮਾਈਂਡ ਆਈ ਥਿੰਕ ਚੇਂਜ ਹੋਣ ਲੱਗ ਪਿਆ ਕਿ ਨਹੀਂ ਸ਼ੀ ਇਜ਼ ਵੈਰੀ ਹਾਰਡ ਵਰਕਿੰਗ, ਸ਼ੀ ਇਜ਼ ਵੈਰੀ ਵਿਲਿੰਗ ਟੂ ਲਰਨ, ਵਿਲਿੰਗ ਟੂ ਐਡਜਸਟ ਐਂਡ ਇਹ ਕਰ ਸਕਦੀ ਆ। ਸੋ ਆਈ ਥਿੰਕ ਫॉर ਐਨੀ ਯੰਗ ਐਂਟਰਪ੍ਰੈਨਿਓਰ, ਤੁਸੀਂ ਫੀਮੇਲ ਹੋ ਜਾਂ ਤੁਸੀਂ ਮੇਲ ਹੋ, ਡਜ਼ਨਟ ਮੈਟਰ, ਯੂ ਹੈਵ ਟੂ ਪ੍ਰੂਵ yourself actually। ਇੱਦਾਂ ਨਹੀਂ ਕਿ ਤੁਹਾਨੂੰ ਸਾਰਾ ਕੁਝ ਜਸਟ ਬਣਿਆ ਬਣਾਇਆ ਮਿਲ ਗਿਆ, ਰਾਈਟ? ਯੂ ਸਟਿਲ ਹੈਵ ਫੀਮੇਲ ਹੋਣ ਦੇ ਨਾਤੇ ਕੀ ਆਪਣੇ ਆਪ ਨੂੰ ਪ੍ਰੂਵ ਕਰਨ ਦੇ ਲਈ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ? ਯੈਸ ਆਈ ਥਿੰਕ ਯੂ ਡੂ, ਬਿਕਾਜ਼ ਹਜੇ ਉਹ ਚੇਂਜ ਪੂਰੀ ਹਜੇ ਆਈ ਨਹੀਂ ਹੈਗੀ, ਐਕਸੈਪਟੈਂਸ ਨਹੀਂ ਹੈ ਫੁੱਲੀ ਨਹੀਂ ਹਜੇ ਆਈ, ਥੋੜੀ ਆ ਰਹੀ ਆ, ਇਟਸ ਬੈਟਰ, ਮੈਂ ਨਹੀਂ ਕਹਿ ਰਹੀ ਕਿ ਨਹੀਂ ਚੇਂਜ ਨਹੀਂ ਆ ਰਹੀ, ਬਟ ਹਜੇ ਵੀ ਫੀਮੇਲਸ ਨੂੰ ਥੋੜ੍ਹਾ ਜਿਹਾ ਜ਼ਿਆਦਾ ਕਰਨਾ ਪੈਂਦਾ ਆ। ਸੋ ਆਈ ਐਮ ਹੋਪਫੁਲ ਕਿ ਮੇਰੀ ਸਟੋਰੀ ਸੁਣ ਕੇ ਦੂਸਰੇ ਫੀਮੇਲ ਐਂਟਰਪ੍ਰੈਨਿਓਰਸ ਨੂੰ ਵੀ ਮੋਟੀਵੇਸ਼ਨ ਮਿਲੂਗੀ ਟੂ ਕਮ ਫੋਰਵਰਡ। ਜੇ ਆਪਾਂ ਸਾਰੇ ਇੱਦਾਂ ਰਲ ਮਿਲ ਕੇ ਕਰੂੰਗੇ, ਇਟ ਵਿਲ ਬੀ ਈਜ਼ੀਅਰ ਫॉर ਐਵਰੀਬਡੀ। ਐਂਡ ਮੈਂ ਇਹ ਨਹੀਂ ਕਹਿ ਰਹੀ ਕਿ ਵੀ ਹੈਵ ਟੂ ਲਿਵ ਇਨ ਅ ਸੋਸਾਇਟੀ ਵੇਅਰ ਜਸਟ ਫੀਮੇਲਸ ਦਾ ਹੀ ਰਾਜ ਹੋਵੇ, ਇੱਦਾਂ ਨਹੀਂ। ਵੀ ਹੈਵ ਟੂ ਲਿਵ ਇਨ ਹਾਰਮਨੀ ਵਿਥ ਈਚ ਅਦਰ, ਮੇਲਸ ਐਂਡ ਫੀਮੇਲਸ। ਸੋ ਸ਼ੋ ਆਪਣਾ ਹੈਗਾ ਫੋਕਸਡ ਔਨ ਫੀਮੇਲਸ, ਪਰ ਮੇਰਾ ਮੈਸੇਜ ਹੈਗਾ ਫॉर ਐਵਰੀਬਡੀ ਐਕਚੁਅਲੀ ਕਿ ਰਲ ਮਿਲ ਕੇ ਆਪਾਂ ਸਾਰਾ ਕੰਮ ਕਰ ਸਕਦੇ ਹੈਗੇ। ਹੋਰ ਕਿਹੜੇ ਇਸ਼ੂਜ਼ ਤੁਹਾਨੂੰ ਲੱਗਦਾ ਹੈ ਕਿ ਵੀ ਹਾਲੇ ਵੀ ਬਰਾਬਰਤਾ ਲਿਆਉਣ ਦੇ ਲਈ, ਇਕੁਐਲਿਟੀ ਲਿਆਉਣ ਦੇ ਲਈ ਜਿਨ੍ਹਾਂ 'ਤੇ ਕੰਮ ਕਰਨ ਦੀ ਜ਼ਰੂਰਤ ਹੈਗੀ ਆ? ਬਿਲਕੁਲ। ਸੋ ਆਈ ਥਿੰਕ ਕੈਨੇਡਾ ਦੇ ਵਿੱਚ ਅਸੀਂ ਕਾਫੀ ਪ੍ਰੋਗਰੈਸਿਵ ਕੰਟਰੀ ਆ, ਮਾਡਰਨ ਕੰਟਰੀ ਆ, ਬਟ ਜੇ ਮੈਂ ਹੁਣ ਥੋੜ੍ਹਾ ਬੈਕ ਹੋਮ ਦੀ ਗੱਲ ਕਰਦੀ ਹਾਂ, ਇੰਡੀਆ ਦੇ ਵਿੱਚ ਗੱਲ ਕਰਦੀ ਹਾਂ, ਦੇਰ ਸਟਿਲ ਕਾਫੀ ਇਸ਼ੂਜ਼ ਆ ਜੋ ਮੈਂ ਦੇਖਦੀ ਹਾਂ। ਜਿਸ ਤਰ੍ਹਾਂ ਤੁਸੀਂ ਮੈਂਸ਼ਨ ਕੀਤਾ ਹੈਗਾ, ਜਿਹੜਾ ਮੇਲ ਬੱਚੇ 'ਤੇ ਪ੍ਰੈਫਰੈਂਸ ਕਰਨਾ ਆ, ਉਹ ਮੈਂ ਬਹੁਤ ਜ਼ਿਆਦਾ ਹਜੇ ਮਹਿਸੂਸ ਕਰਦੀ ਹੈਗੀ ਹਾਂ। ਆਈ ਨੋ ਜੇ ਇੱਥੇ ਦੀ ਆਪਾਂ ਸੁਸਾਇਟੀ ਦੀ ਗੱਲ ਕਰਨੀ ਹੋਵੇ, ਆਪਣੀ ਸੁਸਾਇਟੀ ਦੀ ਗੱਲ ਕਰਨੀ ਹੋਵੇ, yeah, same. I think there's still a lot of families that focus on the male child. ਉਹ ਗੱਲਾਂ 'ਚੋਂ ਪਤਾ ਲੱਗ ਜਾਂਦਾ ਆ। ਮੈਂ ਕਾਫੀ ਹੁਣ ਫੈਮਲੀਜ਼ ਦੇ ਨਾਲ ਮੈਂ ਮਿਲਦੀ ਹਾਂ, ਕਾਫੀ ਕਸਟਮਰਸ ਨਾਲ ਮੈਂ ਦਫ਼ਤਰ 'ਤੇ ਮੈਂ ਮਿਲਦੀ ਹੁੰਦੀ ਹਾਂ, ਐਂਡ ਉਹ ਆਪਣੀ ਫੈਮਲੀ ਦੀ ਗੱਲ ਕਰਦੇ ਹੁੰਦੇ, ਮੈਨੂੰ ਸਟਿਲ ਫੀਲ ਹੁੰਦਾ ਕਿ ਉਹ ਆਪਣੀ ਕਮਿਊਨਿਟੀ ਦੇ ਵਿੱਚ ਕਾਫੀ ਇਸ਼ੂ ਹੈਗਾ ਜੋ ਕਿ ਕੋਈ ਓਪਨਲੀ ਗੱਲ ਨਹੀਂ ਕਰਦਾ। ਬਟ ਆਈ ਹੋਪ ਦੈਟ ਇੱਦਾਂ ਦੇ ਹੋਰ ਸ਼ੋਜ਼ ਹੋਵੇ ਤਾਂ ਕਿ ਆਪਾਂ ਇਹਦੇ ਬਾਰੇ ਆਪਾਂ ਗੱਲ ਕਰ ਸਕੀਏ, ਰਾਈਟ? ਦੇਰ ਸਟਿਲ ਅ ਲੋਟ ਆਫ ਵਰਕ ਟੂ ਬੀ ਡਨ, ਬਟ ਆਈ ਐਮ ਵੈਰੀ ਹੋਪਫੁਲ ਕਿ ਵੀ ਵਿਲ ਹੈਵ ਬੈਲੈਂਸ ਬਿਟਵੀਨ ਬੋਥ ਮੇਲ ਐਂਡ ਫੀਮੇਲਸ। ਤੁਹਾਡੇ ਹੋਰ ਕੀ ਸ਼ੌਕ ਨੇ? ਸ਼ੌਂਕ ਤਾਂ ਕਾਫੀ ਆ, ਜ਼ਰੂਰ ਦੱਸੋ। ਆਈ ਥਿੰਕ ਸਭ ਤੋਂ ਵੱਡਾ ਸ਼ੌਂਕ ਮੇਰਾ ਹੈਗਾ ਆਈ ਥਿੰਕ ਟਰੈਵਲਿੰਗ। ਥੋੜ੍ਹਾ ਹੁਣ ਕੋਵਿਡ ਕਰਕੇ ਮੈਨੂੰ ਕਾਫੀ ਮੁਸ਼ਕਿਲ ਲੱਗਿਆ ਸੀ ਕਿਉਂਕਿ ਅਸੀਂ ਟਰੈਵਲ ਨਹੀਂ ਕਰ ਸਕਦੇ ਸੀਗੇ। ਠੀਕ ਹੈ। ਮੈਨੂੰ ਪੰਜਾਬ ਜਾਣਾ ਬਹੁਤ ਵਧੀਆ ਲੱਗਦਾ ਆ। ਆਈ ਡੋਂਟ ਨੋ ਵਾਈ, ਪਤਾ ਨਹੀਂ, ਮੈਨੂੰ ਫੀਲ ਹੁੰਦਾ ਕਿ ਮੈਂ ਪੰਜਾਬ ਦੇ ਨਾਲ, ਮੈਂ ਠੀਕ ਹੈ ਮੇਰਾ ਜਨਮ ਉੱਥੇ ਨਹੀਂ ਹੋਇਆ ਸੀਗਾ, ਪਰ ਮੈਂ ਪੰਜਾਬ ਨਾਲ ਕਾਫੀ ਕਨੈਕਟਡ ਫੀਲ ਕਰਦੀ ਹਾਂ। ਟਰੈਵਲ ਕਰਨਾ ਮੈਨੂੰ ਬਹੁਤ ਪਸੰਦ ਲੱਗਦਾ ਆ। ਆਈ ਲਵ ਐਵਰੀਥਿੰਗ ਅਬਾਊਟ ਪੰਜਾਬ। ਉੱਥੇ ਪੰਜਾਬੀ ਲੋਕਾਂ ਨਾਲ ਮਿਲਣਾ, ਪੰਜਾਬੀ ਖਾਣਾ ਖਾਣਾ, ਪੰਜਾਬੀ ਮਿਊਜ਼ਿਕ ਸੁਣਨਾ ਮੈਨੂੰ ਬਹੁਤ ਵਧੀਆ ਲੱਗਦਾ ਆ। ਮਿਊਜ਼ਿਕ ਦੇ ਵਿੱਚ ਕੀ ਸੁਣਦੇ ਹੋ? ਮਿਊਜ਼ਿਕ ਕਾਫੀ ਵੱਖਰੇ ਕਿਸਮ ਦੇ ਮਿਊਜ਼ਿਕ, ਆਈ ਲਿਸਨ ਟੂ ਲੋਟਸ ਆਫ ਡਿਫਰੈਂਟ ਮਿਊਜ਼ਿਕ। ਪੰਜਾਬੀ ਮਿਊਜ਼ਿਕ ਵੀ ਮੈਂ ਸੁਣਦੀ ਹਾਂ, ਇੰਗਲਿਸ਼। ਕੋਈ ਫੇਵਰੇਟ ਕਲਾਕਾਰ ਵੀ ਹੈ ਕੋਈ? ਆਈ ਥਿੰਕ ਅਮਰਿੰਦਰ ਗਿੱਲ ਬਹੁਤ ਵਧੀਆ ਗਾਉਂਦੇ ਆ। ਸਤਿੰਦਰ ਸਰਤਾਜ ਬਹੁਤ ਵਧੀਆ ਗਾਉਂਦੇ ਨੇ। ਵਧੀਆ ਪੰਜਾਬੀ ਮਿਊਜ਼ਿਕ ਉਹ ਬਣਾਉਂਦੇ ਆ। ਸੋ ਆਮ ਵੈਰੀ ਪ੍ਰਾਊਡ ਟੂ ਲਿਸਨ ਟੂ ਦੇਅਰ ਮਿਊਜ਼ਿਕ। ਹੋਰ ਸ਼ੌਂਕ ਮੈਂ ਮੈਂਸ਼ਨ ਕੀਤਾ ਹੈਗਾ ਕਿ ਹੁਣ ਮੈਂ ਥੋੜ੍ਹੇ ਜਿਮ ਵੱਲ ਵੀ ਧਿਆਨ ਦਿੰਦੀ ਹੈਗੀ ਹਾਂ, ਸੋ ਉਹ ਵੀ ਹੁਣ ਮੈਨੂੰ ਵਧੀਆ ਲੱਗਣ ਲੱਗ ਪਿਆ। ਸ਼ੁਰੂ ਦੇ ਵਿੱਚ ਨਹੀਂ ਵਧੀਆ ਲੱਗਦਾ ਸੀਗਾ, ਪਰ ਫਿਟਨੈਸ ਵੱਲ ਆਈ ਥਿੰਕ ਹੁਣ ਕਾਫੀ ਮੇਰਾ ਹੁਣ ਅਟੈਂਸ਼ਨ ਉਸ ਵੱਲ ਜਾ ਰਿਹਾ ਹੈਗਾ ਆ। ਓਕੇ, ਕੋਈ ਇਹੋ ਜਿਹਾ ਡਰੀਮ ਜਿਹੜਾ ਤੁਸੀਂ ਜ਼ਰੂਰ ਪੂਰਾ ਕਰਨਾ ਚਾਹੁੰਦੇ ਹੋ? ਕੋਈ ਇਹੋ ਜਿਹੀ ਚੀਜ਼ ਹੈ ਜਿਹੜੀ ਤੁਹਾਨੂੰ ਲੱਗਦਾ ਕਿ ਹਾਲੇ ਤਾਂ ਬੜੀ ਉਮਰ ਪਈ ਆ, ਆਹ ਚੀਜ਼ ਜ਼ਰੂਰ ਕਰਨੀ ਹੈ, ਆਹ ਕੰਮ ਜ਼ਰੂਰ ਕਰਨਾ ਹੈ? ਯਾ ਬਿਲਕੁਲ। ਐਕਚੁਅਲੀ ਮੈਂ ਆਪਣੇ ਆਪ ਨੂੰ ਬਹੁਤ ਲੱਕੀ ਮਹਿਸੂਸ ਕਰਦੀ ਹਾਂ। ਆਈ ਫੀਲ ਵੈਰੀ ਬਲੈਸਡ, ਬਹੁਤ ਜ਼ਿਆਦਾ ਲੱਕੀ ਆ ਮੈਂ। ਰੱਬ ਨੇ ਮੈਨੂੰ ਬਹੁਤ ਕੁਛ ਦਿੱਤਾ ਹੈਗਾ ਆ। ਐਂਡ ਮੇਰੀ ਹੁਣ ਇਹੀ ਡਰੀਮ ਇੱਕ ਹੈਗੀ ਆ ਕਿ ਮੈਂ ਹੁਣ ਕੁਛ ਪੰਜਾਬ ਦੇ ਵਿੱਚ ਕਰਾਂ,
ਲੋਕਾਂ ਦੀ ਮਦਦ ਕਰਾਂ ਸੋ ਇਹ ਮੇਰਾ ਹੁਣ ਨੈਕਸਟ ਪ੍ਰੋਜੈਕਟ ਹੈਗਾ ਆ ਅੱਛਾ ਹਜੇ ਮੈਂ ਸ਼ੁਰੂ ਹੀ ਕੀਤਾ ਹੈਗਾ ਆ ਬਟ ਮੈਂ ਹੁਣ ਮੇਰੀ ਕੋਈ ਡ੍ਰੀਮ ਕੋਈ ਕੋਈ ਕੰਕਰੀਟ ਨਹੀਂ ਹਜੇ ਕੁਝ ਕੰਕਰੀਟ ਨਹੀਂ ਪਰ ਮੈਨੂੰ ਪਤਾ ਹੈ ਕਿ ਮੈਂ ਕਰਨਾ ਆ ਕੁਛ ਮੇਰੀ ਬਹੁਤ dream ਹੈ ਮੈਂ ਕੁਛ ਕਰਾਂ and I think I'll be very proud to say ਕਿ I'm one of the first Canadian born women in the Punjabi community ਜੋ ਕਿ ਪੰਜਾਬ ਦੇ ਵਿੱਚ ਕੋਈ non profit work ਹਾਈ ਲੈਵਲ 'ਤੇ ਕਰ ਰਹੀ ਆ ਸੋ ਆਈ ਥਿੰਕ ਮੈਂ ਹੁਣ ਫਿਊਚਰ ਦੇ ਵਿੱਚ ਥੋੜ੍ਹੀ ਜ਼ਿਆਦਾ ਇਨਫੋਰਮੇਸ਼ਨ ਤੁਹਾਨੂੰ ਦਊਂਗੀ ਪਰ ਮੇਰੀ ਇੱਕ ਵਿਸ਼ ਆ ਮੇਰੀ ਇੱਕ ਡਰੀਮ ਆ ਕਿ ਮੈਂ ਕੁਛ ਕਰਾਂ ਲੋਕਾਂ ਦੀ ਮਦਦ ਕਰਾਂ ਜੀਵਨ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ ਤੁਹਾਨੂੰ ਮੈਂ ਤੁਹਾਡੇ ਜਿਹੜਾ ਇਹ ਡਰੀਮ ਪ੍ਰੋਜੈਕਟ ਹੈ ਉਹਦੇ ਲਈ ਗੁੱਡ ਲੱਕ ਕਹਿੰਦੀ ਹਾਂ ਸਮਾਂ ਕੱਢਣ ਲਈ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ